ਨਵਜੋਤ ਸਿੰਘ ਸਿੱਧੂ ਵੱਡਾ ਚਿਹਰਾ ਸੀ, ਪਰ ਵਿਕਰਮਜੀਤ ਮਜੀਠੀਆ ਵੀ ਅਕਾਲੀ ਦਲ ਦਾ ਵੱਡਾ ਫੇਸ। ਟੱਕਰ ਕਹਿੰਦੇ ਕਿ ਦੋ ਵੱਡੇ ਚਿਹਰਿਆਂ ਦੀ ਸੀ। ਮਨਦੀਪ ਸਿੰਘ ਮੰਨਾ ਦੀ ਅਸੈਸਮੈਂਟ ਕੀ? ਦੇਖੋ ਦੋਵੇਂ ਹੀ ਬੰਦੇ ਮੈਂ ਤਾਂ ਕਹੂੰਗਾ ਪੰਜਾਬ ਦੀ ਸਿਆਸਤ ਦੇ ਵਿੱਚ ਨਖਿੱਧ ਜਿਹੜਾ ਰੋਲ ਆ ਮਹੀਨਾ ਲਾਸਟ ਵਾਲਾ ਪੋਲੀਟੀਸ਼ੀਅਨ ਇੱਕ ਦੂਜੇ ਦੇ ਪ੍ਰਤੀ ਨਿਭਾਉਂਦੇ ਨੇ, ਆਪੋਜੀਸ਼ਨ ਵਾਲੇ ਸੱਤਾਧਾਰੀਆਂ ਦੇ ਵਿਰੁੱਧ ਨਿਭਾਉਂਦੇ ਨੇ, ਇਹ ਪੌਣੇ 5 ਸਾਲ ਵੀ ਨਿਭਾਉਂਦੇ ਰਹੇ ਨਾ ਵਿਕਰਮਜੀਤ। ਤੇ ਮੇਰੇ ਖਿਆਲ ਸੂਬੇ 'ਚੋਂ ਇੱਕ ਜਵਾਨੀ ਨਹੀਂ ਖਾਧੀ ਜਾ ਸਕਦੀ। ਪੌਣੇ 5 ਸਾਲ ਇੱਕ ਦੂਜੇ ਨਾਲ ਮਤਲਬ ਚੋਰ ਕੁੱਤੀ ਰਲੇ ਰਹਿੰਦੇ ਨੇ ਸਾਰੇ। ਆਹ ਮਹੀਨਾ ਲੋਕਾਂ ਨੂੰ ਗੁੰਮਰਾਹ ਕਰ ਲਈ, ਵੱਡੇ ਵੱਡੇ ਵਾਅਦੇ, ਇੱਕ ਦੂਜੇ ਨਾਲ ਲੜਨਾ। ਵਿਕਰਮ ਮਜੀਠੀਆ ਕਹਿੰਦੇ ਇੱਥੋਂ ਦੀਆਂ ਸੜਕਾਂ ਐਵੇਂ ਦੀਆਂ ਲੱਗ ਰਹੀਆਂ ਜਿਵੇਂ ਕੋਈ ਕਾਬਲ ਕੰਧਾਰ ਦੇ ਵਿੱਚ ਕਹਿੰਦੇ ਬੰਬ ਸਿੱਟਿਆ ਹੋਇਆ ਹੁੰਦਾ। ਕਹਿੰਦੇ ਇਹਨਾਂ ਨੂੰ ਬਦਲਣਾ ਵਾ, ਇਹ ਮਾਡਲ ਲੈ ਕੇ ਆਇਆ ਤੇ ਵਿਜ਼ਨ ਕਹਿੰਦੇ ਮੇਰਾ ਕਮਾਲ ਦਾ ਹੋਊਗਾ। ਜੇ ਮੈਂ ਜਿੱਤ ਗਿਆ, ਸਰਕਾਰ ਆਉਂਦੀ ਹੈ ਤਾਂ ਫਿਰ ਦੇਖੋ ਕੀ ਹੁੰਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉੱਥੇ ਮਤਲਬ ਡਿਵੈਲਪਮੈਂਟ ਨਹੀਂ ਹੋਈ ਕਿਉਂਕਿ ਸਿੱਧੂ ਸਾਹਿਬ ਬੜੇ ਹੰਕਾਰੇ ਤੇ ਇਲਾਕੇ ਦੇ ਵਿੱਚੋਂ ਗਾਇਬ ਰਹੇ। ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ। ਵਿਕਰਮ ਮਜੀਠੀਏ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਟਿਕਟ ਮਿਲ ਜਾਂਦੀ, ਉਹਦੇ ਵਿੱਚ ਵਿਕਰਮ ਹੋਣੀ ਹੁੰਦੇ, ਤੁਹਾਡਾ ਕੈਮਰਾਮੈਨ ਹੁੰਦਾ, ਮਨਦੀਪ ਸਿੰਘ ਮੰਨਾ ਹੁੰਦਾ, ਤੇ ਸਿੱਧੂ ਦੀ ਪਲਟੀ ਲੱਗ ਸਕਦੀ ਸੀ। ਕਲੀਅਰ ਕਿਹਾ ਹਰਸਿਮਰਤ ਬਾਦਲ ਹੋਣਾ ਨੂੰ, ਕਹਿੰਦੇ ਕਿ ਜੇ ਮੇਰੇ ਭਰਾ ਦਾ 1% ਵੀ ਚਿੱਟੇ ਜਾਂ ਇਸ ਦੇ ਵਿੱਚ ਹੋਵੇ ਤਾਂ ਕੱਖ ਨਾ ਰਹੇ। ਬੜੇ ਭੈਣ ਲਈ ਗੱਲ ਕਹਿਣੀ ਬਹੁਤ ਵੱਡੀ ਹੁੰਦੀ ਹੈ। ਇਹ ਗੱਲ ਕਹੀ ਹੈ ਹਰਸਿਮਰਤ ਬਾਦਲ ਨੇ। ਤੇ ਮੈਂ ਕਦੋਂ ਕਹਿੰਦਾ ਵੀ ਵਿਕਰਮ ਮਜੀਠੀਆ TVS ਮੋਪੜ ਲਈ ਫਿਰਦਾ ਸੀ ਤੇ ਉਹਦੇ ਉੱਤੇ ਪੁੜੀਆਂ ਵੰਡਦਾ ਫਿਰਦਾ ਸੀਗਾ, ਗਲੀ ਗਲੀ ਜਾ ਕੇ ਤੇ ਉਹਦੇ ਪੈਸੇ ਇਕੱਠੇ ਕਰਦਾ ਫਿਰਦਾ ਸੀਗਾ। ਸਿੱਧੂ ਦੇ ਇਲਾਕੇ 'ਚ ਪੀਣ ਵਾਲਾ ਪਾਣੀ ਨਹੀਂ, ਲੋਕਾਂ ਦੀਆਂ ਰਸੋਈਆਂ ਦੇ ਵਿੱਚ ਸੀਵਰ ਦਾ ਗੰਦਾ ਪਾਣੀ ਆ ਜਾਂਦਾ। ਮਤਲਬ ਇੰਨੀਆਂ ਨੀਵੀਆਂ ਤੇ ਇੰਨਾ ਉੱਥੇ ਗੰਦ ਪਿਆ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਅਸੀਂ ਅੰਮ੍ਰਿਤਸਰ ਦੇ ਵਿੱਚ ਸੀ ਕਿਉਂਕਿ ਇਲੈਕਸ਼ਨ ਸੀ, ਔਰ ਅੰਮ੍ਰਿਤਸਰ ਈਸਟ ਜੋ ਕਿ ਹੌਟ ਸੀਟ ਬਣ ਚੁੱਕੀ ਵਿਕਰਮਜੀਤ ਮਜੀਠੀਆ ਸੀ, ਔਰ ਨਾਲ ਹੀ ਸਾਹਮਣੇ ਸੀ ਨਵਜੋਤ ਸਿੰਘ ਸਿੱਧੂ, ਕਿਉਂਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਇੱਥੋਂ ਵਿਧਾਇਕ ਸੀ। ਵਿਕਰਮ ਮਜੀਠੀਆ ਹੁਣ ਇੱਥੇ ਉਹਨਾਂ ਦੇ ਖਿਲਾਫ ਚੋਣ ਲੜਨ ਵਾਸਤੇ ਆਏ। ਕਹਿੰਦੇ ਕਿ ਹਰਾ ਕੇ ਸਿੱਧੂ ਨੂੰ ਤੋਰਨਾ। ਤਮਾਮ ਚੀਜ਼ਾਂ ਅਸੀਂ ਕਵਰ ਕੀਤੀਆਂ, ਪਰ ਮਨ 'ਚ ਇੱਕ ਖਿਆਲ ਆਇਆ ਕਿ ਅੰਮ੍ਰਿਤਸਰ ਦਾ ਸਭ ਤੋਂ ਇੰਟਰਸਟਿੰਗ ਬੰਦਾ ਮਨਦੀਪ ਸਿੰਘ ਮੰਨਾ ਹੈ। ਉਹਨਾਂ ਦੇ ਨਾਲ ਵੀ ਗੱਲਬਾਤ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਅਸੈਸਮੈਂਟ ਕੀ ਹੈ, ਕਿਉਂਕਿ ਮਨਦੀਪ ਸਿੰਘ ਮੰਨਾ ਹਰ ਮਸਲੇ ਤੇ ਖੁੱਲ੍ਹ ਕੇ ਬੋਲਦੇ ਆ, ਆਪਣੇ ਵਿਚਾਰ ਵੀ ਰੱਖਦੇ ਆ, ਭਾਵੇਂ ਉਹ ਮਸਲਾ ਸਿਆਸੀ ਹੋਵੇ ਜਾਂ ਧਾਰਮਿਕ ਹੋਵੇ, ਹਰ ਮਸਲੇ ਤੇ ਖੁੱਲ੍ਹ ਕੇ ਗੱਲ ਰੱਖਦੇ ਆ। ਮਨਦੀਪ ਸਿੰਘ ਮੰਨਾ ਸਾਡੇ ਨਾਲ ਨੇ। ਮੰਨਾ ਜੀ, ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਧੰਨਵਾਦ ਜੀ ਪ੍ਰੋ ਪੰਜਾਬ ਟੀਵੀ ਦਾ। ਵਿਕਰਮ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਂ ਸਭ ਤੋਂ ਪਹਿਲਾਂ ਹੀ ਗੱਲ ਕਹੀ ਕਿ ਅੰਮ੍ਰਿਤਸਰ ਦਾ ਸਭ ਤੋਂ ਇੰਟਰਸਟਿੰਗ ਬੰਦਾ ਮਨਦੀਪ ਸਿੰਘ ਮੰਨਾ, ਹਰ ਮਸਲੇ ਤੇ ਖੁੱਲ੍ਹ ਕੇ ਗੱਲ ਰੱਖਦੇ ਹੋ। ਅੰਮ੍ਰਿਤਸਰ ਈਸਟ ਦੀ ਮੈਂ ਗੱਲ ਕਰਾਂ, ਜਿਹਨੂੰ ਹੌਟ ਸੀਟ ਬਣਾ ਦਿੱਤਾ ਗਿਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਵੱਡਾ ਚਿਹਰਾ ਸੀ, ਪਰ ਵਿਕਰਮਜੀਤ ਮਜੀਠੀਆ ਵੀ ਅਕਾਲੀ ਦਲ ਦਾ ਵੱਡਾ ਫੇਸ। ਟੱਕਰ ਕਹਿੰਦੇ ਕਿ ਦੋ ਵੱਡੇ ਚਿਹਰਿਆਂ ਦੀ ਸੀ। ਮਨਦੀਪ ਸਿੰਘ ਮੰਨਾ ਦੀ ਅਸੈਸਮੈਂਟ ਕੀ ਕਹਿੰਦੀ ਹੈ? ਦੇਖੋ ਦੋਵੇਂ ਹੀ ਬੰਦੇ ਮੈਂ ਤਾਂ ਕਹੂੰਗਾ ਪੰਜਾਬ ਦੀ ਸਿਆਸਤ ਦੇ ਵਿੱਚ ਨਖਿੱਧ। ਤੇ ਜੇ ਤੁਸੀਂ ਉਹਨਾਂ ਦਾ ਕੰਪੈਰੀਜ਼ਨ ਕਰੋ, ਆਪਾਂ ਹੁਣ ਇਹ ਦੇਖਣਾ ਕਿ ਇਹਨਾਂ ਦੇ ਵਿੱਚ ਵੱਡਾ ਗੁੰਡਾ ਕਿਹੜਾ। ਤੇ ਮੈਂ ਇੱਕ ਦਿਨ ਅੱਗੇ ਵੀ ਵਿਕਰਮ ਜੀ ਕਿਹਾ ਸੀਗਾ ਕਿ ਕਿਸੇ ਵੇਲੇ ਜਿਹੜੇ ਲੋਕ ਹੰਕਾਰੀ ਹੁੰਦੇ ਨੇ ਨਾ, ਸਿੱਧੂ ਵੀ ਸਿਰੇ ਦਾ ਹੰਕਾਰੀ ਤੇ ਵਿਕਰਮ ਮਜੀਠੀਆ ਵੀ ਸਿਰੇ ਦਾ ਹੰਕਾਰੀ। ਮੈਂ ਮਤਲਬ ਉਹ ਲਫ਼ਜ਼ ਉਸ ਆਪਣੀ ਭੈਣ ਲਈ ਨਹੀਂ ਵਰਤਣਾ ਚਾਹੁੰਦਾ। ਇੱਕ ਕਹਾਵਤ ਆਇਆ ਸੀ, ਛੋਟੇ ਹੁੰਦਿਆਂ ਪੜ੍ਹਦੇ ਹੁੰਦੇ ਸੀ ਕਿ ਦੋ ਬਾਂਦਰਾਂ ਨੂੰ ਉਹ ਰੋਟੀ ਲੱਭਦੀ ਆ ਤੇ ਉਹ ਬਿੱਲੀ ਫੈਸਲਾ ਕਰਾਉਣ ਲੱਗ ਪੈਂਦੀ ਆ ਵੀ ਉਹ ਅੱਧੀ ਖਾਂਦੀ ਤੇ ਉਹ ਬਿੱਲੀ ਦਾ ਦਾ ਲੱਗਣ ਦੇ ਜ਼ਿਆਦਾ ਚਾਂਸ ਨੇ। ਮਤਲਬ ਸੋ ਹਾਲਾਤ ਇਹੋ ਜਿਹੇ ਬਣੇ ਪਏ ਨੇ। ਦੇਖੋ ਮੈਂ ਬੜੀ ਦਫਾ ਬੋਲਿਆ, ਸਿਆਸਤ ਇੰਨੀ ਜ਼ਿਆਦਾ ਗੰਦਲੀ ਹੋ ਗਈ, ਮੈਨੂੰ ਅੱਕ ਕੇ ਬੋਲਣਾ ਪਿਆ। ਇੱਕ ਦਿਨ ਮੈਂ 20 ਮਿੰਟ ਦੀ ਵੀਡੀਓ ਵਿੱਚ ਜਾਰੀ ਕੀਤੀ ਵੀ ਅੱਜ ਯਾਰ 4 ਪ੍ਰੈਸ ਕਾਨਫਰੰਸ ਕਰਕੇ ਤੁਸੀਂ ਦੁੱਧ ਧੋਤੇ ਹੋ ਗਏ ਯਾਰ ਮਜੀਠੀਆ ਸਾਹਿਬ। ਆਪਾਂ ਜੋ ਪੰਜਾਬ ਦਾ 10 ਸਾਲ ਘਾਣ ਕੀਤਾ ਉਹ ਭੁੱਲ ਗਿਆ ਤੁਹਾਨੂੰ, ਮਤਲਬ ਕੀਤੇ ਨੂੰ ਸਾਰਾ ਕੁਝ। ਮੈਂ ਉਸ ਦਿਨ ਅੱਕ ਕੇ ਬੋਲਿਆ ਕਿ ਜਦੋਂ ਇਹਨਾਂ ਦੇ ਵਿੱਚ ਕੰਪੈਰੀਜ਼ਨ ਕਰੋ ਨਾ, ਵੀ ਸਿੱਧੂ ਸਿਰੇ ਦਾ ਝੂਠਾ, ਮਤਲਬ ਇੱਕ ਨੰਬਰ ਦਾ, ਮਤਲਬ ਵੀ ਤੁਸੀਂ ਮੇਰੀ ਨਜ਼ਰ 'ਚ ਉਹ ਕਰਪਟ ਬੰਦਾ ਜਿੰਨਾ ਕੁ ਮੈਂ ਉਹਨੂੰ ਜਾਣਦਾ। ਗੱਲ ਗੱਲ ਤੇ ਝੂਠ ਬੋਲਣਾ, ਇਲਾਕੇ 'ਚ ਵੜਨਾ ਨਹੀਂ। ਪਰ ਜਦੋਂ ਲੋਕਾਂ ਨੇ ਉਹਦਾ ਕੰਪੈਰੀਜ਼ਨ ਵਿਕਰਮ ਮਜੀਠੀਆ ਨਾਲ ਕਰਨਾ ਸੀ ਨਾ, ਫਿਰ ਉਹ ਬਹੁਤ ਵੱਡਾ ਗੁੰਡਾ। ਮੇਰਾ ਇਹ ਮੰਨਣਾ ਸੀਗਾ ਕਿ ਸਿੱਧੂ ਨੇ ਠੱਗੀਆਂ ਮਾਰੀਆਂ, ਉਹ ਜੇਬ ਕਤਰਾ ਹੋਊਗਾ। ਇਹ ਡਾਕੂ ਨੇ, ਇਹਨਾਂ ਲੋਕਾਂ ਦੇ ਜੀਵਨ ਤਬਾਹ ਕਰ ਦਿੱਤੇ। ਮਤਲਬ ਇਹੋ ਜਿਹੇ ਲੋਕ, ਇਹਨਾਂ ਨੂੰ ਤਰਸ ਨਹੀਂ ਆਉਂਦਾ ਰਿਹਾ ਲੋਕਾਂ ਦੇ ਉੱਤੇ। ਆ ਮੇਰਾ ਫੋਨ ਭਰਿਆ ਤੇ ਤੁਸੀਂ ਉਹਨਾਂ ਲੋਕਾਂ ਕੋਲ ਜਾ ਸਕਦੇ ਹੋ। ਪਰਸੋਂ ਚੌਥ ਮੈਨੂੰ ਮਜੀਠੇ ਤੋਂ ਫੋਨ ਆਉਂਦਾ, ਇੱਕ ਬੰਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਲੈਕਸ਼ਨ ਲੜ ਰਿਹਾ, ਉਹਦਾ ਨਾਮ ਮੇਰੇ ਖਿਆਲ ਪਿੰਡ ਉਹਦਾ ਜਿੱਜੇਆਣੀ ਹੈ, ਮੈਨੂੰ ਨਾਂ ਭੁੱਲ ਗਿਆ, ਪਿੱਛੇ ਵੀ ਉਹ ਜਿੱਜੇਆਣੀ ਲੱਗਦਾ ਉਹਦੇ। ਉਹ ਮੈਨੂੰ ਕਹਿੰਦਾ ਦੇਖੋ ਭਾਜੀ ਮੈਂ ਅੱਕ ਕੇ ਇਲੈਕਸ਼ਨ ਲੜੀ ਹੈ, ਮੈਂ ਕਿਸਾਨ ਮੋਰਚੇ ਦਾ ਹਿੱਸਾ ਰਿਹਾ। ਮੈਂ ਕਹਿੰਦਾ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਸੀਗਾ, ਭਰਾ ਮੇਰਾ ਟੀਚਰ ਸੀਗਾ, ਤੀਜਾ ਭਰਾ ਮੇਰਾ ਬਿਜਲੀ ਬੋਰਡ ਸੀਗਾ। ਇੰਨਾ ਤੁਸੀਂ ਮਤਲਬ ਕਿਸੇ ਨੂੰ ਤਿੰਨੇ ਨੌਕਰੀਆਂ ਉਹ ਖਾ ਗਿਆ। ਕਿਸੇ ਪਰਿਵਾਰ ਦੇ ਵਿੱਚ ਉਹ 3 ਸਰਕਾਰੀ ਨੌਕਰੀਆਂ ਖਾ ਜਾਣੀਆਂ। ਇੱਕ ਮੈਨੂੰ ਫੋਨ ਆਉਂਦਾ ਕਿਸੇ ਬੰਦੇ ਦਾ ਕਿ ਭਾਜੀ ਮੈਂ ਮਿਲਣਾ, ਉਹ ਮੇਰੀ ਵੀਡੀਓ ਸੁਣਨ ਤੋਂ ਬਾਅਦ ਮੇਰੀਆਂ 2 ਬੇਟੀਆਂ ਨੇ ਇਸ ਬੰਦੇ ਦੀ ਵਜ੍ਹਾ ਨਾਲ ਘਰ ਬੈਠੀਆਂ ਨੇ। ਅਥਾਹ ਤੁਸੀਂ 10 ਸਾਲ ਪਰਚੇ ਕਰਾਏ ਲੋਕਾਂ ਦੇ ਉੱਤੇ, ਅੱਜ ਤੁਹਾਡੇ ਉੱਤੇ ਪਰਚਾ ਹੋਇਆ
ਤੇ ਤੁਸੀਂ ਕਹਿੰਦੇ ਹੋ ਮੇਰੇ ਲਈ ਥਾਣਾ ਨਵਾਂ ਖੁੱਲ ਗਿਆ, 1 ਨੰਬਰ FIR ਦਰਜ ਕੀਤੀ ਗਈ ਹੈ, ਮੇਰੇ ਉੱਤੇ ਪਰਚਾ ਨਜਾਇਜ਼ ਹੈ, ਮੇਰੇ ਮਦਰ ਜਿਹੜੇ ਉਹ ਬੈੱਡ ਰੈਸਟ ਦੇ ਉੱਤੇ ਨੇ। ਪ੍ਰਮਾਤਮਾ ਤੇਰੀ ਮਾਂ ਦੀ ਉਮਰ ਲੰਮੀ ਕਰੇ, ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਪਰ ਜਿਨ੍ਹਾਂ ਮਾਵਾਂ ਦੇ ਤੂੰ ਵੈਣ ਪਵਾ ਦਿੱਤੇ, ਜਿਨ੍ਹਾਂ ਦੇ ਉੱਤੇ ਤੂੰ ਪਰਚੇ ਦਰਜ ਕਰਾਉਂਦਾ ਨੇ, ਤੇਰੇ ਦੁੱਖੋਂ ਤੇਰੇ ਯਾਰ ਆਤਮ ਹੱਤਿਆ ਕਰ ਗਏ। ਮੈਂ ਤਾਂ ਉਸ ਦਿਨ ਪੁੱਛਿਆ ਸੀਗਾ ਕਿ ਕਿਹੜੇ ਮੂੰਹ ਨਾਲ ਇਹ ਗੱਲਾਂ ਕਰਦੇ ਹੋ। ਤੂੰ ਉਸ ਦਿਨ ਪ੍ਰੈਸ ਕਾਨਫਰੰਸ ਕੀਤੀ, ਚੰਨੀ ਕੋਲੋਂ 10 ਕਰੋੜ ਰੁਪਈਆ ਬਰਾਮਦ ਹੋਇਆ ਉਹਦੇ ਭਣੇਵੇਂ ਕੋਲੋਂ। ਦੇਖੋ ਮੇਰਾ ਇਹ ਮੰਨਣਾ, ਅੱਜ ਵੋਟਾਂ ਪੈ ਚੁੱਕੀਆਂ, ਮੇਰਾ ਦਿਲ ਕਹਿੰਦਾ ਕਿ ਸਰਕਾਰ ਇਹੋ ਜਿਹੀ ਬਣਨੀ ਚਾਹੀਦੀ। ਮੈਂ ਆਪਣੇ ਵੋਟ ਪਾਉਣ ਤੋਂ ਬਾਅਦ ਇੱਕ ਪੋਸਟ ਵੀ ਪਾਈ ਹੈ ਕਿ ਇਹੋ ਜਿਹੀ ਜਿਹੜੀ ਮਤਲਬ ਸਰਕਾਰ ਬਣਨੀ ਚਾਹੀਦੀ ਹੈ ਕਿ ਸਾਨੂੰ ਤੁਹਾਨੂੰ ਨੁਕਤਾਚੀਨੀ ਕਰਨ ਦਾ ਮੌਕਾ ਹੀ ਨਾ ਮਿਲੇ। ਇਹੋ ਜਿਹੀ ਸੁਹਿਰਦ ਸਰਕਾਰ ਬਣਨੀ ਚਾਹੀਦੀ, ਪਰ ਕੋਈ ਬਣਦੀ ਨਜ਼ਰ ਨਹੀਂ ਆਉਂਦੀ। ਜਿਹੜਾ ਰੋਲ ਆ ਮਹੀਨਾ ਲਾਸਟ ਵਾਲਾ ਪੋਲੀਟੀਸ਼ੀਅਨ ਇੱਕ ਦੂਜੇ ਦੇ ਪ੍ਰਤੀ ਨਿਭਾਉਂਦੇ ਨੇ, ਆਪੋਜੀਸ਼ਨ ਵਾਲੇ ਸੱਤਾਧਾਰੀਆਂ ਦੇ ਵਿਰੁੱਧ ਨਿਭਾਉਂਦੇ ਨੇ, ਇਹ ਪੌਣੇ 5 ਸਾਲ ਵੀ ਨਿਭਾਉਂਦੇ ਰਹਿਣ ਨਾ ਵਿਕਰਮ ਜੀ, ਤੇ ਮੇਰਾ ਖਿਆਲ ਸੂਬੇ 'ਚੋਂ ਇੱਕ ਚਵਾਨੀ ਨਹੀਂ ਖਾਧੀ ਜਾ ਸਕਦੀ। ਪੌਣੇ 5 ਸਾਲ ਇੱਕ ਦੂਜੇ ਨਾਲ ਮਤਲਬ ਚੋਰ ਕੁੱਤੀ ਰਲੇ ਰਹਿੰਦੇ ਨੇ ਸਾਰੇ। ਆਹ ਮਹੀਨਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੱਡੇ ਵੱਡੇ ਵਾਅਦੇ, ਇੱਕ ਦੂਜੇ ਨਾਲ ਲੜਨਾ, ਫੋਕੀਆਂ ਲੜਾਈਆਂ। ਪੌਣੇ 5 ਸਾਲ ਦੁਨੀਆ ਨੇ ਮੰਨਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੈਚ ਫਿਕਸ ਸੀਗਾ। ਕਾਂਗਰਸ ਨੂੰ ਲੱਗਾ ਕਿ ਜੱਗ ਜ਼ਾਹਰ ਹੋ ਚੁੱਕਾ ਤੇ ਇੱਕਦਮ ਹੀ ਕਿਨਾਰਾ ਕਰ ਲਿਆ ਤੇ ਉਹਨੂੰ ਸਾਫ਼ ਸੁਥਰੇ ਹੋਣ ਦੀ ਕੋਸ਼ਿਸ਼ ਕੀਤੀ ਗਈ। ਆਪਣਾ ਫਰਜ਼ ਕਿਉਂ ਨਹੀਂ ਨਿਭਾਉਂਦੇ? ਅੱਜ ਦੇਖੋ ਤੁਸੀਂ 5 ਪਾਰਟੀਆਂ ਨੇ ਮੇਜਰ ਜਿਹੜੀ ਚੋਣ ਲੜੀ ਹੈ ਪੰਜਾਬ ਦੇ ਵਿੱਚ, ਕਾਂਗਰਸ, ਅਕਾਲੀ, ਭਾਜਪਾ, ਆਪ ਤੇ ਕਿਸਾਨ। ਕਿੰਨੇ ਇਹਨਾਂ ਦੇ ਕੈਂਡੀਡੇਟ ਬਣ ਗਏ? 117 ਨਾ 585 ਕੈਂਡੀਡੇਟ ਬਣ ਗਏ। 117 ਜਿੱਤਣੇ ਨੇ, ਬਾਕੀ ਬਚੇ 468। ਮੇਰਾ ਇਹ ਮੰਨਣਾ 468 ਚੋਂ ਕਿਸੇ ਨੂੰ 2000 ਵੋਟ ਪਵੇ, ਕਿਸੇ ਨੂੰ 20000 ਵੋਟ ਪਵੇ, ਕੋਈ 2 ਵੋਟਾਂ ਤੇ ਰਹਿ ਜਾਏ, ਕੋਈ 20000 ਤੇ ਰਹਿ ਜਾਏ, ਉਹ ਆਪਣਾ ਫਰਜ਼ ਪੰਜਾਬ ਲਈ ਨਿਭਾਉਂਦੇ ਰਹਿਣ ਪੌਣੇ 5 ਸਾਲ। ਤੇ ਇਹਨਾਂ ਚੋਂ ਸੱਤਾਧਾਰੀਆਂ ਚੋਂ ਚਵਾਨੀ ਨਹੀਂ ਤੁਹਾਡੇ ਸੂਬੇ ਦੀ ਖਾ ਸਕਦਾ। ਇੱਥੇ ਹੁੰਦਾ ਕੀ, ਇਲੈਕਸ਼ਨ ਉਦੋਂ ਲੜੀ ਜਾਂਦੀ ਹੈ ਕਿ ਲਾਟਰੀ ਪਾਈ ਹੈ, ਜੇ ਲੱਗ ਗਈ ਤੇ ਠੀਕ ਹੈ, ਨਹੀਂ ਤਾਂ ਫਿਰ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਂਦੇ ਨੇ। ਕਿੰਨੇ ਸੈਲੀਬ੍ਰਿਟੀ ਆਉਂਦੇ ਨੇ, ਕਿੰਨੇ ਸਿੰਗਰ ਆਉਂਦੇ ਨੇ, ਪੌਣੇ 5 ਸਾਲ ਗਾਉਣ ਵਜਾਉਣ ਕਰੀ ਜਾਣਗੇ। ਉਸ ਤੋਂ ਬਾਅਦ ਆ ਕੇ ਜਦੋਂ ਰਹਿ ਜਾਂਦੇ, ਜਿੱਦਾਂ ਬਰਸਾਤੀ ਪੰਛੀ ਆਉਂਦੇ ਨੇ ਨਾ, ਹਰੀਕੇ, ਉਹ ਸਾਈਬੇਰੀਅਨ ਜਿਹੜੇ ਪੰਛੀ, ਉਸ ਤਰੀਕੇ ਆਉਂਦੇ। ਇਹਨੂੰ ਆਨੰਦ ਨਾ ਲਓ, ਇਹਨੂੰ ਸੱਤਾ ਨੂੰ ਮਤਲਬ ਸਿਆਸਤ ਸਮਝੋ, ਸਿਆਸਤ ਨੂੰ ਇਹਨੂੰ ਇੰਜੋਏ ਕਰਨਾ ਆਓ, ਤੇ ਫਿਰ ਕੋਈ ਪੰਜਾਬ ਦਾ ਭਲਾ ਹੋ ਸਕਦਾ। ਅੱਜ ਤੁਸੀਂ ਮੈਨੂੰ ਦੱਸੋ ਕਿਹਦੇ ਤੇ ਲੋਕ ਯਕੀਨ ਕਰਨ? ਅੱਜ ਵੋਟਿੰਗ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ। ਮਤ ਸੋਚੋ ਕਿ ਲੋਕਾਂ ਨੂੰ ਬਹੁਤ ਕੁਝ ਮਿਲਿਆ ਤੇ ਉਹਨਾਂ ਬੜੇ ਉਤਸ਼ਾਹ ਨਾਲ ਵੋਟ ਪਾਈ ਹੈ, ਲੋਕਾਂ ਗੁੱਸੇ ਨਾਲ ਵੋਟ ਪਾਈ ਹੈ। ਹੁਣ ਇਹ ਸਮੇਂ ਦੇ ਗਰਭ ਚੈਕੇ ਦਾ ਰਿਜ਼ਲਟ ਕੀ ਨਿਕਲਣਾ ਤੇ ਕੀ ਆਉਣਾ, ਮੇਰਾ ਮੰਨਣਾ ਹੈ ਕਿ ਅਕਾਲੀ ਕਾਂਗਰਸੀ ਲੋਕੀ ਦੋਵਾਂ ਤੋਂ ਬਹੁਤ ਜ਼ਿਆਦਾ ਖਫਾ ਸੀਗੇ। ਔਰ ਮੇਰਾ ਝਾੜੂ ਵਾਲਿਆਂ ਨਾਲ ਮੇਰਾ ਗਿਲਾ ਇਹਨਾਂ ਨਾਲ, ਆਮ ਆਦਮੀ ਪਾਰਟੀ ਨਾਲ, ਮੈਂ ਨਿੱਜੀ ਤੌਰ ਤੇ ਇਹਨਾਂ ਨੂੰ ਪਸੰਦ ਨਹੀਂ ਕਰਦਾ, ਪਰ ਮੈਂ ਜੇ ਆਪਣੇ ਸੂਬੇ ਲਈ ਵੇਖਾਂ ਤੇ ਇਹਨਾਂ ਦੋਵਾਂ ਤੋਂ ਚੰਗੇ ਸਾਬਤ ਹੋ ਸਕਦੇ ਨੇ ਕਿ ਇਹ ਜੇਬ ਕਤਰੇ ਬਣ ਸਕਦੇ ਨੇ। ਉਹ ਵੱਡੇ ਡਾਕੂ ਤੇ ਚੱਲਦੇ ਬਣਨਗੇ ਨਾ, ਘਰ ਦੇ ਵਿੱਚ ਤੁਹਾਡੀ ਕੋਈ ਜੇਬ ਕੱਟ ਕੇ ਲੈ ਜੇ ਤੇ ਤੁਸੀਂ ਉਹਨੂੰ ਬਰਦਾਸ਼ਤ ਕਰ ਸਕਦੇ ਹੋ। ਕੋਈ ਵਿਆਹ ਵਾਲੇ ਦਿਨ ਤੁਹਾਡਾ ਗਹਿਣਾ ਗੱਟਾ ਲੁੱਟ ਕੇ ਲੈ ਜੇ ਤੇ ਉਹ ਅਸਹਿ ਤੇ ਮਤਲਬ ਅਕਹਿ ਹੁੰਦਾ, ਤੁਸੀਂ ਆਪਣਾ ਦੁੱਖ ਹੀ ਨਹੀਂ ਬਿਆਨ ਕਰ ਸਕਦੇ। ਮਤਲਬ ਇਹਨਾਂ ਵੀ 4.5 ਸਾਲ ਸੂਬੇ 'ਚ ਕੋਈ ਕੰਮ ਨਹੀਂ ਕੀਤਾ। ਇਹਨਾਂ ਦੇ MLA ਵੀ ਕੋਈ ਰੇਤਾ ਤੇ ਪੱਗਾਂ ਲਵਾਉਂਦਾ ਸੀਗਾ, ਕੋਈ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਸ਼ਗਨ ਲੈਂਦਾ ਸੀਗਾ ਵੀ ਲੋਕਾਂ ਸਾਹਮਣੇ ਤੁਸੀਂ ਲੜ ਕੇ ਵਿਖਾਉਂਦੇ ਹੋ। ਪੌਣੇ 5 ਸਾਲ ਕੋਈ ਫਰਜ਼ ਨਹੀਂ ਨਿਭਾਇਆ। ਇਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਰਿਹਾ ਕਿ ਲੋਕ ਅਕਾਲੀ ਕਾਂਗਰਸੀਆਂ ਦੇ ਬਹੁਤ ਉਲਟ ਨੇ, ਉਹਦੇ ਅਗੇਂਸਟ ਜਾ ਕੇ ਵੋਟ ਮਿਲਣੀ ਹੈ। ਔਰ ਮੇਰੀ ਸਾਰੀਆਂ ਪਾਰਟੀਆਂ ਨੂੰ ਇੱਕ ਬੇਨਤੀ ਹੈ ਕਿ ਜਿਹਦੀ ਮਰਜ਼ੀ ਸਰਕਾਰ ਆਵੇ, ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਵਿਸ਼ੇਸ ਨੇ, ਬੈਸਟ ਆਫ ਲੱਕ ਹੈ। ਤੁਸੀਂ ਚੋਣ ਮੈਨੀਫੈਸਟੋ ਜਾਰੀ ਕੀਤਾ, ਕੋਈ 5000 ਦੇ ਰਿਹਾ, ਕੋਈ ਔਰਤਾਂ ਨੂੰ 2000 ਰੁਪਈਆ ਦੇ ਰਿਹਾ, ਕੋਈ ਸਕੂਟੀ ਦੇ ਰਿਹਾ। ਕੋਈ ਇਹ ਵੀ ਸ਼ਰਤ 'ਤੇ ਰੱਖੋ ਨਾ ਕਿ ਜਿਹੜਾ ਚੋਣ ਮੈਨੀਫੈਸਟੋ ਦਿੱਤਾ ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਲਾਗੂ ਹੋ ਜਾਊਗਾ। ਇਹ ਕਰਦੇ ਕੀ ਨੇ? ਐਡੇ ਐਡੇ ਵੱਡੇ ਸੁਪਨੇ ਵਿਖਾ ਕੇ ਪੌਣੇ 5 ਸਾਲ ਆਪਣਾ ਕਾਰੋਬਾਰ ਵਧਾਉਂਦੇ ਨੇ। ਅਖੀਰਲੇ 3 ਮਹੀਨੇ ਉਹ ਮੈਨੀਫੈਸਟੋ ਪੂਰਾ ਕਰਨ ਲਈ ਉਹ 3 ਮਹੀਨੇ ਲੋਕਾਂ ਨੂੰ ਸਹੂਲਤਾਂ ਦੇ ਦਿੱਤੀਆਂ ਜਾਂਦੀਆਂ, ਬਿਜਲੀ ਇੰਨੇ ਯੂਨਿਟ ਫ੍ਰੀ, ਬਿਜਲੀ ਇੰਨੀ ਸਸਤੀ। ਇਹ ਪਹਿਲੇ ਸਾਲ ਤੋਂ ਕਿਉਂ ਨਹੀਂ ਸ਼ੁਰੂ ਹੋਣਾ ਚਾਹੀਦਾ? ਜਦੋਂ ਤੁਸੀਂ ਦੁਕਾਨ ਇਹਦੇ ਸਿਰ ਦੇ ਉੱਤੇ ਸਜਾਉਣੀ ਹੈ ਵੀ ਆਹ ਰੇਟ ਤੇ ਅਸੀਂ ਮਾਲ ਦੇਵਾਂਗੇ, ਗਾਹਕ ਨੂੰ ਆਪਣੇ ਵੱਲ ਖਿੱਚਣਾ ਹੀ ਉਸ ਤਰੀਕੇ ਹੈ, ਫਿਰ ਉਹ ਪਹਿਲੇ ਦਿਨ ਤੋਂ ਕਿਉਂ ਨਹੀਂ ਸ਼ੁਰੂ? ਲੋਕਾਂ ਨੂੰ ਹਰ ਵੇਲੇ ਧੋਖਾ ਦੇਣਾ। ਪਰ ਲੋਕੀ ਮੈਨੂੰ ਲੱਗਦਾ ਕਿ ਐਤਕੀ ਨਵਾਂ ਤਜਰਬਾ ਕਰ ਰਹੇ ਨੇ ਇਹਨਾਂ ਦੋਵਾਂ ਤੋਂ ਮਤਲਬ ਛੁਟਕਾਰਾ ਪਾਉਣ ਲਈ, ਚਾਹੇ ਉਹਦੇ 'ਚ ਕਿਸਾਨ ਹੋਣ, ਚਾਹੇ ਉਹਦੇ 'ਚ ਆਮ ਆਦਮੀ ਪਾਰਟੀ ਆ ਜਾਏ, ਚਾਹੇ ਉਹਦੇ 'ਚ BJP ਆ ਜਾਏ। BJP ਔਰ ਕਿਸਾਨ, ਇਹਨਾਂ ਨੂੰ ਕਿੰਨੇ % ਵੋਟ ਪੈਂਦੀ ਲੱਗ ਰਹੀ ਹੈ ਤੁਹਾਨੂੰ? ਕਿਉਂਕਿ ਲੋਕਾਂ ਨਾਲ ਗੱਲਬਾਤ ਹੋਈ ਹੋਣੀ ਹੈ। ਦੇਖੋ, ਮੈਂ ਇੱਕ ਚੀਜ਼ ਨੂੰ ਮੰਨ ਕੇ ਚੱਲੋ, ਅੱਜ ਤੁਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਬਹੁਤ ਨਾਮ ਬਣਾਇਆ, ਤੁਹਾਡਾ ਚੈਨਲ ਵਧੀਆ ਚੱਲਦਾ ਹੋਊਗਾ, ਇੱਕਦਮ ਤੁਸੀਂ ਟਰੈਕ ਚੇਂਜ ਕਰਕੇ ਆ ਜਾਓ ਕਿ ਮੈਂ ਚੋਣ ਲੜ ਲੈਣੀ, ਇੱਕਦਮ ਤੁਸੀਂ ਟਰੈਕ ਚੇਂਜ ਕਰਕੇ ਆ ਜਾਓ ਕਿ ਮੈਂ ਫਲਾਣੀ ਦੁਕਾਨ ਕਰ ਲੈਣੀ ਹੈ, ਉਹ ਐਡੀ ਛੇਤੀ ਮਤਲਬ ਕਾਮਯਾਬ ਨਹੀਂ। ਉਹਦੇ ਲਈ ਤੁਹਾਨੂੰ ਪਲੈਨਿੰਗ ਕਰਨੀ ਚਾਹੀਦੀ ਸੀ। ਜਿਹੜੀ ਕਿਸਾਨ ਆਗੂਆਂ ਦੀ ਇੱਜ਼ਤ ਸੀਗੀ ਉਹ ਅੰਦੋਲਨ ਕਰਕੇ ਬਹੁਤ ਜ਼ਿਆਦਾ ਸੀਗੀ, ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ। ਮਤਲਬ ਉਹ ਅੰਦੋਲਨ
ਇਸ ਤਰੀਕੇ ਮਤਲਬ ਦੁਨੀਆ ਦੀ ਨਿਗਾਹ ਦੇ ਵਿੱਚ ਚੜ੍ਹਿਆ ਤੇ ਇਸ ਤਰੀਕੇ ਦੀ ਹਮਦਰਦੀ ਸੀਗੀ। ਤੁਸੀਂ ਕਾਂਗਰਸੀ ਹੋ ਤੇ ਤਾਂ ਵੀ ਸਪੋਰਟ ਕੀਤੀ, ਮੈਂ ਅਕਾਲੀ ਸੀਗਾ ਤੇ ਮੈਂ ਤਾਂ ਨੇ ਸਪੋਰਟ ਕੀਤੀ, ਬਿਲਕੁਲ ਕੀਤੀ। ਮਤਲਬ ਇਹਦੇ ਵਿੱਚੋਂ ਐਟ ਏ ਟਾਈਮ ਤੁਸੀਂ ਐਲਾਨ ਕਰ ਦਿੱਤਾ। ਫਿਰ ਜਦੋਂ ਬੰਦਾ ਕੋਈ ਆਪਣੀ ਗੱਲ ਤੋਂ ਫਿਰਦਾ ਹੈ ਨਾ, ਹੁਣ ਚੋਣਾਂ ਹੋ ਚੁੱਕੀਆਂ, ਹੁਣ ਮੈਨੂੰ ਬੋਲਣ ਦੇ ਵਿੱਚ ਇਹ ਨਹੀਂ ਕਿ ਕਿਸੇ ਨੂੰ ਫਾਇਦਾ ਹੋਊਗਾ ਕਿਸੇ ਨੂੰ ਨੁਕਸਾਨ ਹੋਊਗਾ, ਹੁਣ ਵੋਟਾਂ ਪੈ ਚੁੱਕੀਆਂ। ਜਦੋਂ ਤੁਸੀਂ ਕਿਸਾਨ ਉੱਥੇ ਮਤਲਬ ਬੈਠੇ ਸੀਗੇ ਤੇ ਦੇਖੋ ਹਰ ਬੰਦੇ ਨੂੰ ਹੁੰਦਾ ਕਿ ਮੇਰੀ ਚੌਧਰ ਚਮਕੇ, ਮਤਲਬ ਇਹ ਆਪਾਂ ਹਿਊਮਨ ਨੇਚਰ ਹੈ, ਇਹਦੇ ਤੋਂ ਤੁਸੀਂ ਜਿੰਨਾ ਮਰਜ਼ੀ ਕੋ ਕਹੀ ਜਾਵੇ ਵੀ ਮੈਂ ਭਲੇ ਲਈ ਕੰਮ ਕਰਦਾ ਆਹ ਕਰਦਾ, ਹਰ ਬੰਦੇ ਨੂੰ ਆਪਣੀ ਸ਼ੌਹਰਤ ਚਾਹੀਦੀ ਹੁੰਦੀ। ਉਦੋਂ ਤੁਸੀਂ ਕਹਿੰਦੇ ਸੀ ਕਿ ਸਾਡਾ ਸਿਆਸੀ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ। ਈਵਨ ਮੈਂ 3-4 ਵਾਰੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਆਉਣਾ ਚਾਹੁੰਦਾ ਤੇ ਇਸ ਤਰੀਕੇ ਟਰਕਾਇਆ ਜਾਂਦਾ ਵੀ ਸਿਆਸੀ ਬੰਦੇ ਨਹੀਂ ਬਣ ਦਿੱਤੇ ਜਾਣੇ। ਉਸ ਤੋਂ ਬਾਅਦ ਇੱਕਦਮ ਹੀ ਤੁਸੀਂ ਮਤਲਬ ਸਿਆਸੀ ਬਣ ਜਾਂਦੇ ਹੋ। 15 ਦਿਨ ਪਹਿਲਾਂ ਤੁਹਾਡੀਆਂ ਸਟੇਟਮੈਂਟ ਆਉਂਦੀਆਂ ਨੇ ਕਿ ਅਸੀਂ ਬਣਨਾ ਹੀ ਨਹੀਂ। ਲੋਕ ਤੁਹਾਨੂੰ ਕੀ ਰਿਸਪੌਂਸ ਦਿੰਦੇ ਨੇ ਤੇ ਮੈਨੂੰ ਕੋਈ ਬਹੁਤਾ ਵਧੀਆ ਰਿਸਪੌਂਸ ਲੱਗਦਾ ਨਹੀਂ ਕਿ ਐਵੇਂ ਮੈਂ ਕੱਢਣ ਨੂੰ ਤਾਂ ਮੈਨੂੰ ਥੱਲੇ ਗਾਲਾਂ ਕੱਢੀ ਜਾਣਗੇ ਲੋਕ, ਪਰ ਮੈਂ ਜੋ ਮੈਨੂੰ ਦਿਖ ਰਿਹਾ ਕਿ ਬਹੁਤਾ ਵਧੀਆ ਰਿਸਪੌਂਸ ਮੈਨੂੰ ਨਜ਼ਰ ਆਉਣਾ ਨਹੀਂ। ਬੀਜੇਪੀ ਨੇ ਕਾਨੂੰਨ ਜਿਹੜੇ ਰੱਦ ਕੀਤੇ, ਇਹ ਉਹਨਾਂ ਨੂੰ ਉਹ ਸੋਚਣਾ ਚਾਹੀਦਾ ਸੀ ਕਿ ਜਦੋਂ ਅੰਦੋਲਨ ਚੱਲਿਆ ਜਾਂ ਤੇ ਉਦੋਂ ਹੀ ਉਹਨੂੰ ਕਰ ਦਿੰਦੇ। ਇੱਕਦਮ ਇਲੈਕਸ਼ਨ ਆਉਂਦੀ ਹੈ, ਮਹੀਨਾ ਪਹਿਲਾਂ ਉਹ ਰੱਦ ਕੀਤੇ ਜਾਂਦੇ ਨੇ ਤੇ ਲੋਕਾਂ ਦਾ ਮਨ ਇੱਕਦਮ ਤੁਸੀਂ ਨਹੀਂ ਬਦਲ ਸਕਦੇ। ਇਹ ਕੋਈ ਗੋਲੀ ਥੋੜੀ ਹੈ ਕਿ ਮੈਂ ਤੁਹਾਨੂੰ ਖਵਾਤੀ ਤੇ ਤੁਹਾਡਾ ਰਾਤੋਂ ਰਾਤ ਮਨ ਬਦਲ ਜੂਗਾ। ਉਹਨਾਂ ਨੂੰ ਵੀ ਹੁਣ ਦੇਖੋ, ਮੈਨੂੰ ਲੱਗਦਾ ਹੈ ਕਿ ਜਿਵੇਂ ਮੋਦੀ ਸਾਹਿਬ ਗੁਰਦੁਆਰੇ ਜਾਂਦੇ ਨੇ ਜਾਂ ਮਤਲਬ ਇਹ ਸਿੱਖ ਕੌਮ ਨੂੰ ਖੁਸ਼ ਕਰਨ ਦੀਆਂ ਬਹੁਤ ਕੋਸ਼ਿਸ਼ ਕਰਦੀਆਂ ਨੇ। ਆਉਣ ਵਾਲੇ ਸਮੇਂ 'ਚ ਕੀ ਉਹਨੂੰ ਪੂਰ ਪੈਂਦਾ, ਕੀ ਉਹਨੂੰ ਬੂਰ ਲੱਗਦਾ, ਮਤਲਬ ਅੱਗੋਂ ਕਿਸੇ ਦੀ ਸਰਕਾਰ ਜਿਹਦੀ ਵੀ ਆਵੇ ਤੇ ਉਹਨਾਂ ਦਾ ਰਵੱਈਆ ਪੰਜਾਬ ਪ੍ਰਤੀ ਤਾਂ ਵੀ ਇਹੋ ਰਹੂਗਾ ਤੇ ਫਿਰ ਤੇ ਕੋਈ ਸਮਝਿਆ ਜਾ ਸਕਦਾ ਕਿ ਯਾਰ ਉਹਨਾਂ ਦੀ ਜਿਹੜੀ ਸੋਚ ਹੈ ਉਹ ਸਾਫ਼ ਸੁਥਰੀ ਹੈ ਪੰਜਾਬ ਲਈ। ਤੇ ਜੇ ਸਿਰਫ ਇਹ ਵੋਟਾਂ ਕਰਕੇ ਸੀਗਾ ਤੇ ਫਿਰ ਇਹ ਕੋਈ ਚੰਗਾ, ਅੱਗੋਂ ਵੀ ਕੋਈ ਚੰਗਾ ਨਹੀਂ ਲੱਗਦਾ ਮੈਨੂੰ ਵੀ ਹੋਊਗਾ। ਮੈਂ ਚਾਹੁੰਦਾ ਥੋੜੀ ਜਿਹੀ ਈਸਟ ਦੀ ਗੱਲ ਕਰ ਲਈ, ਫਿਰ ਬਾਕੀ ਹਲਕਿਆਂ ਦੀ ਵੀ ਥੋੜਾ ਅੰਮ੍ਰਿਤਸਰ ਬਾਰੇ ਗੱਲਬਾਤ ਕਰਦੇ ਹਾਂ। ਕੀ ਹੋ ਰਿਹਾ, ਕੀ ਬਦਲਾਅ ਆਉਣ ਦਾ ਲੱਗ ਰਿਹਾ। ਵਿਕਰਮ ਮਜੀਠੀਆ ਕਹਿੰਦੇ ਇੱਥੋਂ ਦੀਆਂ ਸੜਕਾਂ ਐਵੇਂ ਦੀਆਂ ਲੱਗ ਰਹੀਆਂ ਜਿਵੇਂ ਕੋਈ ਕਾਬਲ ਕੰਧਾਰ ਦੇ ਵਿੱਚ ਕਹਿੰਦੇ ਬੰਬ ਸਿੱਟਿਆ ਹੋਇਆ ਹੁੰਦਾ। ਕਹਿੰਦੇ ਇਹਨਾਂ ਨੂੰ ਬਦਲਣਾ, ਮੈਂ ਇਹ ਮਾਡਲ ਲੈ ਕੇ ਆਇਆ ਤੇ ਵਿਜ਼ਨ ਕਹਿੰਦੇ ਮੇਰਾ ਕਮਾਲ ਦਾ ਹੋਊਗਾ। ਜੇ ਮੈਂ ਜਿੱਤ ਗਿਆ, ਸਰਕਾਰ ਆਉਂਦੀ ਹੈ ਤਾਂ ਫਿਰ ਦੇਖੋ ਕੀ ਹੁੰਦਾ ਇੱਥੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉੱਥੇ ਮਤਲਬ ਡਿਵੈਲਪਮੈਂਟ ਨਹੀਂ ਹੋਈ ਕਿਉਂਕਿ ਸਿੱਧੂ ਸਾਹਿਬ ਬੜੇ ਹੰਕਾਰੇ ਤੇ ਇਲਾਕੇ ਦੇ ਵਿੱਚੋਂ ਗਾਇਬ ਰਹੇ। ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅੱਜ ਵੀ ਤੁਸੀਂ ਦੇਖ ਰਹੇ ਹੋ ਵੀ ਉਹਨਾਂ ਕੋਈ ਕਾਉਂਸਲਰ ਉਹਨੂੰ ਛੱਡ ਕੇ ਗਿਆ, ਉਹਦੇ ਘਰ ਅੱਗੇ ਥੁੱਕਣ ਡਏ ਨੇ। ਮਤਲਬ ਇੱਕ ਪੋਲੀਟੀਸ਼ੀਅਨ ਵਾਲੇ ਗੁਣ ਨਹੀਂ ਹੈਗੇ ਉਹਨਾਂ ਦੇ ਵਿੱਚ। ਮੈਂ ਤੇ ਅੱਗੇ ਵੀ ਇੱਕ ਦਿਨ ਕਿਹਾ ਸੀਗਾ। ਚਲੋ ਦੱਸੋ, ਸਿੱਧੂ ਹੈ ਹੀ ਵਾਕਈ ਇੰਨੇ ਸ਼ਰੀਫ, ਕਹਿੰਦੇ ਕਿ ਇਮਾਨਦਾਰ ਜਾਂ ਸਿੱਧੇ ਨੇ, ਜਾਂ ਫਿਰ ਕੀ ਲੱਗਦਾ ਤੁਹਾਨੂੰ? ਦੇਖੋ, ਮੈਂ ਵਿਕਰਮ ਜੀ ਇੱਕ ਗੱਲ ਚੈਲੰਜ ਨਾ ਕਹਿਣਾ ਤੁਹਾਨੂੰ, ਮੈਂ ਨਾ ਝੂਠ ਬੋਲਿਆ। ਜਿੱਥੇ ਕੋਈ ਬੰਦਾ ਚੰਗਾ ਉਹਨੂੰ ਮੈਂ ਚੰਗਾ ਵੀ ਕਹਿ ਦੇਣਾ, ਜਿੱਥੇ ਕੋਈ ਮਾੜਾ ਉਹਨੂੰ ਮੈਂ ਮਾੜਾ ਵੀ ਕਹਿ ਦੇਣਾ। ਜੇ ਤੇ ਉਹ ਕਹਿਣ ਬਹੁਤ ਮਹਾਨ ਹੈ, ਮੇਰੀ ਉਹਨਾਂ ਨਾਲ ਲੜਾਈ ਸ਼ੁਰੂ ਤੋਂ ਇਹ ਚੱਲਦੀ ਹੈ ਕਿ ਸਿਰੇ ਦੇ ਤੁਸੀਂ ਤੇ ਤੁਹਾਡੀ ਵਾਈਫ ਕਰਪਟ ਹੋ। ਮਤਲਬ ਮੈਂ ਤੇ ਅੱਗੇ ਇੱਕ ਦਿਨ ਕਿਹਾ ਸੀਗਾ, ਮੈਂ ਕਿਹਾ ਯਾਰ ਤੁਸੀਂ ਕਹਿੰਦੇ ਅਸੀਂ ਪੈਸੇ ਨਹੀਂ ਲੈਂਦੇ ਤੇ ਕੁੱਤੇ ਕਦੋਂ ਦੇ ਵੈਸ਼ਨ ਹੋ ਗਏ। ਮਤਲਬ ਇਹ ਪੋਸੀਬਲ ਨਹੀਂ ਹੈਗਾ। ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਮੈਨੂੰ 5 ਮਿੰਟ ਦਾ ਸਮਾਂ ਦੇ ਦਿਓ ਸਿੱਧੂ ਸਾਹਿਬ, ਤੇ ਮੈਂ ਜਿਹੜੇ ਲੋਕ ਮੈਨੂੰ ਸੁਣਦੇ ਹੋਣਗੇ ਜਾਂ ਜਿਹੜੇ ਲੋਕ ਮੈਂ ਤੁਹਾਡਾ ਜਿਨ੍ਹਾਂ ਦੇ ਵਿੱਚ ਵਿਰੋਧ ਕਰਦਾ, ਮੈਂ ਤੁਹਾਡੀ ਕੋਠੀ ਬਹਿ ਕੇ ਸੋਲੇ ਗਾਊਂਗਾ। ਸੋ ਇਮਾਨਦਾਰੀ ਦੀਆਂ ਗੱਲਾਂ ਸਾਡੇ ਨਾਲ ਨਾ ਕਰਿਆ ਕਰੋ। ਮੇਰੇ ਕੋਲ ਬਹੁਤ ਸਾਰੇ ਪ੍ਰੂਫ ਤੇ ਤੁਹਾਡੀਆਂ ਬਹੁਤ ਸਾਰੀਆਂ ਰਿਕਾਰਡਿੰਗਸ ਨੇ ਵੀ ਕਿਹੜੇ ਕੰਮਾਂ 'ਚ ਤੁਸੀਂ ਪੈਸੇ ਲੈਂਦੇ ਹੋ। ਮੈਂ ਉਹਨਾਂ ਚੀਜ਼ਾਂ ਨਹੀਂ, ਮੈਂ ਕਹਿੰਦਾ ਪੋਲੀਟੀਸ਼ੀਅਨ ਸਾਰੇ ਹੀ ਕਰਪਟ ਨੇ। ਪਰ ਮੇਰੀ ਇੱਕ ਪੋਲੀਟੀਸ਼ੀਅਨ ਨੂੰ ਬੇਨਤੀ ਹੈ ਕਿ ਯਾਰ 95% ਤੁਸੀਂ ਸਮਾਜ ਦਾ ਕੰਮ ਕਰੋ ਨਾ, 5% ਤੁਸੀਂ ਆਪਣੇ ਲਈ ਕਰੋ ਤੇ ਤੁਹਾਡੀ ਇੱਕ ਪੀੜ੍ਹੀ ਭੁੱਖੀ ਨਹੀਂ ਮਰ ਸਕਦੀ। ਪਰ ਇੱਥੇ ਉਲਟਾ ਹੁੰਦਾ, 5% ਆਪਣੇ ਲਈ 5% ਸਮਾਜ ਲਈ ਕੀਤਾ ਜਾਂਦਾ, 95% ਆਪਣਾ ਕਾਰੋਬਾਰ ਵਧਾਉਣ ਲਈ ਕੰਮ ਕੀਤਾ ਜਾਂਦਾ। ਇਹ ਬਦਕਿਸਮਤੀ ਹੈ। ਤੇ ਜਿਹੜਾ 5 ਕੀਤਾ ਜਾਂਦਾ ਨਾ ਸਮਾਜ ਲਈ, ਉਹਨੂੰ 95 ਕਰਕੇ ਵਿਖਾਇਆ ਜਾਂਦਾ। ਜਿੱਦਾਂ ਤੁਸੀਂ ਆ ਸੋਸ਼ਲ ਮੀਡੀਆ ਦੇ ਉੱਤੇ ਹੁਣ ਗਾਣੇ ਚੱਲਦੇ, ਵੀਰ ਸੁਖਬੀਰ ਤੇ ਉਹ ਸੜਕਾਂ ਪੁਲ ਵਿਖਾਉਂਦੇ ਫਿਰਦੇ, ਉਹ ਖਾਣੇ ਨੇ ਅਸੀਂ। ਮਤਲਬ ਇਸ ਤਰੀਕੇ ਦੀ ਮਤਮਾਨ ਦਾ ਵੀ ਗਾਣਾ ਚੱਲ ਰਿਹਾ, ਸੁਣਿਆ? ਮੈਂ ਦੱਸਦਾ ਜੀ ਸਾਰਿਆਂ ਦਾ ਹੀ, ਜਿਹੜੇ ਵੀ ਨੇ ਵੀ ਅਸੀਂ ਦਿੱਲੀ 'ਚ ਆਹ ਕੀਤਾ, ਅਸੀਂ ਆਹ ਕੀਤਾ, ਬੀਜੇਪੀ ਕਹਿੰਦੀ ਆਹ ਕੀਤੀ ਆ। ਮੈਂ ਉਸ ਗੱਲ ਤੇ ਵੀ ਆਉਣ ਲੱਗਾ ਵੀ ਸੋ ਇਮਾਨਦਾਰੀ ਦੀਆਂ ਗੱਲਾਂ ਨਾ ਕੀਤੀਆਂ ਜਾਣ। ਪਰ ਮੈਂ ਇੱਕ ਗੱਲ ਕਹਿੰਦਾ, ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਸਿਆਸਤ ਸੇਵਾ ਸਮਝ ਕੇ ਕਰਨੀ ਚਾਹੀਦੀ ਆ। ਇੱਥੇ ਉਲਟਾ ਚੱਲਦਾ, ਇਹ ਸਿਆਸਤ ਨੂੰ ਵਪਾਰ ਸਮਝ ਕੇ ਚੱਲਦੇ ਨੇ। ਸੈਕੰਡਰੀ ਜਿਹੜੀ ਚੀਜ਼ ਇਹਨਾਂ ਦਾ ਵਪਾਰ ਹੋਣਾ ਚਾਹੀਦਾ, ਉਹਨੂੰ ਪ੍ਰਾਇਮਰੀ ਰੱਖਦੇ ਨੇ। ਸਿਆਸਤ ਨੂੰ ਟੂਲ ਵਜੋਂ ਵਰਤਿਆ ਜਾਂਦਾ ਆਪਣਾ ਕਾਰੋਬਾਰ ਵਧਾਉਣ ਲਈ। ਉਹਦੇ 'ਚ ਸਿੱਧੂ ਸਾਹਿਬ ਵੀ ਸ਼ਾਮਲ ਨੇ, ਉਹ 'ਚ ਵਿਕਰਮ ਮਜੀਠੀਆ ਵੀ ਸ਼ਾਮਲ ਨੇ। ਹੁਣ ਤੁਹਾਡੀ ਮੈਂ ਮਾਰਕੀਟਿੰਗ ਦੀ ਗੱਲ ਕਰਨ ਲੱਗਾ ਕਿ ਇੱਕ ਗਾਣਾ ਆਉਂਦਾ ਵੀਰ ਸੁਖਬੀਰ, ਬੱਚਾ ਉਹਨੂੰ ਗਾ ਰਿਹਾ, ਚਾਹੇ ਉਹ ਕਾਂਗਰਸੀ ਦਾ ਬੱਚਾ, ਚਾਹੇ ਉਹ ਮਤਲਬ ਅਕਾਲੀਆਂ ਦਾ ਬੱਚਾ, ਚਾਹੇ ਉਹ ਭਾਜਪਾ ਵਾਲਿਆਂ ਦਾ ਬੱਚਾ। ਕਈ ਗਾਣੇ ਵਿਕਰਮ ਜੀ ਇਹੋ ਜਿਹੇ ਹੁੰਦੇ ਨੇ ਕਿ ਤੁਹਾਡੇ ਮਨ ਨੂੰ ਇੱਕਦਮ ਉਹਦਾ ਪੋਜੀਸ਼ਨ ਵਧੀਆ ਲੱਗਦੀ ਹੈ ਕਿਸੇ ਨੂੰ। ਜਾਂ ਤੁਸੀਂ ਮੈਂ ਹੁਣ ਸੁਣਦਾ ਸੀਗਾ ਉਹ ਗਾਣਾ ਨਾ, ਅੱਜ ਕੱਲ੍ਹ ਬੜਾ ਟਰੈਂਡ 'ਚ ਹੈ, ਉਹ ਕੱਚਾ ਬਦਾਮ, ਜਿਹਦੇ 'ਚੋਂ ਲੜਕੇ ਐਂ ਡਾਂਸ ਕਰਦੇ ਬਾਂਹ ਲਾ ਕੇ। ਇੱਕ ਗਾਣਾ ਚੱਲਦਾ ਹੈ ਕਿ ਉਹ ਤੇਰੀ ਝਲਕ ਸ਼ਰਫੀ, ਮਤਲਬ ਉਹਨਾਂ ਲੋਕਾਂ ਨੂੰ ਵੋਟਾਂ ਪਾ ਦਈਏ। ਇਸ ਤਰੀਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੁਖਬੀਰ ਜੀ ਉਹ ਗਾਣੇ 'ਚ ਕੀ ਵਿਖਾਉਂਦੇ ਨੇ, ਕੇਜਰੀਵਾਲ ਆਪਣੇ ਉਹ ਗਾਣਿਆਂ 'ਚ ਵਿਖਾਉਂਦੇ ਹੋਣਗੇ ਮੈਡੀਕਲ, ਸੜਕਾਂ ਬਣਾਈਆਂ ਮੈਂ,
ਪੁਲ ਬਣਾਏ ਮੈਂ, ਇਹ ਸਮੇਂ ਦੀ ਲੋੜ ਸੀਗੀ ਯਾਰ। ਅਸੀਂ ਲੋਕਾਂ ਨੇ ਟੈਕਸ ਦਿੱਤੇ ਤੇ ਉਹ ਪੁਲ ਬਣੇ। ਤੁਹਾਨੂੰ ਕੋਈ ਪੈਸਾ ਬਾਹਰੋਂ ਡਿੱਗ ਥੋੜੀ ਰਿਹਾ ਕਿ ਸਮਾਨ ਦੇ ਉੱਤੋਂ ਵਰ ਰਿਹਾ ਪੈਸਾ। ਇਹ ਸਮੇਂ ਦੀ ਲੋੜ ਦੇ ਅਨੁਸਾਰ ਤੁਹਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵਧੀਆ ਹੋਣਾ। ਇਹਨਾਂ ਚੀਜ਼ਾਂ, ਇਹਨੂੰ ਡਿਵੈਲਪਮੈਂਟ ਕਹਿੰਦੇ ਹੋ, ਇਹ ਕੰਸਟਰਕਸ਼ਨ ਹੈ। ਸੜਕਾਂ ਨਾਲੀਆਂ ਕੰਸਟਰਕਸ਼ਨ ਹੈ, ਤੁਹਾਡੇ ਪੁਲ ਬਣਨੇ ਡਿਵੈਲਪਮੈਂਟ। ਤੇ ਤੁਹਾਡੀ ਹਿਊਮਨ ਡਿਵੈਲਪਮੈਂਟ ਹੋਣੀ ਚਾਹੀਦੀ, ਤੁਹਾਡੇ ਮੈਡੀਕਲ 'ਚ ਸੁਧਾਰ, ਤੁਹਾਡੀ ਐਜੂਕੇਸ਼ਨ 'ਚ ਸੁਧਾਰ, ਤੁਹਾਡੀ ਸੁਰੱਖਿਆ ਦੇ ਵਿੱਚ ਸੁਧਾਰ, ਤੁਹਾਡੇ ਬੱਚਿਆਂ ਦੇ ਕਾਰੋਬਾਰ ਦੇ ਵਿੱਚ ਸੁਧਾਰ, ਉਹਨਾਂ ਦਾ ਕਾਰੋਬਾਰ ਵਧੇ ਫੁੱਲੇ, ਨੌਕਰੀਆਂ ਮਿਲਣ। ਇਹਨਾਂ ਚੀਜ਼ਾਂ ਦੇ ਉੱਤੇ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ ਗੱਲ ਮੈਂ ਈਸਟ, ਕਹਿੰਦੇ ਮੇਰਾ ਪੰਜਾਬ ਮਾਡਲ ਹੈ, ਇਹ ਪੰਜਾਬ ਮਾਡਲ 'ਚ ਚੀਜ਼ਾਂ ਹੋਣਗੀਆਂ ਸ਼ਾਮਲ। ਤੇ ਤੁਸੀਂ ਅੱਜ ਈਸਟ ਉਹਦਾ ਹਲਕਾ ਵੇਖਿਆ, ਮਤਲਬ ਇਹ ਵਿਕਰਮ ਤੇ ਕਹਿੰਦਾ 18 ਸਾਲਾਂ ਤੋਂ। ਦੇਖੋ 18 ਤੋਂ ਨਹੀਂ ਹੈਗਾ, ਪਿਛਲੇ ਵਾਰੀ ਉਹਦੀ ਵਾਈਫ ਰਹੀ ਹੈ ਤੇ ਐਤਕੀ ਪਿਛਲੇ 5 ਸਾਲ ਹੋ ਰਿਹਾ। 10 ਸਾਲਾਂ ਤੋਂ ਉਸ ਹਲਕੇ ਦੇ ਉੱਤੇ ਉਹਨਾਂ ਦਾ ਕਬਜ਼ਾ ਸੀਗਾ। ਉਹਦੇ ਵਿੱਚ ਹੀ ਕੋਈ ਮਾਡਲ ਬਣਾ ਕੇ ਵਿਖਾ ਦਿੰਦੇ। ਸਿੱਧੂ ਸਾਹਿਬ ਬੇਹੱਦ ਹੰਕਾਰੇ ਹੋਏ ਮਤਲਬ ਬੰਦੇ ਨੇ। ਉਹ ਵਿਕਰਮ ਮਜੀਠੀਏ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਟਿਕਟ ਮਿਲ ਜਾਂਦੀ, ਉਹਦੇ ਵਿੱਚ ਵਿਕਰਮ ਹੋਣੀ ਹੁੰਦੇ, ਤੁਹਾਡਾ ਕੈਮਰਾਮੈਨ ਹੁੰਦਾ, ਮਨਦੀਪ ਸਿੰਘ ਮੰਨਾ ਹੁੰਦਾ, ਤੇ ਸਿੱਧੂ ਦੀ ਪਲਟੀ ਲੱਗ ਸਕਦੀ ਸੀ। ਹੁਣ ਜੋ ਮੈਂ ਮਹਿਸੂਸ ਕਰਦਾ, ਤੇ ਜਦੋਂ ਸਿੱਧੂ ਨਾਲ ਲੋਕ ਇਹਦੀ ਤੁਲਨਾ ਕਰਦੇ ਨੇ ਤੇ ਇਹ ਬਹੁਤ ਜ਼ਿਆਦਾ ਗੰਦਾ, ਮਤਲਬ ਇਹ ਸਿਰੇ ਦਾ ਗੁੰਡਾ, ਮਤਲਬ ਇਹ ਸਿਰੇ ਦੇ ਵੱਡੇ ਡਾਕੂ ਨੇ। ਮੈਂ ਤਾਂ ਕਿਹਾ ਸੀਗਾ, ਤੂੰ ਕਹਿੰਦਾ ਨਾ ਕਿ ਮੈਂ ਮੇਰੇ ਤੇ ਪਰਚਾ ਨਜਾਇਜ਼ ਹੋਇਆ, ਤੇ ਵਿਕਰਮ ਮਜੀਠੀਆ ਚਲੋ ਸਹੁੰ ਨੇਮ ਤੇ ਗੱਲ ਮੁੱਕਦੀ ਹੈ। ਸਾਡੇ ਕੋਲ ਤੇ ਹੋਰ ਕੋਈ ਸਾਧਨ ਨਹੀਂ ਹੈਗਾ। ਆਪਣੇ ਤੇਰੇ 2 ਬੇਟੇ ਨੇ, ਪ੍ਰਮਾਤਮਾ ਉਹਨਾਂ ਦੀ ਉਮਰ ਲੰਮੀ ਕਰੇ, ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਹਦੇ ਵੀ 10 ਸਾਲ ਲੋਕਾਂ ਦੇ ਉੱਤੇ ਪਰਚੇ ਦਰਜ ਨਹੀਂ ਕਰਾਏ ਨਜਾਇਜ਼, ਤੂੰ ਬਿਨਾਂ ਵਜ੍ਹਾ ਪਰਚੇ ਦਰਜ ਨਹੀਂ ਕਰਾਏ। 10 ਸਾਲ ਤੇਰੇ ਘਰ ਰੇਤਾ ਦਾ ਪੈਸਾ ਨਹੀਂ ਆਇਆ। ਤੇ ਮੈਂ ਤੇਰੀ ਗੱਲ ਮੰਨ ਲੈਣਾ, ਜਿਹੜੇ ਲੋਕ ਸਮੈਕ ਦਾ ਕਾਰੋਬਾਰ ਕਰਦੇ ਸੀਗੇ ਉਹਨਾਂ ਲੋਕਾਂ ਨੂੰ ਤੇਰੀ ਪੁਸ਼ਤ ਪਨਾਈ ਨਹੀਂ ਰਹੀ, ਉਹਨਾਂ ਨੂੰ ਤੂੰ ਗਨਮੈਨ ਨਹੀਂ ਦਿੱਤੇ। ਬੜਾ ਕਲੀਅਰ ਕਿਹਾ ਹਰਸਿਮਰਤ ਬਾਦਲ ਹੋਣਾ ਨੇ, ਉਹ ਕਹਿੰਦੇ ਕਿ ਜੇ ਮੇਰੇ ਭਰਾ ਦਾ 1% ਵੀ ਚਿੱਟੇ ਜਾਂ ਇਸ ਦੇ ਵਿੱਚ ਹੋਵੇ ਤਾਂ ਕੱਖ ਨਾ ਰਹੇ। ਬੜੇ ਭੈਣ ਲਈ ਗੱਲ ਕਹਿਣੀ ਬਹੁਤ ਵੱਡੀ ਹੁੰਦੀ ਹੈ, ਇਹ ਗੱਲ ਕਹੀ ਹੈ ਹਰਸਿਮਰਤ ਬਾਦਲ ਨੇ। ਮੈਂ ਉਹਦੀ ਭੈਣ ਦੇ ਲਫ਼ਜ਼ ਦਰਾਉਣ ਲੱਗਾ ਜੀ, ਆਪਣੇ ਸਤਿਕਾਰਯੋਗ ਭੈਣ ਜੀ ਦੇ। ਉਹ ਕਹਿੰਦੇ ਨੇ ਕਿ ਜੇ ਮੇਰੇ ਭਰਾ ਨੇ ਇੰਨਾ ਜਿੰਨਾ ਵੀ ਨਸ਼ਾ ਵੇਚਿਆ ਹੋਵੇ ਤੇ ਸਾਡਾ ਕੱਖ ਨਾ ਰਵੇ। ਤੇ ਮੈਂ ਕਦੋਂ ਕਹਿੰਦਾ ਵੀ ਵਿਕਰਮ ਮਜੀਠੀਆ TVS ਮੋਪੜ ਲਈ ਫਿਰਦਾ ਸੀ ਤੇ ਉਹਦੇ ਉੱਤੇ ਪੁੜੀਆਂ ਵੰਡਦਾ ਫਿਰਦਾ ਸੀਗਾ, ਗਲੀ ਗਲੀ ਜਾ ਕੇ ਤੇ ਉਹਦੇ ਪੈਸੇ ਇਕੱਠੇ ਕਰਦਾ ਫਿਰਦਾ ਸੀਗਾ। ਵਿਕਰਮ ਮਜੀਠੀਆ ਦਾ ਕਸੂਰ ਕੀ ਉਸ ਨਸ਼ੇ ਦੇ ਵਿੱਚ? ਜਿਹੜੇ ਲੋਕ ਨਸ਼ੇ ਦੇ ਸਮਗਲਰ ਸੀਗੇ, ਹੋ ਸਕਦਾ ਇਹਨੂੰ ਨਾ ਪਤਾ ਹੋਵੇ ਉਹ ਸਮਗਲਰ ਨੇ। ਜਦੋਂ ਇਹਦੀ ਕੋਠੀ ਆ ਕੇ ਰਹਿੰਦੇ ਸੀਗੇ, ਬਾਹਰੋਂ ਇਹਨੂੰ ਫੋਨ ਕਰਦੇ ਸੀ, ਇਹ ਉਹਨਾਂ ਦੀ ਆਓ ਭਗਤ ਕਰਦਾ ਸੀਗਾ, ਉਹਨਾਂ ਕੋਲੋਂ ਫੰਡ ਲੈਂਦਾ ਸੀਗਾ। ਦੇਖੋ ਪੋਲੀਟੀਸ਼ੀਅਨ ਦਾ ਕੰਮ ਆ, ਕੋਈ ਵੀ ਫੰਡ ਦੇਣ ਆਇਆ, ਭਾਵੇਂ ਮੈਂ ਵੀ ਹੋਵਾਂ, ਫੜ ਹੀ ਲੈਂਦੇ ਤੇ ਫੰਡ ਨੂੰ ਐਂ ਪੈਂਦੇ ਜਿਸ ਤਰ੍ਹਾਂ ਮਤਲਬ ਕੁੱਤਾ ਹੱਡੀ ਨੂੰ ਪੈਂਦਾ, ਵੀ ਜਿਹੜਾ ਮਰਜ਼ੀ ਹੋਵੇ। ਤੁਸੀਂ ਉਹਦੇ ਕੋਲੋਂ ਫੰਡ ਲੈ ਲਏ ਉਹਨਾਂ ਬੰਦਿਆਂ ਕੋਲੋਂ। ਕਦੀ ਉਹਨਾਂ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ ਕਿ ਬੰਦੇ ਕੀ ਕਰਦੇ ਨੇ? ਉਹ ਵੀ ਗੱਲ ਛੱਡ ਦਿਓ, ਤੁਹਾਡਾ ਨਹੀਂ ਫਰਜ਼ ਹੈਗਾ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਸਿਕਿਉਰਿਟੀਜ਼ ਦਿੱਤੀਆਂ, ਉਹਨਾਂ ਨੂੰ ਪਾਇਲਟ ਗੱਡੀਆਂ ਦਿੱਤੀਆਂ, ਉਹਨਾਂ ਨੂੰ ਆਪਣੇ ਸਰਕਾਰੀ ਘਰ ਵਰਤਣ ਲਈ ਦਿੱਤੇ, ਉਹਨਾਂ ਨੂੰ ਤਾਮ ਝਾਮ ਸਾਰਾ ਖੜਾ ਕੀਤਾ ਕਿ ਉਹਨਾਂ ਦੀਆਂ ਗੱਡੀਆਂ ਦੀ ਤਲਾਸ਼ੀ ਨਾ ਹੋਵੇ। ਜਿਹੜਾ ਤੰਤਰ ਤੁਹਾਡੇ ਅੰਡਰ ਆਉਂਦਾ ਸੀਗਾ, ਜਿਹਦੇ ਉੱਤੇ ਤੁਹਾਡੀ ਪਕੜ ਸੀਗੀ, ਉਹਦੀ ਦੁਰਵਰਤੋਂ ਤੇ ਤੁਸੀਂ ਕੀਤੀ ਨਾ, ਉਹਦੀ ਦੁਰਵਰਤੋਂ ਤੇ ਤੁਸੀਂ ਕਰਾਈ ਨਾ। ਇਹ ਵੀ ਸਹੁੰ ਖਾਓ। ਮੈਂ ਉਹਦੀ ਭੈਣ ਨੂੰ ਕਹਿੰਦਾ ਵੀ ਇਹ ਵੀ ਸਹੁੰ ਖਾ, ਆਪਣੇ ਭਰਾ ਨੂੰ ਦਰਬਾਰ ਸਾਹਿਬ ਲੈ ਜਾਓ ਨਾਲ, ਆਪਣਾ ਬਾਲ ਬੱਚਾ ਲੈ ਕੇ ਚੜ੍ਹ ਜਾਓ ਕਿ ਜਿਨ੍ਹਾਂ ਲੋਕਾਂ ਨੇ ਸਮੈਕ ਦਾ ਕਾਰੋਬਾਰ ਕੀਤਾ, ਤੁਹਾਨੂੰ ਪਤਾ ਹੈਗਾ ਜਾਂ ਨਹੀਂ ਪਤਾ ਹੋ ਗਿਆ, ਮੈਂ ਉਹਦੇ ਵਿੱਚ ਨਹੀਂ ਪੈਂਦਾ, ਉਹਨਾਂ ਲੋਕਾਂ ਦੀ ਪੁਸ਼ਤ ਪਨਾਈ ਕੀਤੀ ਕਿ ਨਹੀਂ ਕੀਤੀ, ਉਹਨਾਂ ਨੂੰ ਪੰਜਾਬ ਦੀ ਸਰਕਾਰ ਦੀਆਂ ਸਹੂਲਤਾਂ ਦਿੱਤੀਆਂ ਕਿ ਨਹੀਂ ਦਿੱਤੀਆਂ। ਇਹ ਸਹੁੰ ਖਾ ਜਾਓ। ਤੇ ਮੈਂ ਤੈਨੂੰ ਕਹਿੰਦਾ, ਮੈਂ ਸਭ ਤੋਂ ਵੱਧ ਤੇਰੇ ਲਈ ਪ੍ਰਚਾਰ ਕਰੂੰਗਾ ਵੀ ਯਾਰ ਤੇਰਾ ਨਸ਼ੇ ਦੇ ਵਿੱਚ ਕੋਈ ਰੋਲ। ਸਾਨੂੰ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ ਵੀ ਇਸ ਕਰੈਕਟਰ ਦੇ ਬੰਦੇ ਨੇ, ਇਹ ਵੀ ਹੋ ਸਕਦਾ। ਮੈਂ ਫਿਰ ਤੁਸੀਂ ਪੈਸੇ ਕਿਸ ਗੱਲ ਦੇ ਲੈ ਰਹੇ ਹੋ? ਤੁਹਾਡੇ ਖਾਤਿਆਂ 'ਚ ਪੈਸੇ ਆ ਰਹੇ ਨੇ ਬਿਨਾਂ ਵਜ੍ਹਾ, ਤੁਸੀਂ ਕਿਸੇ ਕੋਲੋਂ ਜਾਣੇ ਪਛਾਣੇ। ਮੈਂ ਇੱਕ ਚੀਜ਼ ਮੰਨ ਲੈਣਾ, ਤੁਸੀਂ ਮੈਨੂੰ ਮਿਲਣ ਆਉਂਦੇ ਹੋ, ਜਿੰਨੇ ਮਰਜ਼ੀ ਮੇਰੇ ਯਾਰ ਦੋਸਤ ਬਣ ਜਾਓ, ਜਿੰਨਾ ਮਰਜ਼ੀ ਮੈਨੂੰ ਤੁਸੀਂ ਫੰਡ ਦੇ ਦਿਓ, ਜੇ ਤੁਹਾਨੂੰ ਮੈਂ ਆਪਣੇ ਫੋਨ ਦੇ ਨਾਲ ਤੇ ਆਪਣੀ ਤਾਕਤ ਦੇ ਨਾਲ ਗਨਮੈਨ ਦਵਾ ਰਿਹਾ ਤੇ ਮੈਂ ਕਸੂਰਵਾਰ ਨਹੀਂ ਹੈਗਾ। ਮਤਲਬ ਕਿਸ ਬੇਸ ਦੇ ਉੱਤੇ ਮੈਂ ਮਤਲਬ ਵਿਕਰਮ ਨੂੰ ਗਨਮੈਨ ਦਵਾ ਰਿਹਾ ਜਾਂ ਉਹਨੂੰ ਸਰਕਾਰੀ ਤੰਤਰ ਨਾਲ ਖਿਲਵਾੜ ਕਰਨ ਦੀ ਸਹੂਲਤ ਦੇ ਰਿਹਾ ਵਾਂ? ਮੈਨੂੰ ਇਹ ਦੱਸੋ ਕਿ ਸਿੱਧੂ ਵਰਸਸ ਮਜੀਠੀਆ ਦੀ ਲੜਾਈ ਦਾ ਨੁਕਸਾਨ ਕਿਹਨੂੰ ਹੈ, ਫਾਇਦਾ ਕਿਹਨੂੰ ਹੈ, ਕੀ ਲੱਗਦਾ? ਦੇਖੋ ਸਿੱਧੂ ਉੱਥੋਂ ਕਲੀਅਰਲੀ ਹਰਦਾ ਸੀਗਾ ਜੇ ਵਿਕਰਮ ਮਜੀਠੀਆ ਉੱਥੋਂ ਇਲੈਕਸ਼ਨ ਨਾ ਲੜਦਾ। ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਅੱਜ ਦੀ ਤਰੀਕ 'ਚ ਮੇਰੀ ਨੋਟ ਕਰ ਲਓ ਤੁਸੀਂ ਗੱਲ, 10 ਤਰੀਕ ਨੂੰ ਰਿਜ਼ਲਟ ਆਉਣਾ ਨਾ, ਮੁਕਾਬਲਾ ਸਿੱਧੂ ਦਾ ਤੇ ਆਮ ਆਦਮੀ ਪਾਰਟੀ ਦਾ ਹੋਊਗਾ। ਵਿਕਰਮ ਮਜੀਠੀਆ ਨੂੰ ਤਾਂ ਮੈਂ ਕਿਹਾ ਤੂੰ ਇੱਜ਼ਤ ਮਾਨ ਵਾਲੀ ਵੋਟ ਵੀ ਲੈ ਕੇ ਵਿਖਾਓ ਉਸ ਹਲਕੇ 'ਚੋਂ, ਤੈਨੂੰ ਤੇਰੀ ਔਕਾਤ ਤੇ ਤੈਨੂੰ ਤੇਰੀ ਕਰਤੂਤ ਪਤਾ ਲੱਗ ਜੂਗੀ। ਜਿੱਤ ਦਾ ਦਾਅਵਾ ਕਰ ਰਹੇ, ਕਹਿੰਦੇ ਜਿੱਤ ਕੇ ਜਾਊਂਗਾ। ਦੇਖੋ 585 ਕੈਂਡੀਡੇਟ 5 ਪਾਰਟੀਆਂ ਦੇ ਨੇ, ਔਰ ਆਜ਼ਾਦ ਕਿੰਨੇ ਖਲੋਤੇ ਨੇ ਉਹ ਗਿਣਤੀ ਕੋਈ ਨਹੀਂ ਹੈਗੀ। ਉਹ ਸਾਰੇ ਜਿੱਤ ਦਾ ਦਾਅਵਾ ਕਰਦੇ ਨੇ। ਮੈਂ ਇਲੈਕਸ਼ਨ ਲੜੀ ਸੀ ਜੀ, ਮੈਨੂੰ ਵੀ ਜਦੋਂ ਤੱਕ ਰਿਜ਼ਲਟ ਨਹੀਂ ਆਉਂਦਾ ਤੇ ਮੈਂ ਵੀ ਆਪਣੇ ਆਪ ਨੂੰ MLA ਹੀ ਸਮਝਦਾ ਹਾਂ। ਤੇ ਉਹ ਫੀਲਿੰਗ ਚੁੱਕਦਾ ਸੀਗਾ ਤੇ ਪਤਾ ਤੇ ਉਦੋਂ ਲੱਗਦਾ ਵੀ ਜਿੱਦਣ ਤੁਹਾਨੂੰ ਲੋਕ ਮੂੰਹ ਨਹੀਂ ਲਾਉਂਦੇ। ਜੋ ਤੇਰੀਆਂ ਕਰਤੂਤਾਂ ਰਹੀਆਂ, ਜੋ ਤੁਸੀਂ ਮਤਲਬ 10 ਸਾਲ ਇਸੇ ਸ਼ਹਿਰ ਦੀ ਗੱਲ, ਤੈਨੂੰ ਸ਼ਹਿਰ ਵੱਲ ਮੂੰਹ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਤੈਨੂੰ ਪਤਾ ਸੀਗਾ ਕਿ ਤੂੰ 10 ਸਾਲ ਸ਼ਹਿਰ ਨਾਲ ਕੀ ਸਲੂਕ ਕੀਤਾ। ਮੈਂ ਤਾਂ ਕਿਹਾ ਸੀਗਾ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ, ਉਹ ਸ਼ਹਿਰ ਵੱਲ ਨੂੰ ਭੱਜਦਾ। ਤੇਰੀ ਸਿਆਸੀ ਮੌਤ ਆ ਗਈ, ਮੈਂ ਤੁਹਾਨੂੰ ਦੱਸ ਦੇਵਾਂ। ਆਹ ਰਿਜ਼ਲਟ ਆ ਜਾਣੇ ਨੇ ਨਾ ਤੁਹਾਡੇ ਸਾਹਮਣੇ। ਤੂੰ ਇੱਥੇ ਆ ਕੇ ਗਲਤੀ ਕੀਤੀ। ਇਹ ਉਹ ਸ਼ਹਿਰ ਹੈ, ਇੱਥੇ ਕੋਈ ਤੇਰੇ ਬੰਦੇ ਆ ਕੇ ਗੋਲੀ ਚਲਾਉਂਦੇ ਸੀ ਨਾ, ਕਿਸੇ ਦੀ ਲੱਤ 'ਚ ਗੋਲੀ ਵੱਜਦੀ ਸੀ, ਕਿਸੇ ਦੀ ਬਾਂਹ 'ਚ ਗੋਲੀ ਵੱਜਦੀ ਸੀ, ਤੇ ਕਮਿਸ਼ਨਰ ਨੂੰ ਤੇਰਾ ਫੋਨ ਜਾਂਦਾ ਸੀ ਤੇ ਪੁਲਿਸ ਅਫਸਰ ਪਰਚਾ ਦਰਜ ਨਹੀਂ ਸੀ ਕਰ ਸਕਦਾ।
ਤੂੰ ਉਹ ਬੰਦਾ, ਤੇਰੇ ਬੰਦੇ ਇੱਥੇ ਬਿੱਲੇ ਲਾਈ ਫਿਰਦੇ ਸੀ ਮਜੀਠੇ ਵਾਲੇ ਵੀ ਪ੍ਰਾਊਡ ਟੂ ਵੀ ਅਕਾਲੀ, ਤੇ ਜਿਹਦੀ ਮਰਜ਼ੀ ਧੀ ਭੈਣ ਨੂੰ ਛੇੜ ਦਿੰਦੇ ਸੀ। ਉਹ ਥਾਣੇਦਾਰ ਦਾ ਸ਼ਰੇਆਮ ਜਿਹੜਾ ਕਤਲ ਹੋਇਆ, ਜਿਹਦੀ ਬੇਟੀ ਇਹਨਾਂ ਬਾਅਦ ਚੋਂ ਆਪਣੇ ਪਰਦੇ ਪਾਉਣ ਲਈ ਉਹਨੂੰ ਨੌਕਰੀ ਦੇਤੀ, ਆ ਕਰਤਾ ਪਹਿਲਾਂ ਸਾਰੇ ਡਰਾਮੇ। ਇਸ ਤਰੀਕੇ ਦੀ ਤੁਸੀਂ ਗੁੰਡਾਗਰਦੀ, ਲਾ ਐਂਡ ਆਰਡਰ ਨਾਲ ਖਿਲਵਾੜ ਕੀਤਾ। ਲਾ ਐਂਡ ਆਰਡਰ ਨਾਂ ਦੀ ਚੀਜ਼ ਹੀ ਨਹੀਂ। ਉਹ ਜਿਹੜਾ ਤੁਸੀਂ ਗੁੜਤੀ ਕਾਂਗਰਸੀਆਂ ਨੂੰ ਦੇਤੀ, ਇਹ ਕਿੱਥੋਂ ਸਿੱਖੇ ਸੀਗੇ? ਜੀਜਾ ਸਾਲਾ ਚਟਾਲਿਆਂ ਕੋਲੋਂ। ਉਹਨਾਂ ਦੀਆਂ ਇਹ ਆਦਤਾਂ ਹੁੰਦੀਆਂ ਸੀਗੀਆਂ, ਤੇ ਉਹ ਦੇਖ ਲਓ ਅੱਜ ਦੀ ਤਰੀਕ 'ਚੋਂ ਤਬਾਹ ਹੋ ਗਏ। ਹੁਣ ਉਹ ਦੁਸ਼ਯੰਤ ਉਹਨਾਂ ਦਾ ਤੁਰਿਆ ਫਿਰਦਾ ਟੱਬਰ ਕਿੰਨਾ ਚਿਰ ਜੇਲ੍ਹ ਕੱਟ ਕੇ ਆਇਆ। ਸੇਮ ਇਹਨਾਂ ਨੇ ਇਹ ਕੀਤਾ। ਉਹਨਾਂ ਨੇ ਕੀ ਕੀਤਾ ਹਲਕੇ ਵਾਸਤੇ ਫਿਰ? ਜ਼ੀਰੋ। ਮੈਂ ਤੇ ਇੱਕ ਦਿਨ ਕਿਹਾ ਜੀ, ਸਿੱਧੂ ਜਿਹੜਾ ਉਹ ਜਿਹਨੂੰ ਕਹਿੰਦੇ ਆ ਨਾ, ਉਹ ਸਿਆਸੀ ਨਪੁੰਸਕ ਬੰਦਾ ਹੈ, ਉਹ ਸਿਆਸਤ ਦੇ ਕਾਬਿਲ ਹੀ ਨਹੀਂ ਹੈਗਾ। ਮੈਂ ਇਹ ਨਹੀਂ ਗੱਲ ਕਰਦਾ, ਤੁਸੀਂ ਤੁਲਨਾ ਕਰਨ ਦੀ ਗੱਲ ਕੀਤੀ ਕਿ ਇਹ ਬਹੁਤ ਵੱਡਾ ਗੁੰਡਾ। ਮੈਂ ਦੋਵਾਂ ਗੁੰਡਿਆਂ ਦੀ ਤੁਲਨਾ ਕਰ ਰਿਹਾ। ਉਹਦੇ 'ਚ ਇੱਕ ਖਾਸੀਅਤ ਆ, ਉਹਨੇ ਜਾਲੀ ਪਰਚੇ ਤੇ ਨਹੀਂ ਕਰਾਏ ਲੋਕਾਂ ਦੇ ਉੱਤੇ। ਲੁੱਟਣ ਦੇ ਵਿੱਚ, ਹਲਕੇ ਨੂੰ ਇਗਨੋਰ ਕਰਨ ਦੇ ਵਿੱਚ ਜਿੰਨੀ ਤਾਕਤ ਹੈ, ਤੇ ਤੁਸੀਂ ਉਹਦੀ ਵਰਤੋਂ ਕਰਕੇ ਇਲਾਕੇ ਦਾ ਵਿਕਾਸ ਕਰਾਉਂਦੇ। ਸਿੱਧੂ ਦੇ ਇਲਾਕੇ 'ਚ ਪੀਣ ਵਾਲਾ ਪਾਣੀ ਨਹੀਂ, ਲੋਕਾਂ ਦੀਆਂ ਰਸੋਈਆਂ ਦੇ ਵਿੱਚ ਸੀਵਰ ਦਾ ਗੰਦਾ ਪਾਣੀ ਆ ਜਾਂਦਾ। ਮਤਲਬ ਇੰਨੀਆਂ ਨੀਵੀਆਂ ਤੇ ਇੰਨਾ ਉੱਥੇ ਗੰਦ ਪਿਆ। ਮੈਂ ਇਹ ਨਹੀਂ ਕਹਿੰਦਾ ਕਿ ਉਹ ਚੰਗਾ, ਮੈਂ ਤਾਂ ਕਹਿੰਦਾ ਦੋਵੇਂ ਇੱਕ ਤੋਂ ਇੱਕ। ਮੈਂ ਇੱਕ ਦਿਨ ਅੱਗੇ ਉਹ ਕਹਾਣੀ ਸੁਣਾਉਂਦਾ ਹੁੰਦਾ ਨਾ ਵੀ ਕਰੀਏ ਕੀ, ਜਾਈਏ ਕਿੱਥੇ। ਹੁੰਦਾ ਕੀ ਹੈ ਵੀ ਇੱਕ ਬੰਦਾ ਮਾੜਾ, ਇੱਕ ਰਾਜਾ ਸੀਗਾ, ਉਹ ਬਹੁਤ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਸੀ। ਜੇ ਕੋਈ ਬੰਦਾ ਮਰ ਜਾਂਦਾ ਸੀਗਾ ਤੇ ਉਹਦੇ ਮੂੰਹ ਦੇ ਵਿੱਚ ਨਾ ਇੱਕ ਠੀਪਾ ਪਾਇਆ ਜਾਂਦਾ ਸੀ, ਵਿਕਰਮ ਜੀ, ਉਹ ਕੱਢ ਲੈਂਦਾ ਹੁੰਦਾ ਸੀ ਉਹਨਾਂ ਦੇ ਵਿੱਚੋਂ। ਉਹਦੀ ਡੈਥ ਹੋ ਜਾਂਦੀ ਆ ਤੇ ਉਹਦਾ ਬੇਟਾ ਜਿਹੜਾ ਉਹ ਰਾਜਾ ਬਣਦਾ, ਉਹ ਆਪਣੇ ਕਿਸੇ ਦਰਬਾਰੀ ਨਾਲ ਸਲਾਹ ਕਰਦਾ ਵੀ ਯਾਰ ਮੇਰੇ ਫਾਦਰ ਨੂੰ ਦੁਨੀਆ ਗਾਲਾਂ ਬੜੀਆਂ ਕੱਢਦੀ ਆ, ਕੋਈ ਤਰੀਕਾ ਹੈਗਾ ਕਿ ਉਹ ਹੁਣ ਦੁਨੀਆ ਤੋਂ ਚਲੇ ਵੀ ਗਿਆ, ਲੋਕ ਉਹਨੂੰ ਚੰਗਾ ਕਹਿਣਾ ਸ਼ੁਰੂ ਕਰ ਦੇਣ। ਉਹ ਦਰਬਾਰੀ ਜਿੱਦਾਂ ਭਰਤਿੰਦਰ ਚਹਿਲ ਸੀਗਾ, ਕੈਪਟਨ ਅਮਰਿੰਦਰ ਸਿੰਘ ਦਾ, ਉਹਦੇ ਵਰਗਾ ਸਿਆਣਾ ਸੀਗਾ। ਕਹਿੰਦਾ ਜੀ ਇਹ ਕਿਹੜੀ ਗੱਲ ਹੈ, ਤੁਹਾਡਾ ਫਾਦਰ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਠੀਪਾ ਕੱਢਦਾ ਸੀਗਾ। ਤੁਸੀਂ ਇੱਕ ਕੰਮ ਕਰੋ ਕਿ ਮੂੰਹ ਦੇ ਵਿੱਚੋਂ ਕੋਇਨ ਵੀ ਕੱਢਿਆ ਕਰੋ, ਤੇ ਉਹ ਲਾਸ਼ ਦੇ ਛਿੱਤਰ ਮਾਰ ਕੇ ਤੇ ਫਿਰ ਨੱਪਿਆ ਕਰੋ। ਤੇ ਲੋਕੀ ਕਹਿਣਾ ਸ਼ੁਰੂ ਹੋ ਗਏ ਯਾਰ ਇਹਦੇ ਨੂੰ ਤੇ ਇਹਦਾ ਪਿਓ ਚੰਗਾ ਸੀਗਾ। ਸੋ ਇਹੋ ਤੁਲਨਾ ਇੱਥੇ ਹੋਈ ਵੀ ਜਦੋਂ ਵਿਕਰਮ ਦਾ 10 ਸਾਲ ਜ਼ੁਲਮ ਵੇਖਿਆ ਤੇ ਲੋਕੀ ਕਹਿੰਦੇ ਵੀ ਯਾਰ ਸ਼ਾਇਦ ਇਹਦੇ ਨੂੰ ਤੇ ਇਹ ਚੰਗਾ। ਇਸ ਤਰੀਕੇ ਦੇ ਸਾਡੇ ਹਾਲਾਤ ਬਣੇ ਨੇ। ਇੱਕ ਦਿਨ ਮੈਂ ਅੱਗੇ ਵੀ ਇੱਕ ਗੱਲ ਸੁਣਾਈ ਸੀ ਕਿ ਇੱਕ ਹੋਸਟਲ ਦੇ ਵਿੱਚ ਨਾ, ਮਤਲਬ ਰੋਜ਼ ਕੜੀ ਚੌਲ ਬਣਦੇ ਨੇ, ਤੇ ਉੱਥੇ 100 ਸਟੂਡੈਂਟ ਜਿਹੜਾ ਹੋਸਟਲ ਦੇ ਵਿੱਚ ਰਹਿੰਦਾ ਹੁੰਦਾ, 20 ਬੰਦੇ ਸਿਰਫ ਕੜੀ ਚੌਲ ਪਸੰਦ ਕਰਦੇ ਨੇ। 80 ਜਿਹੜੇ ਬੱਚੇ ਹੁੰਦੇ ਉਹ ਪਸੰਦ ਨਹੀਂ ਕਰਦੇ ਵੀ ਕੜੀ ਚੌਲ। ਉਹ ਵਾਰਡਨ ਨੂੰ ਸ਼ਿਕਾਇਤ ਕਰਦੇ ਨੇ ਕਿ ਯਾਰ ਅਸੀਂ ਤੇ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ, ਕੜੀ ਚੌਲ ਨੂੰ, ਤੇ ਇਹ ਕੋ ਬਣਾਏ ਜਾਂਦੇ ਆ। ਉਹ ਵਾਰਡਨ ਕਹਿੰਦੀ ਜੀ ਵੋਟਾਂ ਪਵਾ ਲਓ ਫਿਰ। ਅੱਛਾ ਜੀ, ਅਗਲੇ ਦਿਨ ਵੋਟਾਂ ਪੈ ਜਾਂਦੀਆਂ। ਜਿਹੜੇ ਤੇ ਕੜੀ ਚੌਲ ਵਾਲੇ ਹੁੰਦੇ 20, ਉਹ ਤੇ 20 ਟਕਾ ਕੇ ਕੜੀ ਚੌਲ ਦੇ ਉੱਤੇ ਮੋਹਰ ਲਾਉਂਦੇ ਨੇ। ਜਿਹੜੇ ਰਹਿ ਜਾਂਦੇ 80, ਉਹ 15 ਕੁ ਡੋਸੇ ਨੂੰ, 15 ਕੁ ਮਾਂਹ ਦੀ ਦਾਲ ਨੂੰ, 15 ਕੁ ਚਪਾਤੀਆਂ ਨੂੰ ਵੰਡੀਆਂ ਜਾਂਦੀਆਂ। ਇਹੋ ਹਾਲਾਤ ਮਤਲਬ ਇੱਥੇ ਬਣਨੇ ਨੇ। ਖੀਰ ਕੜੀ ਚੌਲ ਹੀ ਖਾਣੇ ਪੈਂਦੇ ਨੇ। ਸੋ ਇਹੋ ਜਿਹੇ ਹਾਲਾਤ ਪੰਜਾਬ ਦੇ ਨਾ ਬਣਨ ਵੀ ਅੱਕ ਕੇ ਇਹੋ ਲੋਕ ਹੀ ਖਾਏ ਜਾਣ। ਤੁਸੀਂ ਦੇਖੋ ਇੱਥੇ ਇਲੈਕਸ਼ਨ ਆਈ ਆ, ਤੁਸੀਂ ਹੁਣ ਈਸਟ 'ਚ ਵੇਖਿਆ ਕਿ ਬਿਕਰਮ ਮਜੀਠੀਆ ਨੂੰ ਇੰਨਾ ਭੰਡ ਰਿਹਾ, ਉਹ ਉਹਨੂੰ ਮਤਲਬ ਇੱਦਾਂ ਦੀਆਂ। ਤੁਸੀਂ ਦੇਖੋ 1 ਮਹੀਨਾ, ਅੱਜ ਤੁਸੀਂ ਵੀ ਆਏ ਹੋ, ਤੁਹਾਨੂੰ ਮੇਨ ਲੱਗਦਾ ਕਿ ਹੌਟ ਸੀਟ ਜਿਹੜੀ ਉਹ ਈਸਟ ਬਣ ਗਈ। ਸਾਰਾ ਮੀਡੀਆ ਇੱਥੇ ਟੁੱਕਿਆ, ਸਾਰੀ ਮਤਲਬ ਅਖਬਾਰਾਂ ਨੇ ਇਹ ਸੁਰਖੀਆਂ ਬਣਿਆ। ਇੱਕ ਤੁਸੀਂ ਇਹਨਾਂ ਦੋਵਾਂ ਬੰਦਿਆਂ ਨੇ ਇੰਨਾ ਘਾਣ ਕੀਤਾ। ਇਲੈਕਸ਼ਨ ਦੇ ਦਿਨਾਂ 'ਚ ਤੁਹਾਡੇ ਵੱਡੇ ਵੱਡੇ ਮੁੱਦੇ ਤੁਹਾਡੇ ਸਾਹਮਣੇ ਆਉਣੇ ਹੁੰਦੇ ਸੀਗੇ, ਬੇਅਦਬੀ, ਨਸ਼ਾ, ਡਿਵੈਲਪਮੈਂਟ, ਬੇਰੁਜ਼ਗਾਰੀ, ਮਤਲਬ ਇਹੋ ਜਿਹੇ ਮੁੱਦੇ ਤੁਹਾਡੇ ਸਾਹਮਣੇ ਨਹੀਂ ਆਉਣ ਦਿੱਤੇ। ਤੁਸੀਂ ਦੋਵਾਂ ਨੇ, ਉਹ ਕੁੱਤਾ ਅੱਜ ਉਹਨੂੰ ਕਹਿ ਰਿਹਾ ਉਹ ਲੰਡੂ ਬੰਦਾ, ਫਲਾਣਾ ਬੰਦਾ, ਇਹਨਾਂ ਚੀਜ਼ਾਂ ਨਾਲ ਕੀ ਮਿਆਰ ਕਿੱਥੇ ਜਾ ਰਿਹਾ? ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਸਿਆਸਤਦਾਨ ਆਪਣੇ ਆਪ ਨੂੰ ਸੁਲਝੇ ਹੋਏ ਕਹਿਣ ਵਾਲੇ, ਇਹ ਮਿਆਰ ਹੈ ਸਿਆਸਤ ਦਾ? ਤੁਸੀਂ ਮੈਨੂੰ ਇੱਕ ਚੀਜ਼ ਦੱਸਣਾ ਵਿਕਰਮ ਜੀ, ਆਹ ਹੁਣ ਤੁਸੀਂ ਦੇਖੋ ਸਿੱਧੂ ਦੀ ਭੈਣ ਇਲੈਕਸ਼ਨ ਦੇ ਦਿਨਾਂ 'ਚ ਨਿਕਲ ਆਉਂਦੀ ਹੈ, ਦੋਵੇਂ ਇੱਕੋ ਜਿਹੇ ਨੇ। ਉਹ ਉਹਨੂੰ ਮੈਂ ਤੈਨੂੰ ਆਹ ਕਰ ਦੇਣਾ, ਉਹ ਤੈਨੂੰ ਮੈਂ ਸ਼ੂਪ ਪਿਆਉਂਦਾ ਰਿਹਾ। ਮੈਂ ਤਾਂ ਇੱਕ ਦਿਨ ਇੱਥੇ ਬੋਲਿਆ ਸੀ ਕਿ ਯਾਰ ਜੇ ਉਹਨੇ ਤੈਨੂੰ ਸੂਪ ਪਿਆਇਆ ਚਾਹੇ ਸ਼ੂਪ ਪਿਆਇਆ, ਤੇ ਉਹਨੇ ਤੇਰੀ ਆਓ ਭਗਤੇ ਕੀਤੀ ਨਾ, ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਉਹ ਵੀ ਇਹਨੂੰ ਗਾਲਾਂ ਕੱਢ ਰਿਹਾ, ਵੀ ਤੇ ਅੱਜ ਦਾ ਇੱਕ ਵੀਡੀਓ ਦੇਖਿਆ ਤੁਸੀਂ? ਇੱਕ ਬਿਕਰਮ ਮਜੀਠੀਆ ਔਰ ਨਵਜੋਤ ਸਿੰਘ ਸਿੱਧੂ ਆਮੋ ਸਾਹਮਣੇ ਹੋ ਜਾਂਦੇ ਆ ਬਿਲਕੁਲ ਨਾਲ, ਇਸ ਤਰੀਕੇ ਦੇ ਨਾਲ। ਮਜੀਠੀਆ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ, ਹਾਲ ਚਾਲ ਪੁੱਛਦੇ ਆ। ਵੀਡੀਓ ਦੇਖਿਆ ਤੁਸੀਂ ਕਿ ਨਹੀਂ? ਹਾਂਜੀ ਮੈਂ ਦੇਖਿਆ। ਉਸ ਤੋਂ ਬਾਅਦ ਪੱਤਰਕਾਰ ਨਵਜੋਤ ਸਿੰਘ ਸਿੱਧੂ ਨੂੰ ਪੁੱਛਦਾ ਹੈ ਵੀ ਸਿੱਧੂ ਸਾਹਿਬ ਅੱਜ ਬੜੀ ਦੇਰ ਬਾਅਦ ਤੁਹਾਡਾ ਮਿਲਣਾ ਹੋਇਆ, ਤਾਂ ਕਹਿੰਦਾ ਹਟ ਲੰਡੂ ਬੰਦਾ, ਮੈਂ ਇਹਦੇ ਨਾਲ ਗੱਲ ਕਰਨੀ। ਤੁਸੀਂ ਉਹਦਾ ਲਹਿਜਾ ਦੇਖੋ ਬੰਦੇ ਦਾ, ਉਹਨੂੰ ਤਾਂ ਲੰਡੂ ਕਹਿ ਹੀ ਰਿਹਾ, ਨਾਲ ਪੱਤਰਕਾਰ ਨੂੰ ਹਟ ਜਾ ਪਿੱਛੇ। ਮਤਲਬ ਯਾਰ ਤੁਸੀਂ ਕੀ ਲਹਿਜਾ ਰੱਖਦੇ ਹੋ? ਇਹ ਸਮਾਜ ਨੂੰ ਸੇਧ ਤੇ ਇਹ ਤੁਸੀਂ ਚੀਜ਼ਾਂ ਦੇ ਰਹੇ ਹੋ। ਮੈਨੂੰ ਲੱਗਦਾ ਕਿ ਸਿੱਧੂ ਨੂੰ ਇਸੇ ਚੀਜ਼ ਦਾ ਨੁਕਸਾਨ ਹੋਇਆ ਜ਼ਿਆਦਾ। ਸਿੱਧੂ ਦੀ ਜ਼ੁਬਾਨ ਦਾ ਹੀ ਨੁਕਸਾਨ ਹੋਇਆ। ਮੈਂ ਤੇ ਕਹਿੰਦਾ ਕਿ ਜੇ ਤੁਸੀਂ ਕੋਈ ਗੱਲ ਕਹਿ ਦਿਓ ਤੇ ਉਹਦੇ ਉੱਤੇ ਤੁਹਾਨੂੰ ਖਰੇ ਮਤਲਬ ਉਤਰਨਾ ਚਾਹੀਦਾ। ਤੁਸੀਂ ਦੇਖੋ ਮੈਨੂੰ ਸਾਰੀਆਂ ਪਾਰਟੀਆਂ ਨੇ ਅਪਰੋਚ ਕੀਤੀ। ਇਸ ਵਾਰ ਕੋਈ ਟਿਕਟਾਂ ਦੀ ਕਮੀ ਤਾਂ ਨਹੀਂ ਸੀ। ਮੇਰੇ ਖਿਆਲ ਤੁਸੀਂ ਵੀ ਲੜਨਾ ਚਾਹੁੰਦੇ ਤੇ ਕਿਤੋਂ ਨਾ ਕਿਤੋਂ ਟਿਕਟ ਮਿਲ ਸਕਦੀ ਸੀ।
ਮੈਂ ਹਰ ਮਾਈਕ ਦੇ ਉੱਤੇ, ਹਰ ਮੰਚ ਦੇ ਉੱਤੇ, ਸ਼ਾਇਦ ਤੁਹਾਡੇ ਵੀ ਮੈਂ ਬੋਲਿਆ ਸੀਗਾ ਕਿ ਜਿੰਨੀ ਦੇਰ ਕੋਈ ਪਾਰਟੀ ਚੋਣ ਮੈਨੀਫੈਸਟੋ ਦਾ ਸੋਰਸ ਨਹੀਂ ਦੱਸੂਗੀ ਮੈਂ ਕਿਸੇ ਨੂੰ ਵੀ ਜੁਆਇਨ ਨਹੀਂ ਕਰੂੰਗਾ। ਤੇ ਜੇ ਮੈਂ ਗੱਲ ਹੀ ਫੇਰ ਨਹੀਂ ਹੁੰਦੀ ਤੇ ਮੈਂ ਫੇਰ ਲੈਂਦਾ ਹਾਂਜੀ ਮੈਨੂੰ ਅੰਦਰ ਵੜ ਕੇ ਨਾ ਦੱਸ ਦਿੱਤਾ ਜੀ। ਨਾ ਮੈਂ ਲੋਕਾਂ ਦਾ ਕਦੀ ਵਿਸ਼ਵਾਸ ਤੋੜਿਆ ਤੇ ਨਾ ਮੈਂ ਤੋੜਨਾ। ਇਲੈਕਸ਼ਨ ਮੇਰੇ ਲਈ ਮਤਲਬ ਬਹੁਤ ਜ਼ਿਆਦਾ ਪ੍ਰੈਫਰ ਜਾਂ ਪ੍ਰਾਇਮਰੀ ਨਹੀਂ ਹੈ। ਲੋਕਾਂ ਦਾ ਪਿਆਰ ਮੇਰੇ ਲਈ ਉਹ ਜ਼ਿਆਦਾ। ਕਿਹੜੀਆਂ ਪਾਰਟੀਆਂ ਨੇ ਅਪਰੋਚ ਕੀਤਾ ਟਿਕਟ ਦੇਣ ਲਈ? ਲਓ ਜੀ ਗਿਣ ਲਓ ਹੁਣ ਮੇਰੇ ਕੋਲ। ਸੁਖਬੀਰ ਬਾਦਲ ਜੀ ਆਪਣੇ ਬੰਦੇ ਭੇਜਦੇ ਨੇ ਤੇ ਮੇਰੇ ਨਾਲ ਫੋਨ ਤੇ ਗੱਲ ਕਰਦੇ ਨੇ ਕਿ ਮੀਟਿੰਗ ਹੋ ਸਕਦੀ ਹੈ, ਤੁਹਾਨੂੰ ਰਾਜਾ ਸਾਂਸੀ ਲੜਾ ਦਈਏ, ਤੁਹਾਨੂੰ ਖਡੂਰ ਸਾਹਿਬ ਲੜਾ ਦਈਏ, ਹੋਰ ਕੋਈ ਤੁਹਾਡੀ ਇੱਛਾ ਵਾਲੀ ਟਿਕਟ ਦੇ ਦਈਏ। ਜੇ ਝੂਠ ਬੋਲਣ ਤੇ ਮੈਂ ਸੁਖਬੀਰ ਜੀ ਨੂੰ ਕਹਿੰਦਾ ਵੀ ਤੁਹਾਡੇ ਵੀ 3 ਬੱਚੇ ਨੇ ਤੇ 2 ਮੇਰੇ ਵੀ ਹੈਗੇ, ਮੈਂ ਵੀ ਲੈ ਕੇ ਚੜ ਜੰਨਾ ਵੀ ਆਓ। ਮੈਂ ਕਿਹਾ ਜੀ ਨਹੀਂ, ਮੈਂ ਦੇਖੋ ਮੈਂ ਮੀਟਿੰਗ ਕਰਨ 'ਚ ਮੈਂ ਅੱਗੇ ਵੀ ਕਿਹਾ ਮੈਂ ਕਿਸੇ ਨੂੰ ਗਰੇਜ ਨਹੀਂ ਕਰਦਾ, ਪਰ ਮੇਰੇ ਵਿੱਚ ਇੰਨੀ ਹਿੰਮਤ ਹੈਗੀ ਮੈਂ ਸਾਹਮਣੇ ਬਹਿ ਕੇ ਸਵਾਲ ਕਰ ਸਕਦਾ ਵੀ ਤੁਸੀਂ ਪਿਛਲੇ ਕੀਤੇ 10 ਸਾਲਾਂ ਦਾ ਹਿਸਾਬ ਦੇ ਦਿਓ, ਨਾਲੇ ਤੁਹਾਡੇ ਸਾਲੇ ਦੇ ਹੁੰਦੇ ਆ, ਮੈਂ ਤੁਹਾਡੇ ਨਾਲ ਕੰਮ ਹੀ ਨਹੀਂ ਕਰ ਸਕਦਾ। ਅੱਗੇ ਆ ਜਾਓ, ਕੈਪਟਨ ਅਮਰਿੰਦਰ ਸਿੰਘ ਬਣਾਉਂਦੇ ਨੇ ਆ ਪੰਜਾਬ ਲੋਕ ਕਾਂਗਰਸ। ਉਹ ਪਹਿਲੇ ਦਿਨ ਹੀ ਮੈਨੂੰ ਕਹਿੰਦੇ ਨੇ ਕਿ ਲੰਚ ਕਰਨਾ ਹੈ ਤੇ ਸਿਸਵਾ ਫਾਰਮ ਦੇ ਉੱਤੇ ਮੈਨੂੰ ਸੱਦ ਲੈਂਦੇ ਨੇ। ਕੈਪਟਨ ਹੋਣਾ ਦਾ ਫੋਨ ਆਇਆ? ਮੈਂ ਮਿਲ ਕੇ ਆਇਆ ਜੀ, ਮਤਲਬ ਬੇਟਾ ਇਲੈਕਸ਼ਨ ਲੜਨੀ ਹੈ। ਮੈਂ ਕਿਹਾ ਜੀ ਇਲੈਕਸ਼ਨ ਲੜਨੀ ਤੇ ਹਰ ਬੰਦੇ ਦਾ ਮਤਲਬ ਮਨ ਹੁੰਦਾ, ਪਰ ਮੈਂ ਤੁਹਾਡੇ ਵੱਲੋਂ ਨਹੀਂ ਲੜਨੀ, ਇੱਦਾਂ ਹੀ। ਮੈਨੂੰ ਕਹਿੰਦੇ ਕਾਰਨ? ਮੈਂ ਕਿਹਾ ਸਰ ਜਿੰਨੀ ਬਾਦਲਾਂ ਦੀ ਨੈਗੇਟਿਵਿਟੀ ਉਨੀ ਤੁਹਾਡੀ ਵੀ ਨੈਗੇਟਿਵਿਟੀ ਹੈਗੀ ਹੈ, ਨਾਲੇ ਮੈਂ ਤੁਹਾਨੂੰ ਇਹ ਕਹਿੰਦਾ ਰਿਹਾ ਕਿ ਮੈਚ ਫਿਕਸ ਹੈ, ਔਰ ਮੇਰੇ ਨਾਲ ਮੈਚ ਕਿੱਥੋਂ ਤੱਕ ਫਿਕਸ ਹੁੰਦਾ। ਬਿਕਰਮ ਮਜੀਠੀਆ ਨੂੰ ਇੱਥੇ ਸ਼ਾਇਦ ਇਲੈਕਸ਼ਨ ਲੜਨ ਦੀ ਨੌਬਤ ਹੀ ਨਾ ਆਉਂਦੀ, ਉਹਨੂੰ ਲੋੜ ਹੀ ਨਾ ਪੈਂਦੀ। ਬਿਕਰਮ ਮਜੀਠੀਆ ਸਾਡਾ ਇੱਕ ਕਾਮਨ ਫਰੈਂਡ ਹੈ, ਉਹ IG ਹੈ, ਉਹਦੇ ਰਾਹੀਂ ਮੈਨੂੰ ਮੈਸੇਜ ਭੇਜਦੇ ਨੇ ਕਿ ਤੁਸੀਂ ਈਸਟ ਵਾਲੀ ਜਿਹੜੀ ਉਹ ਆਮ ਆਦਮੀ ਪਾਰਟੀ ਤੋਂ ਟਿਕਟ ਲੜ ਲਓ, ਅਕਾਲੀ ਦਲ ਤੁਹਾਡੇ ਸਾਹਮਣੇ ਡੰਮੀ ਕੈਂਡੀਡੇਟ ਦੇਗਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਚਾਹੇ ਉਹਨਾਂ ਤੋਂ ਹੀ ਲੜ ਲਓ, ਸਾਡੀ ਪਾਰਟੀ ਮੈਂ BJP ਕੋ ਆਪਣੇ ਨਾਂ ਦੇ ਉੱਤੇ ਟਿਕਟ ਲੈ ਲਈ, ਨਵਾਂ ਆਪਣੇ ਖਾਤੇ ਦੇ ਵਿੱਚ ਉਹ ਜਿਹੜੀ ਖਿੱਦੋ ਖੁੰਡੀ ਉਹਨਾਂ ਨੂੰ ਮਿਲੀ ਹੈ, ਜਿਹੜਾ ਕੈਂਡੀਡੇਟ ਕਹੋਗੇ ਉਹਦਾ ਦੇ ਦਾਂਗੇ। ਤੇ ਸਿੱਧੂ ਦਾ ਵਿਰੋਧ ਬਹੁਤ ਜ਼ਿਆਦਾ, ਤੁਸੀਂ ਵੀ ਉੱਥੇ ਜਾ ਕੇ ਵੇਖਿਆ, ਤੇ ਮੈਂ ਸਿੱਧੂ ਨੂੰ ਹਰਾ ਸਕਦਾ ਸੀਗਾ। ਔਰ ਝਾੜੂ ਵਾਲੇ ਅੱਜ ਜਰਨੈਲ ਸਿੰਘ ਹੋਣਾ ਨੇ ਮੇਰੇ ਨਾਲ ਘੱਟੋ ਘੱਟ ਵੀ 6 ਮੀਟਿੰਗਸ ਕੀਤੀਆਂ ਹੋਣਗੀਆਂ ਕਿ ਈਸਟ ਤੋਂ ਤੁਸੀਂ ਇਲੈਕਸ਼ਨ ਲੜੋ। ਮੇਰੀ ਉਹਨਾਂ ਨਾਲ ਪਹਿਲੀ ਸ਼ਰਤ ਇਹ ਰਹੀ ਸੀ ਕਿ ਪਹਿਲਾਂ CM ਫੇਸ ਦੱਸੋ। ਅੱਜ ਤੋਂ ਨਾ ਭਗਵੰਤ ਮਾਨ ਕਹਿ ਦਿੱਤਾ ਨਾ, ਇਹ ਵੀ ਮੇਰੇ ਸਾਹਮਣੇ ਬਹਿ ਜਾਣ। ਇਹ ਤੇ ਸ਼ਰੇਆਮ ਕਹਿੰਦੇ ਸੀਗੇ ਕਿ ਯਾਰ ਇਹ ਸਾਡਾ CM ਫੇਸ ਨਹੀਂ ਹੈਗਾ। ਅਖੀਰ ਤੱਕ ਇਹਨਾਂ ਨੂੰ ਬੰਦਾ ਹੀ ਨਹੀਂ ਲੱਭਾ ਤੇ ਇਹਨਾਂ ਦੀ ਮਜਬੂਰੀ ਬਣ ਗਈ। ਮੈਂ ਦੂਜੀ ਚੀਜ਼ ਉਹਨਾਂ ਨੂੰ ਕਹੀ ਜੀ ਚੋਣ ਮੈਨੀਫੈਸਟੋ ਦਾ ਸੋਰਸ ਦੱਸ ਦਿਓ, ਮੈਂ ਇਲੈਕਸ਼ਨ ਲੜਨੀ ਹੈ। ਮੈਂ ਆਪ ਦਾ ਕੈਂਡੀਡੇਟ ਹੁੰਦਾ, ਇਹ ਦੋਵੇਂ ਜਣੇ ਮੇਰੇ ਕਹਿਣ ਦੇ ਉੱਤੇ ਟਿਕਟਾਂ ਦਿੰਦੇ, ਜਿਹਨੂੰ ਵੀ ਦੇਣੀ ਸੀ ਕਿਸੇ ਡੰਮੀ ਬੰਦੇ ਨੂੰ, ਤੇ ਮੇਰੇ ਲਈ ਤੇ ਉਹ ਇਲੈਕਸ਼ਨ ਲੜਨੀ ਬੜੀ ਸੌਖੀ ਸੀ। ਔਰ ਮੈਂ ਠੋਕ ਵਜਾ ਕੇ ਅੱਜ ਵੀ ਤੁਹਾਡੇ ਮਾਈਕ ਤੇ ਕਹਿਣਾ, ਮੈਂ ਕਿਉਂ ਪਿੱਛੇ ਹਟਿਆ ਨਾ। ਮੈਂ ਜ਼ਿੰਦਗੀ 'ਚ ਕਿਸੇ ਨਾਲ ਮੈਚ ਫਿਕਸ ਕੀਤੇ। ਜਿਹੜੇ ਦੋਸ਼ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਤੇ ਬਾਦਲਾਂ ਦੇ ਉੱਤੇ ਲਾਉਂਦਾ ਰਿਹਾ, ਉਹ ਮੈਂ ਲੋਕਾਂ ਨੂੰ ਤਾਂ ਸ਼ਦਾਈ ਬਣਾ ਸਕਦਾ, ਕਮ ਸੇ ਕਮ ਮੈਂ ਵੀ ਯਾਰ ਆਪਣੇ ਰੱਬ ਨੂੰ ਮੰਨਦਾ, ਕਿਤੇ ਗੁਰਦੁਆਰੇ ਮੰਦਰ ਜਾਂਦਾ। ਇਹ ਚੀਜ਼ਾਂ ਲੋਕਾਂ 'ਚ ਲੁਕੀਆਂ ਨਹੀਂ ਰਹਿ ਸਕਦੀਆਂ। ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਬਾਹਰ ਆਈ ਗਈਆਂ ਨਾ ਵੀ ਕਿਹਦਾ ਮੈਚ ਫਿਕਸ ਹੈ ਤੇ ਕੀ ਕੁਝ ਹੋ ਰਿਹਾ। ਸੋ ਮੈਂ ਇਸ ਪਾਪ ਦਾ ਭਾਗੀ ਬਣਨਾ ਨਹੀਂ ਸੀ ਚਾਹੁੰਦਾ। ਤੇ ਆ BJP ਨੇ ਤੇ ਅੱਜ ਕੱਲ੍ਹ ਤੁਸੀਂ ਦੇਖਿਆ ਹੀ ਸੀਗਾ ਵੀ ਤੁਸੀਂ ਅੱਜ ਪਾਰਟੀ ਛੱਡੋ ਤੇ ਉੱਥੇ ਲੈਟਰ ਪੈਡ ਤੇ ਟੇਬਲ ਦੇ ਉੱਤੇ ਰੱਖ ਕੇ ਬੈਠੇ ਸੀ ਵੀ ਟਿਕਟ ਲੈ ਜਾਓ। ਮਤਲਬ BJP 'ਚ ਮੀਟਿੰਗ ਹੋਈ ਕਿਸੇ ਨਾਲ? ਮੈਨੂੰ ਮਿਲੇ ਨੇ ਜੀ, ਉਹਨਾਂ ਦੇ ਵੱਡੇ ਲੀਡਰ ਵੀ ਮਿਲੇ ਨੇ। ਦੇਖੋ ਮੈਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਵਾਂ, ਮੇਰਾ ਇਹ ਮੰਨਣਾ ਸੀਗਾ ਕਿ ਪੰਜਾਬ 'ਚ ਬਦਲਾਅ ਆਉਣਾ ਚਾਹੀਦਾ। ਨਾ ਅਕਾਲੀ ਆਉਣੇ ਚਾਹੀਦੇ ਨੇ, ਨਾ ਕਾਂਗਰਸ ਆਉਣੀ ਚਾਹੀਦੀ ਹੈ। BJP ਆ ਜੇ ਚਾਹੇ ਆਮ ਆਦਮੀ ਪਾਰਟੀ ਆ ਜੇ, ਕੋਈ ਨਵੇਂ ਆਉਣਗੇ ਯਾਰ। ਕੋਈ ਮਤਲਬ ਇੱਕ ਤੇ BJP ਦਾ ਉੱਤੇ ਕੋਈ ਕੰਟਰੋਲ ਹੋਊਗਾ, ਕੋਈ ਮਤਲਬ ਸੂਬਾ ਸਾਡਾ ਕੀ ਮੰਗਦਾ ਇਸ ਵੇਲੇ? ਲਾਅ ਐਂਡ ਆਰਡਰ ਮੰਗਦਾ, ਸੂਬਾ ਸਾਡਾ ਰੁਜ਼ਗਾਰ ਮੰਗਦਾ, ਸੂਬਾ ਸਾਡਾ ਮਤਲਬ ਸਿਕਿਉਰਿਟੀ ਮੰਗਦਾ, ਸਾਡੇ ਉੱਤੇ ਕਰਜ਼ਾ ਬਹੁਤ ਜ਼ਿਆਦਾ 3 ਲੱਖ ਕਰੋੜ ਦਾ, ਸੂਬਾ ਸਾਡਾ ਸਹੂਲਤਾਂ ਮੰਗਦਾ। ਮੇਰਾ ਇਹ ਮੰਨਣਾ ਸੀਗਾ ਕਿ ਮੋਦੀ ਸਾਹਿਬ ਉੱਥੇ ਆਉਂਦੇ ਤੇ ਵਧੀਆ ਮਤਲਬ ਐਲਾਨ ਕਰਕੇ ਜਾਂਦੇ। ਮੈਨੂੰ ਲੱਗਦਾ ਕਿ ਇਹਨਾਂ ਐਲਾਨਾਂ ਦੇ ਨਾਲ ਜਾਂ ਜੋ ਮੋਦੀ ਪੰਜਾਬ ਨੂੰ ਦੇ ਕੇ ਚੱਲਿਆ ਉਹਦੇ ਨਾਲ ਪੰਜਾਬ ਕੋਈ ਲੀਹ ਦੇ ਉੱਤੇ ਪੈ ਸਕਦਾ, ਤੇ ਮੈਂ ਉਹਨਾਂ ਦੇ ਉੱਤੇ ਵੀ ਜ਼ਰੂਰ ਵਿਚਾਰ ਕਰਦਾ ਜੀ। ਮੈਂ ਤੁਹਾਨੂੰ ਹੁਣ ਵੀ ਇਸ ਮਾਈਕ ਤੋਂ ਕਹਿ ਰਿਹਾ, ਇਸ ਮੰਚ ਤੋਂ ਕਹਿ ਰਿਹਾ ਕਿ ਆਹ ਇਲੈਕਸ਼ਨ ਲੰਘ ਜਾਣੀ ਹੈ। ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ, ਕਾਂਗਰਸ ਦੀ ਬਣਨੀ ਹੈ, ਅਕਾਲੀ ਦਲ ਦੀ ਬਣਨੀ, BJP ਦੀ ਸਰਕਾਰ ਬਣਦੀ ਤੇ ਨਹੀਂ ਨਾ ਨਜ਼ਰ ਆਉਂਦੀ ਤੁਹਾਨੂੰ। ਜੇ ਉਹ ਅਗਲਾ ਸਮਾਂ ਵੀ ਦਾਅਵਾ ਕਰ ਰਹੇ, ਕਹਿੰਦੇ ਬਣਾਵਾਂਗੇ, ਕੈਪਟਨ ਸਾਹਿਬ ਵੀ ਕਹਿ ਰਹੇ ਆ, ਅੱਜ ਬੀਬਾ ਪ੍ਰਨੀਤ ਕੌਰ ਉਹਨਾਂ ਨੇ ਵੀ ਕਹਿਤਾ, ਕਹਿੰਦੇ ਕਿ ਸਰਕਾਰ ਤਾਂ ਬਣੂਗੀ PLC ਦੀ। PLC ਪਹਿਲਾਂ ਮੈਨੂੰ ਅਜੇ ਤੇ ਉਹ ਕਹਿੰਦੇ ਨਾ ਵੀ ਬੱਚਾ ਅਜੇ ਗੁੜਤੀ ਮਿਲੀ ਹੈ, ਹਸਪਤਾਲ 'ਚੋਂ ਛੁੱਟੀ ਨਹੀਂ ਮਿਲੀ ਅਜੇ ਮਾਂ ਨੂੰ, ਤੇ ਸਰਕਾਰ ਕਿੱਥੋਂ ਬਣ ਜਾਣੀ ਆ। ਚਲੋ ਇਹ ਗੱਲਾਂ ਨੇ। ਮੈਂ ਤਾਂ ਤੁਹਾਨੂੰ ਕਿਹਾ ਜੀ 585 ਕੈਂਡੀਡੇਟ, ਮਤਲਬ 8-9 ਹਜ਼ਾਰ ਬੰਦਾ ਇੱਥੇ ਲੜਦਾ ਹੋਊਗਾ, ਯਾਦ ਵੀ ਕਈ ਖਲੋਤੇ ਨੇ, ਔਰ ਹਰ ਬੰਦਾ ਹੀ ਆਪਣੇ ਆਪ ਨੂੰ MLA ਸਮਝ ਰਿਹਾ ਜਦੋਂ ਤੱਕ ਰਿਜ਼ਲਟ ਨਹੀਂ ਆਉਂਦੇ। ਮੈਂ ਤੁਹਾਨੂੰ ਇਹ ਕਹਿਣਾ ਕਿ ਕਿਸੇ ਦੀ ਵੀ ਬਣ ਜੇ, ਚਲੋ PLC ਬਣ ਜੇ। ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਇਸ ਤੋਂ ਬਾਅਦ ਵੀ ਜੇ ਕਿਤੇ ਮੋਦੀ ਸਾਹਿਬ ਦਾ ਪੰਜਾਬ ਪ੍ਰਤੀ ਇੰਨਾ ਪਿਆਰ ਰਹਿੰਦਾ, ਇਹੋ ਜਿਹੀ ਉਦਾਰਤਾ ਰਹਿੰਦੀ ਹੈ, ਤੇ ਹਰ ਪੰਜਾਬੀ ਨੂੰ ਸੋਚਣਾ ਚਾਹੀਦਾ ਵੀ ਯਾਰ ਪੰਜਾਬ ਇਸ ਵੇਲੇ ਸਾਡੇ ਵਿੱਚ ਆਦਤ ਕੀ ਬਣ ਗਈ। ਉਹ ਇੱਥੇ ਆਏ ਨੇ ਜਦੋਂ ਉਹਨੂੰ ਰੈਲੀ ਦੇ ਉੱਤੋਂ ਰੋਕਿਆ ਗਿਆ। ਅਸੀਂ ਪੰਜਾਬੀ ਪਤਾ ਕਿਸ ਕਗਾਰ ਦੇ ਉੱਤੇ ਖੜੇ ਹਾਂ? ਜੇਬਾਂ 'ਚ ਸਾਡੇ ਕੁਛ ਨਹੀਂ ਹੈਗਾ, ਮਤਲਬ ਸੂਬੇ ਦੀ ਜੇਬ 'ਚ ਕੁਛ ਨਹੀਂ ਹੈਗਾ, ਪਰ ਮੁੱਛ ਸਾਡੀ ਇੱਥੇ ਦੀ ਇੱਥੇ ਹੀ ਆ ਵੀ ਵਾਹ ਜੀਣ ਨਹੀਂ ਦੇਣਾ, ਮਾਰ ਦੇਣਾ, ਫਲਾਣਾ ਕਰ ਦੇਣਾ।
ਯਾਰ ਤੁਸੀਂ ਠਰਮੇ ਨਾ ਚੱਲੋ, ਸੂਬਾ ਇਸ ਵੇਲੇ ਵੈਂਟੀਲੇਟਰ ਦੇ ਉੱਤੇ ਹੈ, ਇਹਦੇ ਕੋਲ ਕੁਝ ਨਹੀਂ ਹੈਗਾ, ਇਹਨੂੰ ਮਤਲਬ ਜੋ ਕੁਝ ਦੇਣ ਆਇਆ ਸੀਗਾ ਤੇ ਉਹਦੇ ਕੋਲ ਲੈ ਲੈਂਦੇ। ਮੈਂ ਤਾਂ ਕਿਹਾ ਚਰਨਜੀਤ ਸਿੰਘ ਚੰਨੀ ਤੂੰ ਵਿਰੋਧ ਕਰਾਉਣ ਨਾਲੋਂ, ਚਾਹੇ ਉਹ ਮੋਦੀ ਨੇ ਡਰਾਮਾ ਕੀਤਾ ਚਾਹੇ ਉਹ ਚਰਨਜੀਤ ਚੰਨੀ ਨੇ ਕੀਤਾ, ਮੈਂ ਚਰਨਜੀਤ ਸਿੰਘ ਚੰਨੀ ਦੀ ਜਗ੍ਹਾ ਤੇ ਹੁੰਦਾ ਤੇ ਐਡੀ ਲੰਮੀ ਚੌੜੀ ਡਿਮਾਂਡ ਲੈ ਕੇ ਤੇ ਉਸ ਸਟੇਜ ਦੇ ਉੱਤੇ ਪਹੁੰਚ ਜਾਂਦਾ, ਉੱਥੋਂ ਮਾਈਕ ਤੇ ਬੋਲਦਾ ਜੀ ਮੈਨੂੰ 2 ਮਿੰਟ ਦਿਓ, ਉੱਥੇ ਮੈਂ ਪ੍ਰਧਾਨ ਮੰਤਰੀ ਦਿਹਾੜੇ ਕੱਢਦਾ ਵੀ ਆਹ ਚੀਜ਼ਾਂ ਪੰਜਾਬ ਨੂੰ ਚਾਹੀਦੀਆਂ ਨੇ, ਜੇ ਭਰਾਵਾ ਆ ਗਿਆ ਵਾ ਅੱਗੋਂ ਇਲੈਕਸ਼ਨ ਆ ਸਿਰ ਤੇ ਆਹ ਦੇ ਕੇ ਜਾ ਸਾਰਾ ਕੁਝ, ਸੱਪ ਦੇ ਮੂੰਹ 'ਚ ਕੋੜ ਕਿਰਲੀ ਲਿਆ ਦਿੰਦਾ, ਨਾ ਦਿੰਦਾ ਤੇ ਫਿਰ ਲੋਕ ਗਾਲਾਂ ਕੱਢਦੇ, ਫਿਰ ਤੇ ਉਹਦਾ ਵਿਰੋਧ ਜੈਨੂਅਨ ਸੀਗਾ। ਜੇ ਉਹ ਦੇ ਜਾਂਦਾ ਤੇ ਪੰਜਾਬ ਨੂੰ ਕੁਝ ਨਾ ਕੁਝ ਮਿਲਦਾ। ਆਪਾਂ ਲਿਆ ਵੀ ਕੁਝ ਨਹੀਂ, ਡਰਾਮਾ ਭਾਵੇਂ ਦੋਵਾਂ 'ਚੋਂ ਕਿਸੇ ਨੇ ਵੀ ਕੀਤਾ, ਪੰਜਾਬ ਦਾ ਨੁਕਸਾਨ ਤੇ ਮੰਨਦੇ ਹੋ ਨਾ ਹੋਇਆ ਕਿ ਉਸ ਤੋਂ ਬਾਅਦ ਚੋਣ ਆ ਗਈ, ਐਲਾਨ ਕਰ ਨਹੀਂ ਸੀ ਸਕਦੇ ਜਾਂ ਪੰਜਾਬ ਨੂੰ ਕੁਝ ਦੇ ਨਹੀਂ ਸੀ ਸਕਦੇ। ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਇਕਜੁੱਟ ਹੋਣਾ ਪਊਗਾ ਕਿ ਵਿਕਰਮ ਕੀ ਦੇ ਰਿਹਾ, ਮਨਦੀਪ ਸਿੰਘ ਮੰਨਾ ਕੀ ਦੇ ਸਕਦਾ, ਇਹ ਬੰਦਾ ਕੀ ਦੇ ਸਕਦਾ। ਵੀ ਸਾਡੇ ਸੂਬੇ ਨੂੰ ਲੋੜ ਹੈ ਯਾਰ, ਸਾਨੂੰ ਦਵਾਈ ਦੀ ਲੋੜ ਹੈ, ਸਾਨੂੰ ਮਤਲਬ ਆਕਸੀਜਨ ਦੀ ਲੋੜ ਹੈ, ਉਸ ਚੀਜ਼ ਦੇ ਉੱਤੇ ਆਉਂਦੇ ਨਹੀਂ। ਫੋਕੀ ਆਕੜ ਹੈ ਸਾਡੀ ਵੀ, ਅਸੀਂ ਵਿਰੋਧ, ਮੈਂ ਅੱਗੇ ਤੁਹਾਨੂੰ ਕਿਹਾ ਨਾ, ਈਸਟ ਦੇ ਵਿੱਚ ਜਿੱਥੋਂ ਤੁਸੀਂ ਆਏ ਹੋ, ਪੂਰਬੀ ਦੇ ਵਿੱਚ ਮੇਰੀ ਨਜ਼ਰ 'ਚ ਸਭ ਤੋਂ ਬੈਸਟ ਕੈਂਡੀਡੇਟ ਉੱਥੇ ਉਹ ਜਿਹੜਾ ਜਗਮੋਹਨ ਸਿੰਘ ਰਾਜੂ ਸੀਗਾ। ਮਤਲਬ ਮੇਰਾ ਇਹ ਮੰਨਣਾ ਹੈ ਕਿ ਕੋਈ ਬੰਦਾ ਸੈਕਰੀਫਾਈਸ ਕਰਕੇ ਆਉਂਦਾ, ਜਿਵੇਂ ਇੱਥੇ ਕੁੰਵਰ ਵਿਜੇ ਪ੍ਰਤਾਪ ਨੇ 8-9 ਸਾਲ ਦੀ ਨੌਕਰੀ ਛੱਡੀ ਨਾ, ਇਸ ਤੋਂ ਬਾਅਦ ਉਹ ਕਿੱਦਾਂ ਦਾ ਨਿਕਲਦਾ ਹੋਵੇ ਉਹਦੀ ਫਿਤਰਤ ਹੈ। ਮਤਲਬ ਇੱਕ ਬੰਦੇ ਨੇ ਜੇ ਆਪਣੀ ਨੌਕਰੀ ਛੱਡੀ 8-9 ਸਾਲ ਦੀ, ਇੱਥੇ ਤੇ ਚਪੜਾਸੀ ਦੀ ਨੌਕਰੀ ਨਹੀਂ ਕੋਈ ਛੱਡਦਾ, ਵੋਟ ਉਹਨੂੰ ਪਾਉਣੀ ਬਣਦੀ ਸੀਗੀ। ਕੀ ਲੱਗਦਾ ਕੱਢ ਜਾਣਗੇ? ਮੇਰਾ ਖਿਆਲ ਹੈ ਜੀ ਕੱਢ ਜਾਣਗੇ, ਜਿੰਨਾ ਕੁ ਉਹਨੂੰ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ ਜਾਂ ਜਿੰਨਾ ਕੁ ਬਾਕੀਆਂ ਕੋਲੋਂ ਕਲਪੇ ਸੀਗੇ, ਤੇ ਮੇਰਾ ਦਿਲ ਕਹਿੰਦਾ ਕਿ ਕੱਢ ਜਾਏਗਾ। ਜਗਮੋਹਨ ਸਿੰਘ ਰਾਜੂ ਆਪਣੀ ਨੌਕਰੀ ਛੱਡ ਕੇ ਆਇਆ, ਫਿਰ ਉਹਨੂੰ PM ਜਿਹੜਾ ਸਿੱਧਾ ਟੱਚ 'ਚ ਹੈ ਤੇ ਉਹ ਲੈ ਕੇ ਆਇਆ। ਪਰ ਸਾਨੂੰ ਲੋਕਾਂ ਨੂੰ ਚੱਜ ਦੇ ਬੰਦੇ ਨਾਲ ਕੋਈ ਮਤਲਬ ਨਹੀਂ ਹੈਗਾ। ਸਾਡੇ ਇੱਥੇ ਅਰੁਣ ਜੇਤਲੀ ਇਲੈਕਸ਼ਨ ਲੜਦੇ ਨੇ, ਅਰੁਣ ਜੇਤਲੀ ਦੁਨੀਆ ਨੂੰ ਪਤਾ ਸੀਗਾ ਕਿ ਇਹਨੇ ਜਾਂ ਡਿਫੈਂਸ ਮਿਨਿਸਟਰ ਬਣਨਾ ਜਾਂ ਫਾਈਨਾਂਸ ਮਿਨਿਸਟਰ ਬਣਨਾ ਜੇ ਮੋਦੀ ਦੀ ਸਰਕਾਰ ਆ ਗਈ BJP ਦੀ। ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸੀਗੇ, ਕੋਈ ਮੁਕਾਬਲਾ ਹੈਗਾ ਸੀਗਾ ਜੇਤਲੀ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ? ਅਸੀਂ ਜੇਤਲੀ ਰਾਹ ਦਿੱਤਾ ਵੀ ਠੀਕ, ਅਸੀਂ BJP ਨੂੰ ਨਫ਼ਰਤ ਕਰਦੇ ਹਾਂ। ਉਸ ਤੋਂ ਬਾਅਦ ਇੱਥੇ ਉਹ ਹਰਦੀਪ ਪੁਰੀ ਇਲੈਕਸ਼ਨ ਲੜਦੇ ਨੇ, ਲੋਕਲ ਬੰਦਾ ਸਾਡਾ ਇਲੈਕਸ਼ਨ ਲੜਦਾ। ਕੋਈ ਮੰਨਣ ਚਾਹੁੰਦਾ ਸੀਗਾ ਕਿ ਇੱਕ ਦਿੱਲੀ ਦਾ ਮੰਤਰੀ, ਉਦੋਂ 5 ਸਾਲ ਮੰਤਰੀ ਰਹਿ ਚੁੱਕੇ ਨੇ, ਉਹ ਬੰਦਾ ਇਲੈਕਸ਼ਨ ਲੜ ਰਿਹਾ, ਤੇ ਸਾਨੂੰ ਉਹਦੀ ਕੋਈ ਵਿਜ਼ਨ ਨਾਲ, ਉਹਦੀ ਕਾਬਲੀਅਤ ਨਾਲ ਕੋਈ ਮਤਲਬ ਨਹੀਂ। ਸਾਡਾ ਮੁੱਛ ਦਾ ਸਵਾਲ ਹੈ ਵੀ ਨਹੀਂ ਭਾਈ ਅਸੀਂ ਜਿੱਤਣ ਨਹੀਂ ਦੇਣਾ। ਤੀਜਾ ਹੁਣ ਉਹ ਬੰਦਾ ਵਾ, ਉਹਨੂੰ ਕੋ ਮੈਂ ਤਾਂ ਇੱਕ ਦਿਨ ਕਿਹਾ ਸੀ, ਮੈਂ ਜਗਮੋਹਨ ਸਿੰਘ ਰਾਜੂ ਹੋਣਾ ਨੂੰ ਕਿਹਾ, ਮੈਂ ਕਿਹਾ ਜੀ ਮੇਰੀਆਂ ਬੈਸਟ ਵਿਸ਼ੇਸ ਤੇ ਮੇਰੀ ਇਹ ਦੁਆ ਹੈ, ਮੈਨੂੰ ਨਹੀਂ ਪਤਾ ਤੁਸੀਂ ਜਿੱਤਦੇ ਹੋ ਕਿ ਨਹੀਂ ਜਿੱਤਦੇ, ਪਰ ਮੇਰਾ ਦਿਲ ਕਹਿੰਦਾ ਹੈ ਕਿ ਮੇਰੀ ਦੁਆ ਹੈ ਤੁਹਾਨੂੰ ਕਿ ਇੰਨੀਆਂ ਕੁ ਵੋਟਾਂ ਲੈ ਜਾਓ ਵੀ ਅੰਮ੍ਰਿਤਸਰ ਛੱਡ ਕੇ ਨਾ ਜਾਇਓ। ਨਹੀਂ ਤਾਂ ਬਹੁਤਾ ਮਤਲਬ ਘੱਟ ਬਣੇ ਤੇ ਬੰਦੇ ਦਾ ਮਨ ਹੀ ਟੁੱਟ ਜਾਂਦਾ ਵੀ ਛੱਡੋ ਯਾਰ, ਵੜੋ ਜਾ ਕੇ ਤੇ ਮੈਂ ਚੱਲਿਆ ਵਾਂ। ਸੋ ਇਸ ਤਰੀਕੇ ਸਾਨੂੰ ਚੱਜ ਦੇ ਬੰਦਿਆਂ ਨਾਲ ਕੋਈ ਮਤਲਬ ਨਹੀਂ ਕਿ ਸਾਨੂੰ ਕੋਈ ਦੇਣਾ ਕੀ ਚਾਹੁੰਦਾ ਵਾ। ਪੰਜਾਬ ਦਾ ਪੁੱਤ ਬਣ ਕੇ ਸੈਨੀ ਦਿਓਲ ਆਏ, ਸੈਨੀ ਦਿਓਲ ਵੀ ਦੇਖੋ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ, ਉਹ ਵਿਚਾਰੇ ਜਾਖੜ ਸਾਹਿਬ ਬੈਠੇ ਨੇ। ਦੇਖੋ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਾਖੜ ਦਾ ਤੇ ਸੰਨੀ ਦਿਓਲ ਦਾ ਕੋਈ ਮੁਕਾਬਲਾ ਨਹੀਂ। ਲੋਕਾਂ ਦੀ ਅਕਲ ਦੇ ਉੱਤੇ ਪਰਦਾ ਪਿਆ ਜਦੋਂ ਈਸਟ ਦੀ ਇਲੈਕਸ਼ਨ ਹੋਣੀ ਸੀ ਨਾ, ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਟੇਟਮੈਂਟ ਤੁਸੀਂ ਸੁਣਦੇ ਹੋ ਕਿ ਮੈਂ ਬਹੁਤ ਸਟਰੋਂਗ ਕੈਂਡੀਡੇਟ ਦੇਣਾ। ਜਦੋਂ BJP ਦੇ ਟੱਚ 'ਚ ਆ ਜਾਂਦੇ ਨੇ ਤੇ ਸ਼ਹਿਰ ਦੇ ਵਿੱਚ ਆਮ ਹਵਾ ਚੱਲਦੀ ਸੀ ਕਿ ਅਜੇ ਦੇਵਗਨ ਇਲੈਕਸ਼ਨ ਲੜ ਸਕਦਾ, ਅਕਸ਼ੇ ਕੁਮਾਰ ਇਲੈਕਸ਼ਨ ਲੜ ਸਕਦਾ ਹੈ, ਤੇ ਸਾਡੇ ਲੋਕਾਂ ਨੇ ਇਹ ਨਹੀਂ ਵੇਖਣਾ ਸੀਗਾ ਵੀ ਇੱਥੇ ਕੰਮ ਕਰਨ ਵਾਲਾ ਮੰਨਾ ਹੈ ਜਾਂ ਵਿਕਰਮ ਹੈ, ਉਹਨੂੰ ਵੋਟਾਂ ਨਹੀਂ ਪਾਉਣੀਆਂ। ਇਹਨਾਂ ਚੀਜ਼ਾਂ ਦੇ ਨਾਲ ਹੁਣ ਮੈਨੂੰ ਇੱਕ ਦਿਨ ਕਿਸੇ ਨੇ ਸਵਾਲ ਕੀਤਾ ਕਿ ਦੇਖੋ ਅੱਜ ਵੀ ਲੋਕ ਵਿਕਰਮ ਨਾਲ ਤੇ ਸਿੱਧੂ ਨਾਲ ਕਿੰਨੀ ਨਫ਼ਰਤ ਹੈ, ਮੇਰੇ ਖਿਆਲ ਉੱਥੇ ਜਾਊਗਾ ਤੇ ਲੋਕ ਉਹਦੇ ਨਾਲ ਸੈਲਫੀਆਂ ਕਰਾਉਂਦੇ ਨੇ। ਹਾਲਾਤ ਕੀ ਹੈ ਇੱਥੋਂ, ਤੁਸੀਂ ਮੇਰੇ ਨਾਲ ਬਾਹਰ ਚੱਲੋ, ਆਪਾਂ ਦੋਵੇਂ ਜਾਣੇ ਜਾਂਦੇ ਆ, ਤੇ ਮੈਨੂੰ ਲੱਗਦਾ ਕਿ 2-4 ਬੰਦੇ ਸਾਨੂੰ ਮਿਲਾਉਣਗੇ ਕਿ ਉਹ ਤੁਹਾਨੂੰ ਪਛਾਣ ਲੈਣਗੇ ਜਾਂ ਮੈਨੂੰ ਪਛਾਣ ਲੈਣਗੇ। ਸਾਡੀ ਕੋਈ ਸ਼ਕਲ ਨਾ ਜਾਣਦਾ ਹੋਵੇ, ਭਾਵੇਂ ਅਸੀਂ ਮੰਗਲ ਗ੍ਰਹਿ ਤੋਂ ਆਈ ਹੋਈਏ, ਸਾਡੇ ਨਾਲ ਇੱਥੋਂ ਹੀ ਬਾਹਰ ਨਿਕਲਦੇ ਆ 40-50 ਗਨਮੈਨ ਹੋਣ, ਕੋਈ ਕਮਾਂਡੋ ਐ ਰਫਲਾਂ ਵਾਲੇ ਤੇ ਐਂ ਵਾਲੇ, ਤੇ ਮੇਰੇ ਖਿਆਲ ਸਾਰੇ ਹੀ ਉੱਠ ਕੇ ਸਾਨੂੰ ਮਿਲਣਗੇ। ਵੀ ਇਸ ਤਰੀਕੇ ਦਾ ਜਿਹੜਾ ਪਰਦਾ ਲੋਕਾਂ ਦੇ ਮਨ ਦੇ ਉੱਤੇ ਪਿਆ। ਤੇ ਮੈਂ ਉਦੋਂ ਵੀ ਕਿਹਾ ਸੀਗਾ, ਮੈਂ ਕਿਹਾ BJP ਇਸ ਵੇਲੇ ਇੰਨੀ ਤਾਕਤਵਰ ਪਾਰਟੀ ਹੈ। ਦੇਖੋ ਪੰਜਾਬ ਦੇ ਵਿੱਚ ਨਾ ਝਾੜੂ ਨੂੰ ਅਕਾਲੀ ਰੋਕ ਪਾ ਰਹੇ ਸੀਗੇ, ਨਾ ਕਾਂਗਰਸ ਰੋਕ ਪਾ ਰਹੀ ਸੀ। ਮੋਦੀ ਨੂੰ ਕਿਤੇ ਨਾ ਕਿਤੇ ਕੇਜਰੀਵਾਲ ਤੋਂ ਥ੍ਰੈਟ ਹੈ ਕਿ ਜੇ ਉਹ ਪੰਜਾਬ ਦਾ ਵਿੱਚ CM ਬਣ ਗਿਆ ਤੇ ਇੱਕ ਮਾਡਲ ਨਾ ਉਹ ਸੈੱਟ ਕਰੇ ਤੇ ਮੈਨੂੰ ਖਤਰਾ। ਰਾਹੁਲ ਗਾਂਧੀ ਕੋਲ ਤਾਂ ਢੱਠਦਾ ਹੀ ਨਹੀਂ, ਮਤਲਬ ਰਾਹੁਲ ਗਾਂਧੀ ਤੇ ਦੂਜਾ ਵੀ ਜਨਮ ਲੈ ਲੇ ਜਿਹੜੇ ਉਹਦੇ ਲੱਛਣ ਨੇ, ਤੇ ਉਹ ਢੱਠਦਾ ਨਹੀਂ। ਉਹਨੂੰ ਲੱਗਦਾ ਕਿ ਬੰਦਾ ਉਹਦਾ ਜਿੰਨਾ ਤਾਮ ਝਾਮ ਜਾਂ ਘੇਰਾਬੰਦੀ ਕੀਤੀ ਉਹ BJP ਵੱਲੋਂ ਕੀਤੀ ਗਈ। ਇਹਨਾਂ ਦਿਨਾਂ ਦੇ ਵਿੱਚ ਵੇਖਿਆ ਤੁਸੀਂ BJP ਕਿੰਨੀ ਸਰਗਰਮ ਹੋਈ। UP ਤੱਕ ਛੱਡ ਕੇ ਪੰਜਾਬ ਦੇਸ਼ ਦਾ ਪ੍ਰਧਾਨ ਮੰਤਰੀ ਸਾਰੇ ਇੱਥੇ ਤੁਰੇ ਫਿਰਦੇ ਨੇ, ਕਿਉਂਕਿ UP ਦੇ ਵਿੱਚ ਜੇ ਖਲੇਸ਼ ਆ ਵੀ ਜਾਂਦਾ ਤੇ ਉਹ ਐਡਾ ਥ੍ਰੈਟ ਪ੍ਰਧਾਨ ਮੰਤਰੀ ਵਾਲਾ ਨਹੀਂ ਹੈਗਾ ਜਿੱਡਾ ਮਤਲਬ ਕੇਜਰੀਵਾਲ ਵੀ ਸਿਰੇ ਦਾ, ਜਿੱਡਾ ਮੋਦੀ ਦਾ ਦਿਮਾਗ ਹੈ ਉਹ ਵੀ ਉਤਰਾਂ ਦਾ ਕਾਂਟੇ ਦੀ ਟੱਕਰ ਦੇ ਉੱਧਰ ਹੀ ਚੱਲਦੀ ਹੈ। ਹੋਰ ਤੇ ਬੰਦਾ ਕੋਈ ਪੜ੍ਹਨੇ ਪਾ ਹੀ ਨਹੀਂ ਰਿਹਾ। ਤੇ ਸਾਰਾ ਤਾਣਾ ਬਾਣਾ ਬੁਣਿਆ ਗਿਆ, ਚਾਹੇ ਰਾਮ ਰਹੀਮ ਨੂੰ ਬਾਹਰ ਲਿਆਂਦਾ, ਚਾਹੇ ਡੇਰੇ ਵਾਲੇ ਆ ਜਿਹੜਾ ਸਾਡਾ ਰਾਧਾ ਸੁਆਮੀ ਵਾਲਾ ਇੱਥੇ ਜਾ ਕੇ ਫੋਟੋਆਂ ਦਾ ਟਵੀਟ ਦੇਖਿਆ ਤੁਸੀਂ ਡੇਰੇ ਵਾਲੇ ਮਸਲੇ ਤੇ?
ਚਰਨਜੀਤ ਚੰਨੀ ਨੇ ਕਿਹਾ ਹੈ ਕਿ ਅਕਾਲੀ ਔਰ ਬੀਜੇਪੀ ਇਹਨਾਂ ਨੂੰ ਪਲਾਨ ਸੀਗਾ ਡੇਰੇ ਦੀਆਂ ਵੋਟਾਂ ਲੈਣ ਵਾਸਤੇ ਬਾਹਰ ਕੱਢਿਆ ਗਿਆ। ਇਹ ਵੀ ਟਵੀਟ ਇਸ ਤਰ੍ਹਾਂ ਦਾ ਕੀਤਾ ਸੀ ਉਹਨਾਂ ਮੈਂ 100% ਕਹਿ ਸਕਦਾ ਜੀ ਚੰਨੀ ਨੇ ਕਿ ਮੈਂ ਚੰਨੀ ਉਹਨਾਂ ਨੂੰ ਵੀ ਦੱਸ ਦਿੰਦਾ ਕਿ ਇਹ ਸਾਰਿਆਂ ਦਾ ਪਲਾਨ ਕੀ ਬਣਿਆ ਕਿ ਆਮ ਆਦਮੀ ਪਾਰਟੀ ਰੋਕਣ ਲਈ ਇਹ ਕੀ ਕਰਨ ਜਾ ਰਹੇ ਸੀਗੇ। ਤੁਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ, ਮੈਂ ਅਕਾਲੀ ਦਲ ਦਾ ਕੈਂਡੀਡੇਟ ਹਾਂ। ਤੁਹਾਡਾ ਮੇਰਾ ਮਾਰਜਨ ਫਰਕ ਹੈਗਾ 5-4000 ਵੋਟਾਂ ਦਾ। ਮੈਨੂੰ ਅਕਾਲੀ ਦਲ ਦੇ ਕੈਂਡੀਡੇਟ ਨੂੰ ਕਾਂਗਰਸ ਤੇ ਬੀਜੇਪੀ ਵੋਟਾਂ ਪਾ ਦੇਗੀ ਮੇਰਾ 5000 ਮੈਨੂੰ ਕਵਰਿੰਗ ਫਾਇਰ ਦੇਣ ਲਈ। ਇੱਕ ਥਾਂ ਦੇ ਉੱਤੇ ਤੁਸੀਂ ਝਾੜੂ ਦੇ ਕੈਂਡੀਡੇਟ ਹੋ, ਦੂਜੇ ਪਾਸੇ ਤੁਹਾਡਾ ਮੁਕਾਬਲਾ ਹੈਗਾ ਬੀਜੇਪੀ ਦੇ ਨਾਲ। ਉਹਨੂੰ ਅਕਾਲੀ ਤੇ ਕਾਂਗਰਸੀ ਜਿਹੜੇ ਮਤਲਬ ਕਰਨਗੇ, ਡਿਫੈਂਡ ਕਰਨਗੇ। ਇਸ ਤਰੀਕੇ ਮਤਲਬ ਰਣਨੀਤੀ ਜੋੜ ਤੋੜ ਕੀਤੇ ਜਾ ਰਹੇ ਨੇ। ਔਰ ਮੈਂ ਕਹਿੰਦਾ ਮੋਦੀ ਸਾਹਿਬ ਨੂੰ ਵੀ ਕਿ ਜੇ ਤੁਸੀਂ ਇਸ ਤਰੀਕੇ ਤੁਸੀਂ ਕੀ ਚਾਹੁੰਦੇ ਹੋ ਕਿ ਚਾਹੇ ਕਾਂਗਰਸ ਆ ਜੇ ਚਾਹੇ ਅਕਾਲੀ ਆ ਜਾਣ, ਮਤਲਬ ਝਾੜੂ ਵਾਲੇ ਨਾ ਆਉਣ ਆਮ ਆਦਮੀ ਪਾਰਟੀ, ਫਿਰ ਤੁਸੀਂ ਪੰਜਾਬ ਦੇ ਕਿੰਨੇ ਕੁ ਸਕੇ ਹੋ ਯਾਰ। 15 ਸਾਲ ਇਹਨਾਂ ਰੱਜ ਕੇ ਲੁੱਟਿਆ। ਔਰ ਮੈਨੂੰ ਬੀਜੇਪੀ ਨਾਲ ਮੇਰਾ ਇੱਕ ਗਿਲਾ ਹੈ। ਮੈਂ ਮਤਲਬ ਕਹਿੰਦਾ ਤੁਹਾਡੇ ਮਾਈਕ ਦੇ ਉੱਤੋਂ ਕਿ ਯਾਰ ਕੈਪਟਨ ਅਮਰਿੰਦਰ ਸਿੰਘ ਤੇ ਸੇਮ ਦੋਸ਼ ਲੱਗਦੇ ਸੀਗੇ ਕਿ ਇਹਨੇ ਵੀ ਤਬਾਹੀ ਮਚਾਤੀ ਪੰਜਾਬ ਦੇ ਵਿੱਚ। ਅੱਖਾਂ ਬੰਦ ਕਰ ਰੱਖੀਆਂ, ਕੋਈ ਰੇਤਾ ਕੋਈ ਸ਼ਰਾਬ ਹਰ ਮਾਫੀਆ ਦੇ ਉੱਤੇ। ਔਰ ਉਹਨੂੰ ਤੁਸੀਂ ਨਾਲ ਮਤਲਬ ਲੈ ਲਿਆ। ਤੇ ਉਹ ਮੈਨੂੰ ਦੱਸਦੇ ਨੇ, ਆਂਦੇ ਯਾਰ ਇਹਨੇ ਸਾਨੂੰ ਕਿਹਾ ਸੀ 40 MLA ਮੈਂ ਲੈ ਕੇ ਆਊਂਗਾ। MLA ਤੋਂ ਕਿੱਥੋਂ ਜਾਣੇ 40 ਤੋਂ? ਹੁਣ 40 ਦੇ ਵੇਟਰ ਨਹੀਂ ਗਏ, ਇਹਦੇ ਨਾਲ ਰਿਕਸ਼ੇ ਵਾਲੇ ਨਹੀਂ ਗਏ ਯਾਰ। ਮਤਲਬ ਇਹ ਇਸ ਤਰੀਕੇ। ਹੁਣ ਇੱਕ ਚੀਜ਼ ਦੇਖੋ, ਇਸ ਦੇਸ਼ ਦਾ ਲੋਕਤੰਤਰ ਕਿੱਥੇ ਹੈ, ਇਸ ਦੇਸ਼ ਦਾ ਲਾ ਐਂਡ ਆਰਡਰ ਕਿੱਥੇ ਆ? ਤੁਸੀਂ ਮੇਰੀ ਗੱਲ ਨੂੰ ਮਤਲਬ ਮੇਰੇ ਨਾਲ ਐਗਰੀ ਹੋਗੇ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਕਿੰਨੀਆਂ ਵੀਡੀਓਜ਼ ਕਈ ਚੈਨਲਸ ਦੇ ਉੱਤੇ ਚੱਲੀਆਂ। ਸ਼ਾਇਦ ਤੁਸੀਂ ਵੀ ਇੰਟਰਵਿਊ ਕੀਤੀ ਹੋਏਗੀ, ਤੁਹਾਡੇ ਵੀ ਬੰਦਿਆਂ ਨੇ ਕੀਤੀ ਹੋਏਗੀ। ਉਹਨੂੰ ਪੁੱਛਦੇ ਨੇ ਕਿ ਇਹ ਮੰਤਰੀ ਜਿਹੜੇ ਤੁਹਾਨੂੰ ਛੱਡ ਗਏ, ਤਾਂ ਕਹਿੰਦਾ ਇਹ ਸਾਰੇ ਚੋਰ ਸੀਗੇ। ਇਹਨਾਂ ਦੀਆਂ ਮੇਰੇ ਕੋਲ ਫਾਈਲ ਸੀਗੀਆਂ ਜਿਹੜੀਆਂ ਮੈਂ ਸੋਨੀਆ ਗਾਂਧੀ ਨੂੰ ਦਿੱਤੀਆਂ। ਕੋਈ ਰੇਤਾ ਦਾ ਕੰਮ ਕਰਦਾ ਸੀ, ਕੋਈ ਸ਼ਰਾਬ ਦਾ ਕੰਮ ਕਰਦਾ ਸੀ, ਕੋਈ ਟਰਾਂਸਪੋਰਟ ਮਾਫੀਆ ਚਲਾਉਂਦਾ ਸੀਗਾ। ਇਸ ਤਰੀਕੇ ਇਹ ਕਈ ਨਸ਼ਾ ਵਿਕਾਉਂਦੇ ਸੀ। ਉਹ ਸਾਰੀ ਰਿਪੋਰਟ ਮੇਰੇ ਕੋਲ ਸੀਗੀ ਤੇ ਮੈਂ ਉਹ ਸੋਨੀਆ ਗਾਂਧੀ ਨੂੰ ਦਿੱਤੀ ਤੇ ਉਹਨੇ ਮੈਨੂੰ ਰੋਕ ਦਿੱਤਾ ਕਿ ਮੈਨੂੰ ਤੇ ਸਾਰੇ ਹੀ ਅੰਦਰ ਦੇਣੇ ਪੈਣੇ ਨੇ। ਇਹ ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਜੀ। ਜਦੋਂ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕਦੇ ਨੇ, ਮੈਂ ਉਹ ਸਹੁੰ ਚਲਾਈ ਸੀ ਇੱਕ ਦਿਨ, ਉਹਦੇ ਵਿੱਚ ਉਹ ਕੀ ਕਹਿੰਦੇ ਨੇ, ਮੈਂ ਮਤਲਬ ਰੱਬ ਦੀ ਸਹੁੰ ਖਾ ਕੇ ਕਹਿੰਦਾ ਕਿ ਮੈਂ ਸੰਵਿਧਾਨ ਦੀ ਪੂਰੀ ਪਾਲਣਾ ਕਰੂੰਗਾ, ਇਨ ਬੇਨੇ ਦੇ ਉੱਤੇ ਕੰਮ ਕਰੂੰਗਾ, ਬਿਨਾਂ ਭੇਦਭਾਵ ਦੇ ਕਰੂੰਗਾ ਔਰ ਕਿਸੇ ਨੂੰ ਵੀ ਇਹ ਰਾਜ ਨਹੀਂ ਦੱਸੂੰਗਾ। ਤੁਸੀਂ ਸੋਨੀਆ ਗਾਂਧੀ ਨੂੰ ਇਹ ਰਾਜ ਦੱਸੇ ਸਾਰੇ। ਸੋਨੀਆ ਗਾਂਧੀ ਕੋਈ ਸਰਕਾਰੀ ਅਥਾਰਟੀ ਸੀਗੀ? ਚਲੋ ਦੱਸੇ, ਤੁਹਾਡੀ ਬੌਸ ਹੋਊਗੀ। ਤੁਸੀਂ ਕਿਹਾ ਜੀ ਜੋ ਸੰਵਿਧਾਨ ਕਹਿੰਦਾ ਮੈਂ ਉਹਦੇ ਇਨ ਬਿਨ ਉਹਦੀ ਪਾਲਣਾ ਕਰੂੰ। ਜਦੋਂ ਤੁਹਾਡੇ ਕੋਲ ਫਾਈਲਸ ਆ ਗਈਆਂ, ਯਾਰ ਇਹ ਚੋਰ ਲੋਕ ਨੇ, ਇਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਇਜਾਜ਼ਤ ਲੈਣ ਦੀ ਕੀ ਲੋੜ ਸੀਗੀ? ਤੁਸੀਂ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਔਰ ਕੋਈ ਕੋਰਟ ਇਸ ਤੋਂ ਵੱਡੀ ਕੀ ਹੋ ਸਕਦੀ? ਉਹ ਬੰਦਾ ਐਡਮਿਟ ਕਰ ਰਿਹਾ, ਉਹ ਕਮਿਟ ਕਰ ਰਿਹਾ ਕਿ ਮੈਂ ਕੀਤਾ। ਇੱਕ ਇਸ ਤੋਂ ਵੱਡਾ ਐਵੀਡੈਂਸ ਕੀ ਹੋ ਸਕਦਾ ਜਿਹੜਾ ਮੂੰਹੋਂ ਕਹਿੰਦਾ? ਨਾ ਸੁਪਰੀਮ ਕੋਰਟ ਉਹਦੇ ਉੱਤੇ ਕੋਈ ਸੂ ਮੋਟੋ ਲੈ ਰਹੀ ਹੈ, ਨਾ ਹਾਈ ਕੋਰਟ ਉਹਦੇ ਉੱਤੇ ਲੈ ਰਹੀ। ਵੀ ਇਹਨੂੰ ਤਲਬ ਕਰ ਲੈਣਾ ਚਾਹੀਦਾ ਯਾਰ ਪਹਿਲੇ ਦਿਨ ਹੀ। ਔਰ ਮੈਂ ਹੁਣ ਵੀ ਕਹਿੰਦਾ 10 ਮਾਰਚ ਨੂੰ ਪੰਜਾਬ ਦੇ ਵਿੱਚ ਕੋਈ ਨਵੀਂ ਸਰਕਾਰ ਬਣ ਜਾ ਰਹੀ ਹੈ ਜਾਂ MLA ਸਹੁੰਆਂ ਖਾਣੀਆਂ ਨੇ। ਦੇਖੋ ਨਾ ਤੇ ਇਹਨਾਂ ਨੂੰ ਸੰਵਿਧਾਨ ਦੀ ਸਹੁੰ ਨਾਲ ਕੋਈ ਮਤਲਬ ਜੇ, ਨਾ ਇਹਨਾਂ ਨੂੰ ਉੱਥੇ ਸਹੁੰ ਖਵਾਈ ਜਾਂਦੀ ਨਾ ਪੇਪਰ ਫੜ ਕੇ ਵੀ ਰੱਬ ਦੀ ਸਹੁੰ ਨਾ ਇਹਨਾਂ ਨੂੰ ਕੋਈ ਰੱਬ ਦੀ ਸਹੁੰ ਨਾਲ ਮਤਲਬ ਜੇ। ਇਹਨਾਂ ਦੇ ਪਾਰਟੀ ਆਗੂਆਂ ਨੂੰ, ਚਾਹੇ ਉਹ ਕੇਜਰੀਵਾਲ ਹੈ, ਚਾਹੇ ਉਹ ਸੁਖਬੀਰ ਬਾਦਲ ਹੈ, ਚਾਹੇ ਉਹ ਮਤਲਬ ਨਰਿੰਦਰ ਮੋਦੀ ਹੈ, ਚਾਹੇ ਉਹ ਕਿਸਾਨ ਆਗੂ ਨੇ, ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਵੀ ਇਹਨਾਂ ਨੂੰ ਰੱਬ ਦੀ ਸਹੁੰ ਨਾ ਖਵਾਈਏ। ਉੱਥੇ ਇਹਨਾਂ ਨੂੰ ਕਹੋ ਵੀ ਆਪਣਾ ਬਾਲ ਬੱਚਾ ਵੀ ਨਾਲ ਲੈ ਕੇ ਆਓ, ਵੀ ਸ਼ਾਇਦ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਇਹਨਾਂ ਨੂੰ ਸਹੁੰ ਖਵਾਈ ਜਾਵੇ ਜਿਹੜੀ ਵਿਧਾਨ ਸਭਾ ਦੀ ਹੈ ਤੇ ਮੰਤਰੀਆਂ ਦੀ ਵੀ। ਭਰਾਵਾ ਇਹਨਾਂ ਦੀ ਸਹੁੰ ਖਾਓ ਵੀ ਦੇਸ਼ ਦੇ ਵਿੱਚ ਕਰਪਸ਼ਨ ਨਹੀਂ ਕਰੋਗੇ ਜਾਂ ਇਨ ਬਿਨ ਪਾਲਣਾ ਕਰੋਗੇ ਸੰਵਿਧਾਨ ਦੀ, ਤੇ ਸ਼ਾਇਦ ਇਹਨਾਂ ਦੇ ਮਨ 'ਚ ਮਿਹਰ ਆਵੇ। ਨਾ ਤੇ ਰੱਬ ਦੀ ਸਹੁੰ ਨੂੰ ਕੁਝ ਸਮਝਦੇ ਨੇ ਤੇ ਨਾ ਦੇਸ਼ ਦੇ ਸੰਵਿਧਾਨ ਨੂੰ ਕੁਝ ਸਮਝਦੇ ਨੇ। ਸਾਰੀਆਂ ਗੱਲਾਂ ਹੋ ਗਈਆਂ। ਮੈਨੂੰ ਇਹ ਦੱਸੋ ਕਿ ਗੱਲਾਂ ਥੋੜ੍ਹੀਆਂ ਚੀਜ਼ਾਂ ਦੇ ਆਲੇ ਦੁਆਲੇ ਘੁੰਮਦੀਆਂ ਰਹੀਆਂ। ਥ੍ਰੈਟ ਦੀ ਗੱਲ ਤੁਸੀਂ ਕੀਤੀ, ਤੁਹਾਨੂੰ ਬੜਾ ਖੁੱਲ੍ਹ ਕੇ ਬੋਲਦੇ ਹੋ। ਥ੍ਰੈਟ ਆਇਆ ਤੁਹਾਨੂੰ ਵੀ ਕਦੇ? ਦੇਖੋ ਮੈਂ ਜਦੋਂ ਮਤਲਬ ਇਹ ਬੋਲਣਾ ਸ਼ੁਰੂ ਕੀਤਾ ਜੀ, ਕਿਸੇ ਨੂੰ ਵਿਕਰਮ ਜੀ ਕਿਸੇ ਨੂੰ ਇੰਨਾ ਨਹੀਂ ਡਰਾਉਣਾ ਚਾਹੀਦਾ ਕਿ ਉਹਦੇ ਅੰਦਰੋਂ ਡਰ ਹੀ ਖਤਮ ਹੋ ਜਾਂਦਾ। ਇਹ ਵਿਕਰਮ ਮਜੀਠੀ ਦਾ ਪੀੜਤ ਮੈਂ ਵੀ ਹੈਗਾ। ਮਤਲਬ ਫਿਰ ਮੈਂ ਇੱਕ ਦਿਨ ਸੋਚਿਆ, ਮੈਂ ਕਿਹਾ ਯਾਰ ਜ਼ਿੰਦਗੀ ਮਿਲੀ ਹੈ, ਮੈਂ ਕਿੰਨਾ ਕੁ ਡਰ ਕੇ ਜੀ ਸਕਦੇ ਹਾਂ, ਆਪਣੇ ਜ਼ਮੀਰ ਨਾਲ ਗੱਲ ਹੀ ਨਹੀਂ ਕਰ ਸਕਦੇ। ਫਿਰ ਮੈਂ ਮਤਲਬ ਸਿੱਧਾ ਹੋ ਗਿਆ, ਜੇ ਤੁਸੀਂ ਸੱਚੇ ਹੋ ਤਾਂ ਫਿਰ ਤੁਹਾਡੇ ਕੋਲੋਂ ਸਾਰੇ ਡਰਦੇ ਨੇ ਜੀ। ਇਸ ਤੋਂ ਇਲਾਵਾ ਹੋਰ ਕਿਸੇ ਦਾ ਨਹੀਂ। ਇੱਕ ਦਿਨ ਮੈਂ ਇੱਥੇ ਸਾਡੇ ਸ਼ਹਿਰ ਦਾ MLA ਹੈ ਜੀ ਬੁਲਾਰੀਆ, ਇਹਦਾ ਬੜਾ ਵੱਡਾ ਸਕੈਂਡਲ ਸੀਗਾ 500-600 ਕਰੋੜ ਦਾ। ਤੇ ਮੈਂ ਤੇ ਮੇਰਾ ਸੱਜਣ ਇੱਕ ਦਿਨ ਇਕੱਲੇ ਹੀ ਚਲ ਗਏ ਤੇ ਉੱਥੇ ਬੰਦੇ ਮੈਨੂੰ 5-4 ਘੇਰ ਕੇ ਖਲੋ ਗਏ ਜੀ, ਮੇਰੀ ਬਾਂਹ ਫੜ ਕੇ, ਤੂੰ ਇਹ ਕੰਮ ਨਹੀਂ ਕਰੇਗਾ, ਗਲਤ ਕਰੇਗਾ ਤੇ ਤੈਨੂੰ ਅਸੀਂ ਛੱਡਾਂਗੇ ਨਹੀਂ, ਫਲਾਣਾ ਕਰਾਂਗੇ। ਤੇ ਮੇਰੇ ਕੋਲ ਨਾਲ ਡਰੀ ਵੀ ਜਾਣ ਤੇ ਮੇਰੇ ਉਹ ਦੂਰੋਂ ਪਿਸਤੌਲ ਰੱਖ ਕੇ ਕਹਿੰਦੇ ਨੇ, ਮੈਂ ਨਾ ਸਵੇਰੇ ਗੁਰਦੁਆਰੇ ਜਾਂਦਾ ਜੀ ਸ਼ਹੀਦਾਂ ਸਾਹਿਬ, ਮੇਰੀ ਅਥਾਹ ਮਤਲਬ ਸ਼ਰਧਾ ਹੈ, ਮੈਂ ਉੱਥੇ ਜਾ ਕੇ ਸਵੇਰੇ ਜੋੜਿਆਂ ਦੀ ਸੇਵਾ ਵੀ ਕਰਦਾ। ਉੱਧਰ ਹੱਥ ਕਰਕੇ ਕਹਿ ਵੀ ਤੂੰ ਇਹ ਜਿਹੜਾ ਇਹ ਕੰਮ ਨਹੀਂ ਕਰੇਗਾ। ਮੈਂ ਕਿਹਾ ਅੱਛਾ ਭਰਾਵਾ, ਮੈਂ ਉੱਧਰ ਹੱਥ ਕਰਕੇ ਕਹਿੰਦਾ ਵੀ ਨਹੀਂ ਕਰੂੰਗਾ। ਉੱਥੋਂ ਮੈਂ ਸਿੱਧਾ ਸ਼ਹੀਦਾਂ ਸਾਹਿਬ ਗਿਆ। ਮੈਂ ਕਿਹਾ ਬਾਬਾ ਜੇ ਤੇ ਸਹੁੰ ਠੀਕ ਹੈ ਮੇਰੇ ਸ਼ਹਿਰ ਦੇ ਭਲੇ ਲਈ ਆ ਤੇ ਫਿਰ ਤੇ ਸਹੁੰ ਖਾਧੀ ਆ, ਨਹੀਂ ਤੇ ਫਿਰ ਤੋੜਨ ਦੀ ਇਜਾਜ਼ਤ ਦੇ। ਫਿਰ ਉਸ ਤੋਂ ਬਾਅਦ ਮੈਂ ਕੱਢੇ ਵੱਟ ਤੇ ਮੈਂ ਕੰਮ ਵੀ ਰੋਕਿਆ। ਮਤਲਬ ਡਰਦਾ ਨਹੀਂ, ਮਤਲਬ ਡਰਨਾ ਕੀ, ਫਿਰ ਮਰਨਾ ਤੇ ਹੈ ਹੀ ਇੱਕ ਵਾਰੀ, ਤੇ ਫਿਰ ਕਿਉਂ ਮਤਲਬ ਬੁਜ਼ਦਿਲ ਵਾਲੀ ਮੌਤ ਕਿਉਂ ਮਰਨਾ? ਦੇਖੋ ਇੱਕ ਵਾਰੀ ਨਾ, ਸੌਰੀ ਮੈਂ ਗੱਲ ਆਪਣੇ ਤੇ ਨਾ ਲੈਣਾ, ਮੈਂ ਇੱਕ ਕਹਾਵਤ ਤੁਹਾਨੂੰ ਸੁਣਾਉਣ ਲੱਗਾ। ਇੱਕ ਵਾਰੀ ਨਾ ਇੱਕ ਮਤਲਬ ਕੁੱਤੇ ਤੇ ਮੁਰਗੇ ਦੀ ਇੱਕ ਚਰਚਾ ਚੱਲ ਪਈ।
ਉਹਨੂੰ ਜਿਹੜਾ ਕੁੱਤਾ ਹੁੰਦਾ ਮੁਰਗੇ ਨੂੰ ਕਹਿੰਦਾ ਕਿਉਂ ਯਾਰ ਤੂੰ ਇੰਨਾ ਬੋਲਦਾ, ਮਤਲਬ ਤੈਨੂੰ ਸਵੇਰੇ ਮਤਲਬ ਲੋਕਾਂ ਨੂੰ ਜਗਾਉਣਾ ਕਿਉਂ ਹੈ ਸਵੇਰੇ 4 ਵਜੇ ਬਾਂਗ ਦੇ ਕੇ। ਇਹੋ ਲੋਕ ਤੈਨੂੰ 8 ਵਜੇ ਨਾਸ਼ਤੇ ਦੇ ਟੇਬਲ ਦੇ ਉੱਤੇ ਵੱਢ ਕੇ ਤੇ ਸੁੱਟ ਲੈਂਦੇ ਨੇ ਤੇ ਤੈਨੂੰ ਖਾ ਜਾਂਦੇ ਨੇ। ਉਹ ਕਹਿੰਦਾ ਹਾਂ ਯਾਰ ਮੈਨੂੰ ਬਿਲਕੁਲ ਖਾ ਜਾਂਦੇ ਨੇ, ਪਰ ਮੈਨੂੰ ਜ਼ਿੰਦਗੀ 'ਚ ਕਦੀ ਇਹ ਤਾਂ ਨਹੀਂ ਕਹਿੰਦਾ ਕਿ ਤੂੰ ਕੁੱਤੇ ਦੀ ਮੌਤ ਮਰਿਆ। ਸੋ ਮੈਂ ਕੁੱਤੇ ਦੀ ਮੌਤ ਨਹੀਂ ਮਰਨਾ ਚਾਹੁੰਦਾ, ਮਤਲਬ ਜਿੰਨਾ ਚਿਰ ਹੈਗਾ ਆਪਣੇ ਸਮਾਜ ਲਈ ਜੀਣਾ ਚਾਹੁੰਦਾ। ਬੜੀ ਦੁਨੀਆ ਦੇਖੋ ਤੁਸੀਂ, ਮੈਨੂੰ ਨਾ ਜਦੋਂ ਮੈਂ ਕੰਮ ਕਰਦਾ ਸੀ, ਚਾਹੇ ਮੈਂ ਸੋਸ਼ਲ ਵਰਕ ਕਰਦਾ, ਚਾਹੇ ਮੈਂ ਕਿਸੇ ਮੁੱਦੇ ਦੇ ਉੱਤੇ ਬੋਲਦਾ, ਤੇ ਸਾਰੀ ਦੁਨੀਆ ਵਿਕਰਮ ਜੀ ਮੇਰੇ ਬਾਰੇ ਕਿਆ ਫੀਲ ਹੁੰਦੀ ਸੀ, ਇਹ ਟਿਕਟ ਭਾਲਦਾ ਹੋਣਾ, ਇਹਨੇ ਇਲੈਕਸ਼ਨ ਲੜਨੀ, ਅਖੀਰ ਇਹ ਸੱਪ ਨਿਕਲ ਆਉਣਾ। ਮੈਂ ਲੋਕਾਂ ਨੂੰ ਕਹਿੰਦਾ ਭਰਾਵਾ ਅੱਜ ਚੋਣਾਂ ਵੀ ਹੋ ਗਈਆਂ, 5 ਪਾਰਟੀਆਂ ਵੱਲੋਂ ਖੁੱਲੀ ਆਫਰ ਸੀਗੀ, ਮਤਲਬ ਟਿਕਟਾਂ ਤੇ ਰੋਲ ਪਿਆ ਸੀਗਾ ਇੱਥੇ, ਤੇ ਟਿਕਟਾਂ ਮਤਲਬ ਰਿਕਸ਼ਾ ਚਾਲਕਾਂ ਨੂੰ ਵੀ ਦਿੱਤੀਆਂ ਗਈਆਂ, ਤੇ ਮੈਂ ਵੀ ਥੋੜਾ ਬਹੁਤਾ ਛੋਟਾ ਮੋਟਾ ਚਿਹਰਾ ਸੀਗਾ, ਮੈਨੂੰ ਵੀ ਕੋਈ ਟਿਕਟ ਦੀ ਕਮੀ ਸੀ। ਮੈਂ ਤੁਹਾਡੀਆਂ ਆਸਾਂ ਦੇ ਉੱਤੇ ਕਦੀ ਵੀ ਪਾਣੀ ਨਹੀਂ ਫੇਰੂੰਗਾ। ਹਾਂ, ਮੈਂ ਜਦੋਂ ਪਾਰਟੀ ਜੁਆਇਨ ਕਰੂੰਗਾ, ਮੈਂ ਇਹ ਨਹੀਂ ਕਰੂੰਗਾ ਕਿ ਆ ਮਹੀਨੇ ਬਾਅਦ ਇਲੈਕਸ਼ਨ ਹੈ ਤੇ ਮੈਂ ਹੁਣੇ ਪਾਰਟੀ ਜੁਆਇਨ ਕਰਾਂ ਤੇ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਾਂ ਉਸ ਪਾਰਟੀ ਜਾ ਕੇ। ਜਦੋਂ ਵੀ ਕੋਈ ਪਾਰਟੀ ਜੁਆਇਨ ਕਰੂੰਗਾ, ਚੋਣਾਂ ਤੋਂ ਸਾਲ 1.5 ਸਾਲ ਪਹਿਲਾਂ ਕਰੂੰਗਾ ਕਿ ਲੋਕ ਮੈਨੂੰ ਪਰਖ ਲੈਣ। ਅਗਲੇ ਇਲੈਕਸ਼ਨ ਲੜਨਾ ਫਿਰ ਮੈਂ ਦੱਸ ਰਿਹਾ, ਮੈਂ ਤਾਂ ਹੁਣ ਵੀ ਲੜਨਾ ਚਾਹੁੰਦਾ ਸੀਗਾ ਜੀ, ਮੈਂ ਤੁਹਾਨੂੰ ਐਵੇਂ ਕਹਾਂ, ਪਰ ਮੈਂ ਜ਼ਮੀਰ ਮਾਰ ਕੇ ਨਹੀਂ ਲੜਨਾ ਚਾਹੁੰਦਾ। ਮੈਂ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ, ਕਿ ਮੈਂ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਮੁੜ ਕੇ ਕੱਲ ਨੂੰ ਮੇਰੇ ਵੀ ਮੀਮਸ ਬਣਨ ਜਾਂ ਮੇਰਾ ਵੀ ਮਜ਼ਾਕ ਉੱਡੇ, ਉਹਦਾ ਪਾਤਰ ਨਹੀਂ ਮੈਂ ਬਣਨਾ ਚਾਹੁੰਦਾ। ਮੈਨੂੰ ਇੱਕ ਚੀਜ਼ ਦੱਸੋ, ਬਾਕੀ ਸਾਰੀਆਂ ਗੱਲਾਂ ਹੋ ਗਿਆ, ਮਨਦੀਪ ਮੰਨੇ ਦਾ ਕੰਮ ਕੀ ਹੈ, ਕੰਮ ਕਾਜ ਕੀ ਕਰਦੇ ਹੋ, ਬਿਜ਼ਨਸ ਕੀ ਚੱਲਦਾ ਹੈ? ਮੇਰੇ ਯਾਰ ਦੋਸਤ ਨੇ ਜੀ, ਮੈਂ ਪ੍ਰਾਪਰਟੀ ਦਾ ਕੰਮ ਕਰਦਾ ਵਾਂ, ਮਤਲਬ ਮੇਰਾ ਕਾਰੋਬਾਰ ਹੈ। ਤੇ ਮੇਰੇ ਜਦੋਂ ਅਸੀਂ 89 'ਚ ਇੱਥੇ ਆਏ ਸੀਗੇ ਭਾਜੀ, ਮੈਂ ਰਈਏ ਤੋਂ ਬਿਲੋਂਗ ਕਰਦਾ ਜੀ। ਮੇਰੇ ਫਾਦਰ ਰਈਆ ਮਿਊਨਿਸਪਲ ਕਮੇਟੀ ਦੇ ਚੇਅਰਮੈਨ ਰਹੇ ਸੀਗੇ। ਰਈਏ ਸਾਡਾ ਸਾਈਕਲਸ ਦਾ ਸ਼ੋਰੂਮ ਸੀਗਾ। ਮੇਰੀ ਰਈਏ ਦੇ ਵਿੱਚ ਜਾਇਦਾਦ ਹੈ, ਕਾਫੀ ਜਾਇਦਾਦ ਮੈਂ ਆਪਣੇ ਫਾਦਰ ਦੀ ਵੇਚ ਚੁੱਕਾ। ਇੱਥੇ ਅਸੀਂ 89 ਦੇ ਵਿੱਚ ਇੱਕ ਫੈਕਟਰੀ ਲਾਈ ਸੀ। ਵੇਚ ਕੇ ਕਿਤੇ ਹੋਰ ਪਾਸੇ ਬਣਾਈ ਕਿ? ਹਾਂਜੀ ਬਣਾਈ ਜੀ, ਨਾਲ ਬਣਦੀ ਵੀ ਹੈ। ਮੈਂ ਆਈ ਚਲਾਈ ਅੱਜ ਵੀ ਕਰਦਾ, ਮੈਂ ਹੁਣ ਵੀ 2 ਪਲਾਟ ਲਏ ਨੇ ਜੀ। ਮਤਲਬ ਅਸੀਂ 89 ਦੇ ਵਿੱਚ ਇੱਥੇ ਆਏ ਹਾਂ, ਤੇ 89 ਦੇ ਵਿੱਚ ਅਸੀਂ ਇੱਥੇ ਇੱਕ ਫੈਕਟਰੀ ਲਾਈ ਸੀਗੀ। ਮਤਲਬ ਉਦੋਂ ਇੰਨਾ ਤਜਰਬਾ ਨਹੀਂ ਸੀ ਉਸ ਫੈਕਟਰੀ ਦੇ ਵਿੱਚ। ਫੈਕਟਰੀ ਲਾਈ ਉੱਥੇ ਸਾਈਕਲ ਪਾਰਟਸ ਦੀ ਜੀ। ਉਹਦੇ ਵਿੱਚ ਹੁਣ ਅਸੀਂ ਉੱਥੇ ਗੋਦਾਮ ਬਣਾਏ ਨੇ, ਕਿਰਾਇਆ ਵੀ ਆ ਜਾਂਦਾ ਇੱਜ਼ਤ ਮਾਨ ਵਾਲਾ, ਤੇ ਮੇਰੇ ਕੋਲ ਰਹੀਏ ਵੀ ਅੱਜ ਦੀ ਤਰੀਕ 'ਚ ਜਾਇਦਾਦ ਹੈਗੀ ਆ। ਤੇ ਸੋ ਪ੍ਰਮਾਤਮਾ ਦੀ ਕਿਰਪਾ ਹੈ। ਤੇ ਕਈ ਲੋਕ ਆ ਬਿਕਰਮ ਮਜੀਠੀਏ ਦੇ ਬੰਦੇ ਮੈਨੂੰ ਬੋਲਦੇ ਸੀਗੇ ਜੀ, ਇਹ ਠੱਗ ਹੈ ਜੀ, ਇਹ ਚੋਰ ਹੈ ਜੀ, ਇਹ ਬਲੈਕਮੇਲਰ ਹੈ ਜੀ। ਮੈਂ ਤੁਹਾਨੂੰ ਕਹਿੰਦਾ ਯਾਰ, ਚੈਲੰਜ ਦੇ ਨਾਲ ਕੋਈ ਸਬੂਤ ਤੇ ਲਿਆਓ। ਮੈਂ 5-7 ਸਾਲਾਂ ਤੋਂ ਬੋਲਦਾ, ਮੈਂ ਸਿੱਧੂ ਖਿਲਾਫ ਬੋਲਦਾ, ਮੈਂ ਸੁਖਬੀਰ ਬਾਦਲ ਦੇ ਖਿਲਾਫ ਬੋਲਦਾ, ਮੈਂ ਬਿਕਰਮ ਮਜੀਠੀਏ ਦੇ ਖਿਲਾਫ ਬੋਲਦਾ। ਤੇ ਕਾਹਦੇ ਤੁਸੀਂ ਮਾਝੇ ਦੇ ਜਰਨੈਲ ਬਣੇ ਫਿਰਦੇ ਹੋ? ਕੋਈ ਬੰਦਾ ਤੇ ਕੱਢ ਕੇ ਲਿਆਓ ਯਾਰ ਮੇਰਾ, ਮੈਂ ਕਿਸੇ ਨਾਲ ਕੋਈ ਠੱਗੀ ਠੋਰੀ ਕੀਤੀ ਹੋਵੇ। ਕੁਛ ਨਹੀਂ ਲੱਭਦਾ ਤੇ ਚੋਰ ਠੱਗ। ਹਾਂ ਯਾਰ ਮੈਂ ਚੋਰ ਹਾਂ, ਹਾਂ ਮੈਂ ਠੱਗ ਹਾਂ, ਮੈਂ ਮੰਨ ਲੈਣਾ ਤੁਹਾਡੀ ਗੱਲ। ਮੈਨੂੰ ਸਰਕਾਰ ਨੇ ਇਹੋ ਜਿਹੀ ਕਿਹੜੀ ਪੋਸਟ ਦਿੱਤੀ ਜਿਹਦੇ ਪ੍ਰਤੀ ਮੈਂ ਆਪਣਾ ਫਰਜ਼ ਨਹੀਂ ਨਿਭਾਇਆ? ਹੁਣ ਤੁਸੀਂ ਦੇਖੋ, ਮੈਂ ਨਾ ਸ਼ਹਿਰ ਦੇ ਵਿੱਚ ਇੰਨੇ ਮਸਲੇ ਚੁੱਕਦਾ, ਚਾਹੇ ਉਹ ਤੁੱਲੀ ਲੈਬ ਵਾਲਾ ਸੀਗਾ, ਮੈਂ ਅੱਜ ਵੀ ਕਹਿੰਦਾ ਉਹ ਚੋਰ ਨੇ, ਉਹ ਠੱਗ ਨੇ। ਕੋਈ ਇੱਕ ਇਸ਼ੂ ਮੈਨੂੰ ਪੰਜਾਬ ਦਾ ਉਹ ਦੱਸ ਦਿੱਤਾ ਜਾਵੇ ਜਿਹਦੇ ਉੱਤੇ ਮੈਂ ਬੋਲਿਆ ਵਾਂ ਤੇ ਉਹਦੇ ਉੱਤੇ ਮੈਂ ਦੁਬਾਰਾ ਬੋਲ ਨਾ ਸਕਾਂ। ਇਟ ਮੀਨਸ ਮੈਂ ਪੈਸੇ ਲੈ ਲਏ ਉਹਨਾਂ ਕੋਲੋਂ। ਹੁਣ ਹੁੰਦਾ ਕੀ ਹੈ ਕਿ ਤੁਸੀਂ ਮੇਰੇ ਕੋਲ ਕੋਈ ਕੇਸ ਲੈ ਕੇ ਆਉਂਦੇ ਹੋ ਵੀ ਆਹ ਕੇਸ ਹੈ, ਮੈਂ ਅੱਜ ਵੀ ਮਾਈਕ ਦੇ ਉੱਤੇ ਕਹਿ ਰਿਹਾ ਵੀ ਉਹ ਲੈਬ ਵਾਲੇ ਚੋਰ ਨੇ, ਉਹਨਾਂ ਦੇ ਉੱਤੇ ਮੇਰੀ ਹਿੰਮਤ ਸੀਗੀ, ਮੈਂ ਪਰਚਾ ਦਰਜ ਕਰਾ ਗਿਆ। ਤੁਸੀਂ ਮੇਰੇ ਕੋਲ ਕੇਸ ਲੈ ਕੇ ਆਉਂਦੇ ਹੋ, ਮੈਨੂੰ ਤੁਸੀਂ ਆਪਣੇ ਆਪ 'ਚ ਬੜਾ ਪੀੜਤ ਦੱਸਦੇ ਹੋ ਵੀ ਮੇਰੇ ਨਾਲ ਬੜਾ ਧੱਕਾ ਹੋ ਗਿਆ, ਹਸਪਤਾਲ ਨੇ ਕਰਤਾ, ਸਰਕਾਰ ਨੇ ਧੱਕਾ ਕਰਤਾ। ਮੈਂ ਬੜੇ ਜ਼ੋਰ ਸ਼ੋਰ ਨਾਲ ਤੁਹਾਡੀ ਆਵਾਜ਼ ਚੁੱਕਦਾ। ਉਸ ਤੋਂ ਬਾਅਦ ਤੁਹਾਨੂੰ ਮੇਰੀ ਸਟੇਟਮੈਂਟ ਦੇ ਉੱਤੇ ਤੇ ਪਰਚਾ ਨਹੀਂ ਨਾ ਦਰਜ ਹੁੰਦਾ, ਮੇਰੇ ਕਹਿਣ ਦੇ ਉੱਤੇ ਤੇ ਕਾਰਵਾਈ ਨਹੀਂ ਨਾ ਹੁੰਦੀ। ਮਤਲਬ ਮੈਂ ਲਿਖਤੀ ਪੜ੍ਹਤੀ ਤੇ ਮੇਰੇ ਕਹਿਣ ਦੇ ਉੱਤੇ ਕਾਰਵਾਈ ਨਹੀਂ ਨਾ ਹੁੰਦੀ। ਉਸ ਤੋਂ ਬਾਅਦ ਤੁਸੀਂ ਉਹਨਾਂ ਕੋਲ ਪੈਸੇ ਲੈ ਲੋਗੇ, ਤੁਸੀਂ ਉਹਨਾਂ ਨਾਲ ਕੋਈ ਸੈਟਿੰਗ ਕਰ ਲੋਗੇ, ਉੱਚ ਮਨਦੀਪ ਸਿੰਘ ਮੰਨਾ ਕੀ ਕਰ ਸਕਦਾ? ਜਾਂ ਤੇ ਮੇਰੇ ਕੋਲ ਕੋਈ ਪੈਰਾਮੀਟਰ ਹੋਵੇ ਤੁਹਾਡੇ ਕੋਲ, ਮੈਂ ਐਫੀਡੇਵਿਟ ਲਵਾਂ ਵੀ ਤੂੰ ਭਾਈ ਇੱਥੇ ਬਹੇਗਾ ਨਹੀਂ। ਮੇਰਾ ਕੰਮ ਹੈ ਸ਼ਹਿਰ ਦੇ ਵਿੱਚ ਜਿੱਥੇ ਧੱਕਾ ਹੈ, ਜਿੱਥੇ ਕੋਈ ਗਲਤ ਗੱਲ ਹੈ, ਉਹਦੀ ਆਵਾਜ਼ ਚੁੱਕਣੀ। ਔਰ ਲੋਕ ਮੈਨੂੰ ਇਹ ਸਵਾਲ ਕਰਨ ਵੀ ਤੂੰ ਫਲਾਣੀ ਥਾਂ ਤੇ ਉਹਦੇ ਬਾਰੇ ਬੋਲਿਆ ਸੀਗਾ, ਅੱਜ ਕਿਉਂ ਨਹੀਂ ਬੋਲ ਰਿਹਾ? ਇੱਥੇ ਕੀ ਹੁੰਦਾ ਜੇ 6 ਮਹੀਨੇ ਮੈਂ ਉਸ ਬੰਦੇ ਬਾਰੇ ਨਹੀਂ ਨਾ ਬੋਲਿਆ? ਹੁਣ ਹੋਰ ਇਸ਼ੂ ਬੜੇ ਆਉਂਦੇ ਨੇ ਇੱਥੇ। ਸਾਡੇ ਇੱਕ ਇਲੈਕਸ਼ਨ ਲੜਨ ਡਿਆ ਆਉਂਦਾ ਜੀ, ਆਹ ਇੱਕ ਬਿਲਡਿੰਗ ਕੈਂਸਲ ਕਰਾਈ ਸੀ ਤੇ ਮੰਨੇ ਹੋਣਾ ਕਰਾਈ ਸੀ ਤੇ ਉਹ ਬੋਲੇ ਨਹੀਂ, ਉਹ ਕੈਂਸਲ ਹੋ ਚੁੱਕੀ। ਉਹ ਮਤਲਬ ਬੈਕਵਰਡ ਕਲਾਸਿਸ ਦੀ ਬਿਲਡਿੰਗ ਸੀ ਸਾਡੇ ਇੱਥੇ, ਕੋਈ ਬਾਂਸਲ ਸਵੀਟਸ ਵਾਲਾ ਹੈ, ਤੇ ਮੇਰੀ ਹਿੰਮਤ ਨਾਲ ਉਹਦੀ ਰਜਿਸਟਰੀ ਤੱਕ ਕੈਂਸਲ ਹੋਣ ਦੀ ਜਦੋਂ ਹੋ ਚੁੱਕੀ ਆ, ਤੇ ਹੁਣ ਉੱਤੇ ਬਾਰ-ਬਾਰ ਮੈਂ ਮਤਲਬ ਬੋਲੀ ਜਾਵਾਂ? ਜਾਂ ਤਾਂ ਤੁਸੀਂ ਦੱਸੋ ਮੈਂ ਕਿਸੇ ਨਾਲ ਸਮਝੌਤਾ ਕੀ ਕਰਾਂ? ਯਾਦਦਾਸ਼ਤ ਬਹੁਤ ਘੱਟ ਹੁੰਦੀ ਹੈ, ਕਹੀ ਜਾਂਦੀ ਹੈ ਗੱਲ। ਮੈਂ ਤੁਹਾਨੂੰ ਇਹੀ ਦੱਸ ਰਿਹਾ ਨਾ ਵੀ ਇੱਥੇ ਬਹੁਤ ਘੱਟ ਪੱਤਰਕਾਰ ਨੇ ਜਿਨ੍ਹਾਂ ਦੇ ਉੱਤੇ ਇਹ ਦਾਗ ਨਹੀਂ ਲੱਗਦਾ। ਇੱਥੇ ਮੈਂ ਵੇਖਦਾ ਕਿ ਮੇਰੇ ਵਰਗੇ ਨੂੰ ਇਹ ਸਵਾਲ ਕਰਨ ਦੀ ਮਤਲਬ ਤੁਸੀਂ ਕਰ ਸਕਦੇ ਹੋ ਹਿੰਮਤ। ਆ ਸਿੱਧੂ ਵਰਗੇ ਮਤਲਬ ਕੁੱਤੇ ਵਾਂਗੂ ਪੈਂਦੇ ਨੇ ਪੱਤਰਕਾਰਾਂ ਨੂੰ, ਉੱਥੇ ਜਾ ਕੇ ਤੇ ਤਰਲੇ ਕੱਢ ਕੇ ਇੰਟਰਵਿਊਜ਼ ਕੀਤੀਆਂ ਜਾਂਦੀਆਂ ਨੇ ਕਿ ਸਿੱਧੂ ਸਾਹਿਬ ਸਵਾਲ ਵੀ ਤੁਹਾਡੀ ਮਰਜ਼ੀ ਦੇ, ਬਿਕਰਮ ਮਜੀਠੀਆ ਜੀ ਸਵਾਲ ਵੀ ਤੁਹਾਡੀ ਮਰਜ਼ੀ ਦੀ ਆ। ਮੈਂ ਕਿੰਨੇ ਵੀ ਨਾ ਪੱਤਰਕਾਰ ਮਸਕਾ ਲਾਉਂਦੇ ਫਿਰਦੇ ਨੇ ਉਹਨੂੰ। ਮੇਰਾ ਚੈਲੰਜ ਹੈ ਇੱਕ ਕਿ ਕੋਈ ਬੰਦਾ, ਮੈਂ ਜ਼ਿੰਦਗੀ 'ਚ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ, ਠੀਕ ਹੈ ਕਾਰੋਬਾਰ ਕਰਦਾ, ਪਰ ਮੈਂ ਜ਼ਿੰਦਗੀ 'ਚ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਕਿ ਉਹ ਸਮਾਜ ਨੂੰ ਪੇ ਕਰਨਾ ਪਵੇ, ਸਾਡੀ ਪੀੜ੍ਹੀ ਨੂੰ ਪੇ ਕਰਨਾ ਪਵੇ। ਮੈਂ ਨਹੀਂ ਕਹਿੰਦਾ ਮੈਂ ਦੁੱਧ ਧੋਤਾ ਹੂੰਗਾ, ਮੈਂ ਮਤਲਬ ਬਾਬੇ ਨਾਨਕ ਦੇ ਖਾਨਦਾਨ 'ਚੋਂ ਆ। ਕਾਰੋਬਾਰ ਜ਼ਿੰਦਗੀ 'ਚ ਗਲਤੀਆਂ ਮੈਂ ਵੀ ਕਰਦਾ ਵਾਂ,
ਮਤਲਬ ਜਾਣੇ ਅਣਜਾਣੇ ਦੇ ਵਿੱਚ ਵੀ ਹੋ ਜਾਂਦੀਆਂ ਨੇ, ਪਰ ਕੋਈ ਇੱਕ ਬੰਦਾ ਮੇਰੇ ਖਿਲਾਫ ਪ੍ਰੂਫ ਤੇ ਲੈ ਕੇ ਆਵੇ ਨਾ, ਕੋਈ ਬੰਦਾ ਇੱਕ ਖੜਾ ਤੇ ਹੋਵੇ ਨਾ ਯਾਰ ਵੀ ਆ ਬੰਦਾ ਸਾਡੇ ਕੋਲੋਂ ਪੈਸੇ ਲੈ ਗਿਆ ਸੀ, ਧੀ ਪੋਤੀ ਆਪਣੇ ਦੀ ਸਹੁੰ ਖਾਂਦੇ ਆ। ਮਤਲਬ ਬੇਫਜ਼ੂਲ ਗੱਲਾਂ ਨੇ। ਮੈਂ ਮਤਲਬ ਕੋਈ ਖਾਨਾ ਬਦੋਸ਼ ਤੇ ਹੈ ਨਹੀਂ। ਵਿਕਰਮ ਜਦੋਂ ਆ ਸਿਆਸਤ 'ਚ ਆਇਆ 2005 ਦੇ ਵਿੱਚ, ਮੈਨੂੰ ਪਤਾ ਸੁਖਬੀਰ ਦੀ ਗੱਡੀ ਲੈ ਕੇ ਆਇਆ, ਉਦੋਂ ਵੀ ਮੈਂ ਉਹਨੂੰ ਤਕੜਾ ਸੀਗਾ। ਠੀਕ ਹੈ, ਹੁਣ ਮੇਰਾ ਅਖੀਰਲਾ ਸਵਾਲ ਹੈ ਜੀ, ਕੀ ਅਸੈਸਮੈਂਟ ਲੱਗਦੀ ਹੈ ਪੂਰੇ ਪੰਜਾਬ ਇਲੈਕਸ਼ਨ ਦੀ? ਮੇਰਾ ਇਹ ਮੰਨਣਾ ਹੈ ਜੀ, ਜਿਸ ਹਿਸਾਬ ਨਾਲ ਅੱਜ ਵੋਟ ਪਈ ਹੈ, ਮੇਰੇ ਖਿਆਲ ਦੇ ਵਿੱਚ ਤੇ ਲੋਕ ਦੋ ਪਾਰਟੀਆਂ ਤੋਂ ਬੜੇ ਨਾਰਾਜ਼ ਸੀਗੇ, ਔਰ ਆਮ ਆਦਮੀ ਪਾਰਟੀ ਨੂੰ ਵੋਟ ਕਾਫੀ ਪਈ ਹੈ। ਦੂਜੀ ਚੀਜ਼, ਜਦੋਂ ਕਿਸਾਨ ਅੰਦੋਲਨ ਪੀਕ ਤੇ ਸੀਗਾ, ਮੈਂ ਉਦੋਂ ਵੀ ਇਹ ਗੱਲ ਕਰਦਾ ਸੀਗਾ ਕਿ ਬੀਜੇਪੀ ਵਾਲੇ ਨਿਕਲ ਨਹੀਂ ਰਹੇ, ਬਾਹਰ ਨਹੀਂ ਆ ਰਹੇ, ਕੁਛ ਨਹੀਂ ਹੋ ਰਿਹਾ, ਔਰ ਉਦੋਂ ਵੀ ਮੈਂ ਗੱਲ ਕਹਿੰਦਾ ਸੀ ਕਿ ਅੱਜ ਵੀ ਚੋਣਾਂ ਕਰਾ ਲਓ ਤੇ ਮੇਰੇ ਮੁਤਾਬਕ ਤੇ 10 ਦੇ ਲਾਗੇ ਚਾਗੇ ਸੀਟਾਂ ਲੈ ਜਾਣਗੇ, ਕਿਉਂਕਿ ਵੋਟ ਬੈਂਕ ਪੱਕਾ ਹੈ। ਬੀਜੇਪੀ ਦਾ ਮਤਲਬ ਟੀਕਾ ਵੋਟ ਹੈ ਕਿ ਜਿਹਨੂੰ ਮਤਲਬ ਕਹਿ ਲਿਆ ਜਾਵੇ ਵੀ ਉਹ ਉਹਨੂੰ ਹੀ ਪੈਣੀ ਹੈ, ਅੰਦਰ ਕੁਝ ਹੋਰ ਦਿਸਣਾ ਨਹੀਂ। ਔਰ ਉਹਨਾਂ ਨੇ 117 ਸੀਟਾਂ ਦੇ ਉੱਤੇ ਇਲੈਕਸ਼ਨ ਵੀ ਕਿਉਂ ਲੜੀ? ਕਿਉਂਕਿ ਲੋਕ ਨਾ ਅਕਾਲੀਆਂ ਨੂੰ ਪਸੰਦ ਕਰ ਰਹੇ ਸੀ ਤੇ ਨਾ ਕਾਂਗਰਸ ਨੂੰ। ਉਹਨਾਂ ਦਾ ਵੋਟ ਬੈਂਕ ਜਿਹੜਾ ਪੱਕਾ ਸੀਗਾ ਉਹ ਕਿਤੇ ਨਾ ਕਿਤੇ ਝਾੜੂ ਵੱਲ ਮਰਜ ਹੋ ਜਾਣਾ ਸੀਗਾ। ਉਹਨਾਂ 117 ਸੀਟਾਂ ਦੇ ਉੱਤੇ ਇਲੈਕਸ਼ਨ ਲੜੀ, ਇੱਕ ਤੇ ਆਪਣਾ ਵੋਟ ਬੈਂਕ ਹੱਥ 'ਚ ਰੱਖਣ ਲਈ, ਔਰ ਦੂਜੀ ਚੀਜ਼ ਜਿਹੜਾ ਮਤਲਬ ਝਾੜੂ ਨੂੰ ਕਮਜ਼ੋਰ ਕਰ ਲਈ। ਔਰ ਇਸ ਤਰੀਕੇ ਦੀ ਜਿਹੜੀ ਰਣਨੀਤੀ ਕੀਤੀ ਗਈ, ਤੇ ਮੈਂ ਹੁਣ ਵੀ ਮੰਨਦਾ ਵੀ ਉਹ ਸੀਟਾਂ ਲੈ ਕੇ ਜਾਣਗੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਮੰਨਾ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਸੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਅੰਮ੍ਰਿਤਸਰ ਆਈਏ ਤਾਂ ਸਭ ਤੋਂ ਇੰਟਰਸਟਿੰਗ ਬੰਦੇ ਨੇ ਮਨਦੀਪ ਸਿੰਘ ਮੰਨਾ, ਇਸ ਲਈ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ। ਹੋ ਸਕਦਾ ਕੁਝ ਗੱਲਾਂ ਤੁਹਾਨੂੰ ਚੰਗੀਆਂ ਲੱਗਣ, ਕੁਝ ਨਾ ਚੰਗੀਆਂ ਲੱਗਣ, ਪਰ ਬਹੁਤ ਖੁੱਲ੍ਹ ਕੇ ਵਿਚਾਰ ਚਰਚਾ ਡਿਸਕਸ਼ਨ ਹੋਈ ਹੈ। ਬੇਸ਼ੱਕ ਜ਼ਿਆਦਾ ਡਿਸਕਸ਼ਨ ਜਿਹੜੀ ਸੀ ਅੰਮ੍ਰਿਤਸਰ ਈਸਟ ਦੇ ਆਲੇ ਦੁਆਲੇ ਘੁੰਮਦੀ ਰਹੀ, ਪਰ ਸਾਡੀ ਕੋਸ਼ਿਸ਼ ਸੀ ਕਿ ਮਨਦੀਪ ਮੰਨਾ ਹੋਣਾ ਨਾਲ ਵੀ ਕੋਸ਼ਿਸ਼ ਕੀਤੀ ਜਾਵੇ। ਕਹਿੰਦੇ ਕਿ ਬਹੁਤ ਸਾਰੇ, ਖਾਸ ਕਰ ਸਾਰੇ ਹੀ ਲਗਭਗ ਲੀਡਰਾਂ ਨੇ ਫੋਨ ਕੀਤਾ। ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਵੀ ਮੁਲਾਕਾਤ ਹੋ ਗਈ, ਬੀਜੇਪੀ ਵਾਲਿਆਂ ਨੇ ਵੀ ਸੱਦ ਲਿਆ, ਆਮ ਆਦਮੀ ਪਾਰਟੀ ਨੇ ਵੀ ਆਫਰ ਕੀਤਾ, ਅਕਾਲੀ ਦਲ ਨੇ ਵੀ ਆਫਰ ਕੀਤਾ, ਔਰ ਸਾਰੀਆਂ ਪਾਰਟੀਆਂ ਨੇ ਆਫਰ ਕੀਤਾ ਕਿ ਟਿਕਟ ਲੈ ਲਓ, ਇਲੈਕਸ਼ਨ ਲੜ ਸਕਦੇ ਹੋ ਤੁਸੀਂ। ਪਰ ਕਹਿੰਦੇ ਮੈਂ ਇਲੈਕਸ਼ਨ ਨਹੀਂ ਲੜਿਆ। ਨਾਲ ਹੀ ਸਾਡੀ ਵੀ ਕੋਸ਼ਿਸ਼ ਸੀ ਕਿ ਬਾਕੀ ਚੀਜ਼ਾਂ ਬਾਰੇ ਵੀ ਡਿਸਕਸ ਹੋ ਸਕੇ ਕਿ ਅੰਮ੍ਰਿਤਸਰ ਸ਼ਹਿਰ ਦੇ ਮੁੱਦੇ ਕੀ ਨੇ, ਕਿਹੜੀਆਂ ਚੀਜ਼ਾਂ ਤੇ ਚੋਣ ਲੜੀ ਜਾਣੀ ਚਾਹੀਦੀ ਸੀ, ਔਰ ਕਿਹੜੇ ਮੁੱਦੇ ਦਬ ਕੇ ਰਹਿ ਗਏ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।